ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਬੈਠੇ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਮੈਂ ਹਾਂ ਬਲਕਾਰ ਸਿੰਘ। ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਉਹ ਵਿਸ਼ੇ ਲੈਂਦੇ ਹਾਂ ਜਿਹੜੇ ਰੀਸੈਂਟਲੀ ਆਪਣੇ ਪੰਜਾਬ ਵਿੱਚ ਵਾਪਰੇ ਨੇ, ਬਾਹਰਲੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਾਪਰੇ ਨੇ, ਤੇ ਉਹਨਾਂ ਦੀ ਜਾਣਕਾਰੀ ਦੀ ਸਾਂਝ ਅਸੀਂ ਪਾਉਣ ਲਈ ਮੇਰੇ ਨਾਲ ਮਿਸਟਰ ਖੰਨਾ ਜੀ ਬੈਠੇ ਨੇ। ਤੇ ਖੰਨਾ ਜੀ, ਉਹ ਇੱਕ ਮਸਲਾ ਲਓ ਜਿਹੜਾ ਸਾਰੇ ਦਰਸ਼ਕਾਂ ਦੀ ਨਜ਼ਰ ਕਰੀਏ, ਜਿਹੜਾ ਇਸ ਵੇਲੇ ਪੂਰਾ ਵਿਸ਼ਵ ਵਿੱਚ ਇਹ ਮਸਲਾ ਗਰਮ ਬਿਲਕੁਲ ਗਰਮ ਹੈ ਔਰ ਗਰਮ ਗੱਲਾਂ ਵੀ ਹੋ ਰਹੀਆਂ ਨੇ ਅਮਰੀਕਾ ਤੇ ਚੀਨ ਦੇ ਵਿਚਕਾਰ ਜੀ। ਕਿਉਂਕਿ ਮਸਲਾ ਉਹੀ ਹੈ ਕਿ ਹਵਾਈ ਹੱਦ ਨੂੰ ਉਲੰਘਣ ਕੀਤਾ ਹੈ। ਚੀਨ ਨੇ ਅਮਰੀਕਾ ਤੇ ਦੋਸ਼ ਲਾਇਆ ਕਿ ਉਹਨਾਂ ਦੀ ਹਵਾਈ ਹੱਦ ਨੂੰ ਅਮਰੀਕਾ ਦੇ ਹਵਾਈ ਜਹਾਜ਼ ਨੇ ਉਲੰਘਣਾ ਕੀਤੀ ਹੈ ਤੇ ਇਹ ਦੋਸ਼ ਲਾਇਆ ਗਿਆ। ਤੇ ਹੁਣ ਇਹਦੇ ਰਿਜ਼ਲਟਸ ਕੀ ਆਉਂਦੇ ਨੇ ਔਰ ਡਿਸਕਸ਼ਨਸ, ਹੌਟ ਵਰਡਸ ਐਕਸਚੇਂਜ ਹੋ ਰਹੇ ਨੇ ਇਸ ਵਕਤ। ਰੀਸੈਂਟਲੀ ਆਪਾਂ ਅੱਗੇ ਡਿਸਕਸ ਕੀਤਾ ਪਿਛਲੇ ਪ੍ਰੋਗਰਾਮ ਵਿੱਚ ਕਿ ਇੱਕ ਗੁਬਾਰਾ ਸੀ ਇਹਨਾਂ ਦਾ। ਉਹ ਪਤਾ ਕਿੰਨਾ ਸਪੇਸ ਉਹਦੇ ਵਿੱਚ 3 ਬੱਸਾਂ ਦੀ ਸਪੇਸ ਆ ਗੁਬਾਰਿਆਂ 'ਚ, ਔਰ ਉਹ ਸੂਚਨਾ ਕਲੈਕਟ ਕਰਦਾ ਸੀਗਾ। ਤਾਂ ਓਵਰ ਅਮਰੀਕਾ ਦੇ ਏਰੀਏ 'ਚ ਘੁੰਮਦਾ ਨਜ਼ਰ ਆਇਆ ਇਹਨਾਂ ਨੂੰ। ਇਹਨਾਂ ਫਿਰ ਮਿਜ਼ਾਈਲ ਮਾਰੀ ਆ, ਉਹ ਡਿੱਗ ਗਿਆ ਔਰ ਉਹਦੀ ਅਜੇ ਚੱਲ ਰਹੀ ਹੈ ਪੁੱਛ ਪੜਤਾਲ ਕਿ ਕਿਸ ਕੰਮ ਲਈ ਆਇਆ। ਜਦੋਂ ਕਿ ਚਾਈਨਾ ਵਾਲੇ ਨੇ ਕਹਿਤਾ ਕਿ ਨਹੀਂ, ਇਹ ਅਸੀਂ ਵੈਦਰ ਜਿਹੜੀ ਰਿਪੋਰਟ ਆ ਉਹ ਕਲੈਕਟ ਕਰ ਰਹੇ ਸੀ, ਸਾਡਾ ਮੈਟੀਰੀਓਲੋਜੀਕਲ ਡਿਪਾਰਟਮੈਂਟ ਸੀਗਾ ਉਹ ਇਕੱਠੀ ਕਰ ਰਿਹਾ ਸੀਗਾ। ਚਾਈਨਾ ਸਾਫ਼ ਮੁੱਕਰ ਗਿਆ। ਅਮਰੀਕਾ ਕਹਿੰਦੇ ਵੀ ਇਹ ਜਿਹੜੀ ਹੈ ਇਹ ਸਪਾਈ ਸੀ, ਜਸੂਸੀ ਗੁਬਾਰਾ ਸੀਗਾ, ਔਰ ਉਹਦੇ ਵਿੱਚੋਂ ਹੁਣ ਲੱਗ ਗਿਆ। ਇਹਨਾਂ ਨੇ ਦੋਸ਼ ਲਾਤਾ ਚਾਈਨਾ ਨੇ। ਇਹਨਾਂ ਨੇ ਕਹਿਤਾ ਕਿ ਜਿਹੜੀ ਸਪੇਸ ਏਰੀਆ, ਜਿਹੜਾ ਬਾਹਰਲਾ ਉੱਪਰ ਦਾ ਏਰੀਆ, ਉਹਦੀ ਇਹ ਉਲੰਘਣਾ ਕਰ ਰਹੇ ਅਮਰੀਕਾ ਦੇ ਗੁਬਾਰੇ ਵੀ ਆ ਰਹੇ ਆ, ਡਰੋਨ ਆ ਰਹੇ ਆ, ਕਈ ਕੁਛ ਆ ਰਿਹਾ, ਔਰ ਇੱਕ ਦੂਜੇ 'ਤੇ ਸਮਝ ਲਓ ਇਹ ਉਲਾਂਭੇ 'ਤੇ ਉਲਾਂਭਾ ਹੀ ਹੈਗਾ। ਜਿੱਦਾਂ ਉਹ ਛੋਟੇ ਬੱਚੇ ਲੜਦੇ ਹੁੰਦੇ ਅਤੇ ਇੱਕ ਦੂਜੇ ਨੂੰ ਗਾਲਾਂ ਦਿੰਦੇ, ਇਹ ਹੈ। ਜਦੋਂ ਕਿ ਦੋਨੇ ਸੁਪਰ ਪਾਵਰ ਆਪਸੀ ਇਹਨਾਂ ਦਾ ਇਲੈਕਟ੍ਰੋਨਿਕਸ ਦਾ ਗਿਵ ਐਂਡ ਟੇਕ ਵੀ ਹੈਗਾ, ਲੈਣ ਦੇਣ ਵੀ ਹੈਗਾ। ਮੋਬਾਈਲ ਸਾਰੇ ਚਾਈਨਾ ਦੇ ਉੱਧਰ ਜਾ ਕੇ ਵਿਕਦੇ ਆ, ਚਿੱਪ ਉੱਧਰ ਵਿਕਦੀਆਂ ਜਾ ਕੇ, ਸਾਰਾ ਸਮਾਨ ਇਲੈਕਟ੍ਰੋਨਿਕਸ ਦਾ ਇਹਨਾਂ ਦੇ ਨਾਲ ਚੱਲਦਾ। ਵੈਪਨ ਵੀ ਇਹਨਾਂ ਕੋਲ ਇੱਕ ਦੂਜੇ 'ਤੇ ਲੈ ਜਾਂਦੇ ਆ। ਦੂਸਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦਾ ਹੋਰ ਇਹਨਾਂ ਦੇ ਜਦੋਂ ਮੇਲ ਜੋੜ ਆ, ਉਹਦੀਆਂ ਮੀਟਿੰਗਾਂ ਇਹਨਾਂ ਦੀਆਂ ਬਹੁਤ ਇਕੱਠੀਆਂ ਹੁੰਦੀਆਂ। ਪਰ ਇਸ ਵੇਲੇ ਇਹਨਾਂ ਦੀ ਹਫੜਾ ਦਫੜੀ ਚੰਗੀ ਪਈ ਆ। ਉਹਨਾਂ ਨੇ ਕਹਿਤਾ ਇਹਨਾਂ ਦੇ ਗੁਬਾਰੇ ਆਉਂਦੇ ਆ, ਅਤੇ ਉਹਨਾਂ ਨੇ ਕਹਿਤਾ ਇਹਨਾਂ ਦੇ ਸਾਰੇ ਡਰੋਨਸ ਆਉਂਦੇ ਆ, ਇਹਨਾਂ ਦੀ ਇਨਫੋਰਮੇਸ਼ਨ ਸਾਡੀ ਇਹ ਕਲੈਕਟ ਕਰਨ ਲਈ ਇੱਥੇ ਆਉਂਦੇ ਆ। ਅਮਰੀਕਾ ਨੇ ਵੀ ਦੋਸ਼ ਲਾਇਆ ਇਹਨਾਂ 'ਤੇ ਅਤੇ ਚਾਈਨਾ ਨੇ ਵੀ। ਪਰ ਚਾਈਨਾ ਹੁਣ ਇਸ ਵੇਲੇ ਪੂਰਾ ਸਿੱਧਾ ਹੋ ਕੇ ਆਇਆ ਇਹਦੇ ਵੱਲ। ਇੱਕ ਖੰਨਾ ਜੀ, ਤੁਹਾਨੂੰ ਪਤਾ ਹੋਗਾ, ਤੁਸੀਂ ਖਾਸ ਤੌਰ 'ਤੇ ਨਿਊਜ਼ ਨਾਲ ਵੀ ਸੰਬੰਧਿਤ ਰਹਿੰਦੇ ਜੇ, ਚਾਈਨਾ ਦਾ ਕਿਸੇ ਵੀ ਦੇਸ਼ ਨਾਲ ਸਖਾਵਾਂ ਸੰਬੰਧ ਨਹੀਂ ਹੈਗਾ। ਕਿਸੇ ਵੀ ਬਾਰਡਰ 'ਤੇ ਬੈਠਾ ਨਾ, ਇਹ ਘੱਟੋ ਘੱਟ ਇਹਨਾਂ ਦਾ ਧੱਕਾ ਮੁੱਕੀ ਹੈ ਨਾ, ਜ਼ੋਰ ਰੌਲਾ ਰੱਪਾ ਇਹਨਾਂ ਦਾ ਰਹਿੰਦਾ ਹੀ ਆ। ਰੀਸੈਂਟਲੀ ਆਪਣੇ ਵੀ ਹੋਇਆ, ਜਿਹਦੇ 'ਚ ਇਹਨਾਂ ਨੇ ਆਪਣੇ ਮੁੰਡਿਆਂ ਨੂੰ ਧੱਕੇ ਦਿੱਤੇ, ਇੱਧਰ ਟੱਪ ਕੇ ਆ ਗਏ ਇੱਧਰ ਨੂੰ, ਔਰ ਉਦੋਂ ਬਾਅਦ ਉਹਨਾਂ ਨੇ ਗਾਲਾਂ ਦਿੱਤੀਆਂ, ਉਹਨਾਂ ਨੂੰ ਭਜਾਇਆ ਬਹੁਤ ਬੁਰੀ ਤਰ੍ਹਾਂ, ਫਿਜ਼ੀਕਲ ਬੀਟ ਕੀਤਾ ਉਹਨਾਂ ਨੂੰ। ਔਰ ਇਹਨਾਂ ਨਾਲ ਲੱਗਦੇ ਹੋਰ ਪਾਕਿਸਤਾਨ ਨਾਲ ਇਹਨਾਂ ਦੇ ਉੱਦਾਂ ਦੇ ਸੰਬੰਧ ਆ, ਨੇਪਾਲ ਨਾਲ, ਜਿੱਥੇ ਬਾਉਂਡਰੀ ਲੱਗਦੀ ਉੱਥੇ ਇਹਨਾਂ ਦਾ ਕੋਈ ਵੀ ਸਿੱਧਾ ਰਾਹ ਨਹੀਂ, ਉਲਟੀ ਜਿਹੜੀ ਗੱਲ ਹੁੰਦੀ ਇਹਨਾਂ ਦੀ। ਐਗਜ਼ੈਕਟਲੀ, ਕਿਉਂਕਿ ਤਾਇਵਾਨ ਦੇ ਮਸਲੇ ਨੂੰ ਲੈ ਕੇ ਵੀ ਅਮਰੀਕਾ ਤੇ ਚੀਨ ਦੇ ਵਿੱਚ ਆਪਸੀ ਖਹਿਬਾਜ਼ੀ ਹੋਈ ਸੀ। ਕੁਝ ਸ਼ਿਪਸ ਨੂੰ ਲੈ ਕੇ ਵੀ ਹੋਈ ਸੀ ਕਿ ਅਸੀਂ ਹਮਲਾ ਕਰਾਂਗੇ। ਸੋ ਇਹ ਗਰਮਾ ਗਰਮੀ ਤੇ ਚੱਲਦੀ ਰਹਿੰਦੀ, ਪਰ ਟ੍ਰੇਡ ਨੂੰ ਧਿਆਨ 'ਚ ਰੱਖ ਕੇ ਚੱਲਦੇ ਨੇ ਹਮੇਸ਼ਾ, ਕਿਉਂਕਿ ਚੀਨ ਨੂੰ ਟ੍ਰੇਡ ਚਾਹੀਦਾ, ਵਪਾਰ ਚਾਹੀਦਾ। ਸਹੀ ਗੱਲ। ਔਰ ਪੁਰਾਣਾ ਨਕਸ਼ਾ ਉਹਨਾਂ ਕੋਲ ਹੈ ਉਹੀ ਟ੍ਰੇਡ ਦਾ, ਜਿਹੜੀ ਸਿਲਕ ਰੋਡ ਹੁੰਦੀ ਸੀ ਸਾਡੇ ਭਾਰਤ ਵੱਲ ਵੀ ਆਉਂਦੀ ਹੈ, ਔਰ ਉਹ ਸਾਰਾ ਵਪਾਰਿਕ ਕੇਂਦਰ ਨੇ। ਔਰ ਇਸ ਵਕਤ ਵੀ ਛੋਟੀ ਮਾਰਕੀਟ ਨੂੰ ਕੈਪਚਰ ਕੀਤਾ ਹੋਇਆ, ਜੋ ਛੋਟੀਆਂ ਵਸਤੂਆਂ ਚੀਨ ਦੇ ਵਿੱਚ ਬਣਦੀਆਂ ਨੇ, ਕਿਉਂਕਿ ਉੱਥੇ ਲੇਬਰ ਸਸਤੀ ਹੈ ਅਤੇ ਉੱਥੇ ਸਸਤੀ ਉਹਨਾਂ ਨੂੰ ਕਾਸਟ ਆਫ ਪ੍ਰੋਡਕਸ਼ਨ ਪੈਂਦੀ ਹੈ, ਤਾਂ ਉਸ ਦੇ ਹਿਸਾਬ ਦੇ ਨਾਲ ਮੁਨਾਫਾ ਕਾਫੀ ਹੋ ਜਾਂਦਾ ਹੈ। ਉਹਨੂੰ ਹਰ ਥਾਂ ਦੇ ਉੱਤੇ ਆਪਣੀ ਮਾਰਕੀਟ ਚਾਹੀਦੀ ਹੈ, ਠੀਕ ਹੈ ਨਾ। ਔਰ ਜਿੱਥੇ ਕਿਤੇ ਮਾਰਕੀਟ ਦੇ ਵਿੱਚ ਉਹਨੂੰ ਦੇਖਦਾ ਕਿ ਕਿਤੇ ਨਾ ਕਿਤੇ ਕੋਈ ਗੜਬੜ ਆ ਰਹੀ ਹੈ, ਕਿਤੇ ਨਾ ਕਿਤੇ ਕੋਈ ਰੋਕ ਹੈ, ਉੱਥੇ ਜ਼ਰੂਰ ਫਿਰ ਆਪਣੀ ਪਾਵਰ ਦਿਖਾਉਣ ਦੀ ਕੋਸ਼ਿਸ਼ ਕਰਦਾ। ਬੇਸਿਕਲੀ ਉਹਨਾਂ ਦੀ ਸਾਰੀ ਇਕੋਨਮੀ ਇਹਦੇ ਉੱਤੇ ਹੀ ਆ, ਇਹਦੇ ਹੀ ਉੱਤੇ ਹੈ। ਇਲੈਕਟ੍ਰੋਨਿਕਸ ਵੇਚਦਾ ਨਾ ਸਾਰੇ ਪਾਸੇ, ਬਿਲਕੁਲ ਇਲੈਕਟ੍ਰੋਨਿਕਸ ਵੇਚਦਾ। ਉਹ ਛੋਟੀਆਂ ਚੀਜ਼ਾਂ ਬਣਾਉਣੀਆਂ। ਫੋਰ ਐਗਜ਼ਾਮਪਲ, ਜਿਵੇਂ ਹੁਣ ਇੱਥੇ ਤਿਉਹਾਰ ਹੋਣ, ਦੀਵਾਲੀ ਵੇਲੇ ਉਹ ਦੇਵੀ ਦੇਵਤਿਆਵਾਂ ਦੀਆਂ ਮੂਰਤੀਆਂ ਬਣ ਕੇ ਆ ਜਾਣਗੀਆਂ, ਉਹ ਚੀਨ ਦੀਆਂ ਬਣੀਆਂ ਹੋਈਆਂ। ਟਾਈਮਲੀ ਆਉਂਦੀ ਸੀ, ਜਿੱਥੇ ਟਾਈਮਲੀ ਆਉਂਦੀ। ਦੀਵਾਲੀ ਆਇਆ ਨਾ, ਤੇ ਲਾਈਟਾਂ ਨਾਲ ਜਦੋਂ ਬਸੰਤ ਆਈ, ਤੇ ਧਾਗਾ ਉਹ ਜਿਹੜਾ ਸ਼ੀਸ਼ੇ ਨਾਲ ਬਣਿਆ ਨਾ, ਜਿਹੜਾ ਬੱਚਿਆਂ ਦਾ ਸਾਰਾ ਚਾਈਨਾ ਡੋਰ, ਉਹ ਬੱਚਿਆਂ ਦੇ ਹੱਥ ਵੀ, ਗਰਦਨਾਂ, ਲੱਤਾਂ, ਕਈ ਕੁੱਤੇ ਵਿਚਾਰੇ ਨਾ ਉਹ ਅੜ ਗਏ ਉਹਨਾਂ 'ਚ, ਉਹਨਾਂ ਦੀ ਲੱਤਾਂ ਛਿੱਲੀਆਂ ਗਈਆਂ। ਉਹ ਟੁੱਟਦਾ ਨਹੀਂ ਗਾ, ਉਹ ਤੁਹਾਡੇ ਜਦੋਂ ਲੰਘ ਗਿਆ ਨਾ ਤਾਂ ਉਹਨੇ ਗਲਾ ਕੱਟ ਹੀ ਦੇਣਾ। ਕਈ ਮਰੇ ਵੀ ਆ ਬੰਦੇ, ਬਹੁਤ ਡੇਂਜਰਸ ਚੀਜ਼ਾਂ ਨੇ। ਸਾਈਕਲ 'ਤੇ ਜਾ ਰਿਹਾ ਜਾਂ ਐਕਟਿਵਾ ਸਕੂਟਰ 'ਤੇ ਜਾ ਰਹੇ ਆ, ਉਹ ਜਦੋਂ ਜਾਂਦੇ ਉਹ 'ਚ ਫਸ ਗਏ ਤੇ ਬਸ ਉਹ ਵਿਚਾਰੇ ਗਾਂ ਦੇ ਗਾਂ। ਕਈ ਵਾਰ ਮੈਂ ਇਸ ਦਾ ਇੱਦਾਂ ਦੀਆਂ ਵੀਡੀਓਜ਼ ਦੇਖਦਾ, ਵਾਇਰਲ ਹੋਈਆਂ, ਖੂਨੋ ਖੂਨ ਹੋਏ ਬੜੇ ਮਰੇ ਲੋਕ। ਸੋ ਬੇਸਿਕਲੀ ਇਹੀ ਹੈ, ਵਪਾਰਿਕ ਕੇਂਦਰ ਹੈ, ਦੁਨੀਆ ਦਾ ਇੱਕ ਵਪਾਰਿਕ ਹੱਬ ਹੈ। ਸੋ ਜਿੱਥੇ ਕਿਤੇ ਉਹ ਦੇਖਦਾ ਹੈ ਵਪਾਰ ਵਾਸਤੇ ਆਪਣੀ ਮੰਡੀ, ਤੇ ਉੱਥੇ ਜਾ ਕੇ ਕਿਤੇ ਇਨਵੈਸਟਮੈਂਟ ਕਰੇਗਾ, ਕਿਤੇ ਇਨਫਰਾਸਟ੍ਰਕਚਰ ਬਣਾਏਗਾ, ਔਰ ਇਨਫਰਾਸਟ੍ਰਕਚਰ ਇੱਦਾਂ ਹੀ ਬਣਾਏਗਾ
ਜਿਹੜੇ ਰਾਹ ਉਹਦੇ ਕੰਮ ਆਉਣ, ਉਹਦੇ ਬਿਜ਼ਨਸ ਦੇ ਕੰਮ ਆਉਣ, ਕਿਉਂਕਿ ਡਰੈਗਨ ਦਾ ਮੈਪ ਇਹੀ ਹੈ ਟ੍ਰੇਡ, ਔਰ ਟ੍ਰੇਡ ਦੇ ਜ਼ਰੀਏ ਹਰ ਮੁਲਕ ਦੇ ਵਿੱਚ ਉਹਨੇ ਦਾਖਲ ਹੋਣਾ ਹੈ। ਵੈਸੇ ਗੱਲ ਇਹਨਾਂ ਚੀਜ਼ਾਂ ਬਣਾਉਣ ਜਾਣਦਾ ਹੈਗਾ। ਤੁਸੀਂ ਕਿਸੇ ਦੇਸ਼ ਚਲ ਜਾਓ, ਮੈਂ ਨਿਊਜ਼ੀਲੈਂਡ ਗਿਆ ਸੀ, ਆਕਲੈਂਡ, ਉੱਥੇ ਰੈਸਟੋਰੈਂਟ ਇਹਨਾਂ ਦੇ, ਔਰ ਉੱਥੇ ਸਪਾਈਸੀ ਫੂਡ ਖਾਣ ਲਈ, ਆਪਾਂ ਇੰਡੀਅਨ ਥੋੜ੍ਹਾ ਜਿਹਾ ਖਾਣੇ ਕਰਾਰਾ ਨਾ, ਉਹਨਾਂ ਨੇ ਉੱਦਾਂ ਦੇ ਫੂਡ ਤਿਆਰ ਕੀਤੇ। ਕੁੜੀਆਂ ਨਿੱਕੀਆਂ ਨਿੱਕੀਆਂ, ਮੁੰਡੇ, ਉਹ ਤੁਹਾਨੂੰ ਡਿਲੀਵਰ ਕਰਦੇ ਆ, ਲਿਆ ਕੇ ਸਾਰਾ ਕੁਝ ਦਿੰਦੇ ਉੱਥੇ। ਗੱਡੀਆਂ, ਜਿੱਥੇ ਸ਼ੋਰੂਮ ਤੁਹਾਡਾ ਨਵੀਂ ਗੱਡੀਆਂ ਦਾ ਸ਼ੋਰੂਮ ਹੈ, ਉਹਦੇ ਨਾਲ ਹੀ ਇਹਨਾਂ ਦਾ ਚਾਈਨਾ ਦਾ, ਉੱਥੇ ਤਾਂ ਉਹ ਗੱਡੀਆਂ ਵੀ ਵੇਚ ਰਹੇ ਆ। ਜਿੱਥੇ ਤੁਸੀਂ ਜਾਓਗੇ ਕਿਸੇ ਜਿੱਥੇ ਸ਼ਾਪਿੰਗ ਸੈਂਟਰ ਆ, ਉਹਦੇ ਵਿੱਚ ਰੇਹੜੀਆਂ ਦੇ ਨਾਲ ਉਹਦੇ ਉੱਤੇ ਸਮਾਨ ਰੱਖਿਆ, ਉਹ ਵੇਚ ਰਹੀਆਂ, ਬੜੀਆਂ ਸਮਾਰਟ ਕੁੜੀਆਂ। ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਦੇਖੋ ਇੰਨੀ ਕੰਟਰੀ ਦੇ ਲੋਕ, ਵੱਡੇ ਰਿਚੈਸਟ ਕੰਟਰੀ ਆ, ਸੁਪਰ ਕੰਟਰੀ ਆ, ਔਰ ਵੇਖੋ ਕੀ ਕਰਦੇ ਆ, ਖਰੀਦੋ ਫਰੋਖਤ ਤੇ ਵੇਚਦੇ ਆ ਗਲੀਆਂ ਬਾਜ਼ਾਰਾਂ 'ਚ। ਜਿੱਦਾਂ ਸਾਡੇ ਲੋਕ ਨੇ ਆਂਦੇ ਹਾਕਰ, ਜਦੋਂ ਹੋਕਾ ਦਿੰਦੇ, ਉਹ ਕਰਦੇ ਕੰਮ। ਇਹਨਾਂ ਨੂੰ ਇਹ ਆਂਦੇ ਵਰਕ ਇਜ਼ ਨੋ ਮਤਲਬ ਪ੍ਰੋਬਲਮ, ਕੰਮ ਕੋਈ ਵੀ ਹੈਗਾ, ਡਿਗਨਿਟੀ ਆਫ ਲੇਬਰ ਜਾਣਦੇ, ਸਾਰਾ ਕੁਝ ਕਰਦੇ ਆਰਾਮ ਨਾਲ, ਔਰ ਦੇਸ਼ ਰਿਚੈਸਟ ਆ ਜਾਂ ਰਿਚੈਸਟ ਹੈ। ਸਟਰੀਟ ਫੂਡ ਦੇ ਵਿੱਚ ਕਾਫੀ ਇਹਨਾਂ ਦਾ ਹੈ ਹਰ ਥਾਂ ਦੇ ਉੱਤੇ, ਜਿਹਨੂੰ ਕਹਿੰਦੇ ਹੋਲਡ ਹੈ ਮਾਰਕੀਟ ਦੇ ਵਿੱਚ, ਔਰ ਕਾਫੀ ਪਰਸੈਂਟੇਜ ਇਹਨਾਂ ਦੇ ਕੋਲ ਹੈ ਮਾਰਕੀਟ ਸ਼ੇਅਰ ਦਾ। ਨੂਡਲ ਜਿਹੜੀਆਂ ਬਣਦੀਆਂ ਇਹ ਖਾਂਦੇ ਹੀ ਪਹਿਲਾਂ, ਆਪਣੇ ਸਾਰੇ ਮੂੰਹ 'ਚ ਦਾੜੀਆਂ 'ਚ ਫਸ ਜਾਂਦੀਆਂ, ਇਹੋ ਖਾਂਦੇ ਚਮਚੇ ਨਾਲ। ਇਹਨਾਂ ਨੇ ਬਣਾਏ, ਉਹਨਾਂ ਬਣਾਏ ਰੱਸੇ ਨੂੰ, ਉਹ ਹੈਗਾ ਇਹਨਾਂ ਕੋਲ ਫੂਡ ਇਦਾਂ ਦੇ। ਅਸੀਂ ਪੰਜਾਬੀ ਪਤਾ ਕੀ ਹੈ ਕਿ ਜਿਹੜੀ ਕੰਟਰੀ ਦਾ ਮਰਜ਼ੀ ਫੂਡ ਆ ਜਾਵੇ, ਅਸੀਂ ਪੰਜਾਬੀ ਮਸਾਲੇ ਪਾ ਕੇ ਤਾਂ ਉਹਨੂੰ ਪੰਜਾਬੀ ਬਣਾ ਦਿੰਦੇ ਹਾਂ, ਆਪਣੇ ਤਰ੍ਹਾਂ ਦਾ ਬਣਾ ਦਿੰਦੇ। ਇਟਲੀ ਦਾ ਫੂਡ ਆਏਗਾ, ਉਹਨੂੰ ਵੀ ਪੰਜਾਬੀ, ਚੀਨ ਦਾ ਆ ਗਿਆ ਉਹ ਵੀ, ਜਿਹੜਾ ਮਰਜ਼ੀ ਆ ਜਾਵੇ। ਬਾਹਰ ਦਾ ਖਾਣਾ ਜਦੋਂ ਵੀ ਇੱਥੇ ਦੇਖਦੇ ਆਪਾਂ, ਚੇਨ ਆਉਂਦੀਆਂ, ਫੂਡ ਚੇਨਸ ਆਉਂਦੀਆਂ ਨੇ, ਤਾਂ ਅਸੀਂ ਆਪਣੇ ਮਸਾਲੇ ਪਾ ਕੇ ਉਹਨੂੰ ਪੰਜਾਬੀ ਬਣਾ ਲੈਂਦੇ ਆ। ਮੈਂ ਕਿਹਾ ਜੇ ਕਈ ਵਾਰ ਜਾਪਾਨੀ ਬੰਦੇ ਆ ਕੇ ਇੱਥੇ ਸਾਡਾ ਖਾਣਾ ਖਾਣ ਨਾ, ਕਿ ਜਾਪਾਨੀ ਖਾਣਾ ਕਹਿਣਗੇ, ਜਾਪਾਨੀ ਖਾਣਾ ਨਹੀਂ ਹੈਗਾ, ਇਹ ਤਾਂ ਪੰਜਾਬੀ ਖਾਣਾ ਹੈ, ਇਹ ਆਪਣੇ ਤਰੀਕੇ ਦਾ ਬਣਾਉਂਦੇ ਨਾ। ਚਲੋ ਆਪਾਂ ਇਹ ਦੇਖਦੇ ਹਾਂ ਕਿ ਦੋ ਸੁਪਰ ਪਾਵਰਸ ਆਪਸ ਦੇ ਵਿੱਚ ਹੁਣ ਖਹਿਬਾਜ਼ੀ ਹੈ, ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਵਕਤ ਜਦੋਂ ਸ਼ਾਂਤੀ ਦੀ ਲੋੜ ਹੈ, ਕਿਉਂਕਿ ਇਸ ਵਕਤ ਯੂਕਰੇਨ ਦੇ ਨਾਲ ਜੰਗ ਚੱਲ ਰਹੀ, ਹੋਰ ਇਕਨੋਮਿਕ ਵਾਰ ਤੇ ਚੱਲਦੀ ਪਈ ਆ, ਤਾਂ ਸ਼ਾਂਤ ਰਹਿਣਾ ਚਾਹੀਦਾ ਸਭ ਕੁਝ। ਹਾਂ, ਪੱਕੀ ਗੱਲ ਹੈ, ਸ਼ਾਂਤੀ ਤਾਂ ਸਭ ਕੁਝ ਹੈਗਾ, ਸ਼ਾਂਤੀ 'ਚ ਸਭ ਕੁਝ ਹੈ, ਜਾਨਾ ਖੁਸ਼ਹਾਲੀ ਹੈ, ਸ਼ਾਂਤੀ ਦੇ ਵਿੱਚ ਹੀ ਤਰੱਕੀ ਹੈ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਫਿਰ ਹੁਣ ਆਪਾਂ ਗੱਲ ਕਰਦੇ ਹਾਂ ਪਾਕਿਸਤਾਨ ਨਾਲ ਜੋ ਸਾਡੇ ਸੰਬੰਧ ਨੇ, ਕਿਉਂਕਿ ਵਪਾਰਿਕ ਸੰਬੰਧ ਹਮੇਸ਼ਾ ਕਹਿੰਦੇ ਨੇ ਪਾਕਿਸਤਾਨ ਨਾਲ ਬਣਾਓ, ਗੇਟ ਖੋਲ੍ਹ ਦੇਣੇ ਚਾਹੀਦੇ ਨੇ। ਤੇ ਸੀਐਮ ਮਾਨ ਕਹਿੰਦੇ ਨੇ ਕਿ ਪਾਕਿਸਤਾਨ ਦਾ ਕੰਮ ਇਹ ਹੈ ਕਿ ਸਾਡੇ ਮੁਲਕ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਹਥਿਆਰ ਭੇਜਣਾ, ਨਸ਼ਾ ਭੇਜਣਾ। ਹੁਣ ਕਿੱਦਾਂ ਦੇ ਵਪਾਰਿਕ ਸੰਬੰਧ ਬਣਾਈਏ, ਸੰਬੰਧ ਅਸੀਂ ਵਪਾਰਿਕ ਬਣਾਉਣ ਤੁਰ ਪਈਏ ਤੇ ਵਿੱਚੋਂ ਕੁਝ ਹੋਰ ਨਿਕਲ ਆਵੇ, ਇਹ ਰਿਸਕੀ ਮਾਮਲਾ ਹੈ। ਸੋ ਇਹ ਸੀਐਮ ਮਾਨ ਕਹਿ ਰਹੇ ਨੇ। ਇਹ ਬੜੀ ਪੁਰਾਣੀ ਗੱਲ ਆ। ਅੰਮ੍ਰਿਤਸਰ ਨਾ ਵਾਇਆ ਵਾਹਗਾ ਬਾਰਡਰ, ਉੱਥੋਂ ਸਮਾਨ ਆਉਂਦਾ ਸੀ, ਜਿਹੜਾ ਅੰਗੂਰ ਦੇਖ ਲਓ, ਜਿਹੜੇ ਸੀਡਲੈਸ ਅੰਗੂਰ ਆ ਨਾ, ਜਿਨ੍ਹਾਂ 'ਚ ਬਿਲਕੁਲ ਕੋਈ ਬੀਜ ਨਹੀਂ, ਉੱਧਰੋਂ ਆਉਂਦਾ। ਛੁਹਾਰੇ ਉੱਧਰੋਂ ਆਉਂਦੇ ਰਹੇ ਆ, ਹੈ ਨਾ, ਸੌਗੀ ਉੱਧਰੋਂ ਆਉਂਦੀ ਰਹੀ ਆ, ਕਾਜੂ, ਬਦਾਮ, ਸਾਰਾ ਕੁਛ, ਔਰ ਸੇਬ, ਇਹ ਸਾਰਾ ਸਮਾਨ ਉੱਧਰੋਂ ਆਉਂਦਾ ਸੀ। ਪਰ ਜੇ ਹੁਣ ਜਿੱਦਾਂ ਭਗਵੰਤ ਮਾਨ ਜੀ ਕਹਿ ਰਹੇ, ਜੇ ਨਹੀਂ ਮੰਗਾਏ ਜਾਣਗੇ ਤਾਂ ਮਹਿੰਗੇ ਹੋ ਜਾਣਗੇ ਜਿਹੜੇ ਇੱਥੇ ਹੈਗਾ, ਕਿਉਂਕਿ ਵਾਇਆ ਅਫਗਾਨਿਸਤਾਨ ਆ ਰਿਹਾ ਸਮਾਨ ਉੱਥੋਂ ਸਾਰਾ ਕੁਛ। ਔਰ ਬੇਸਿਕਲੀ ਇਹਨਾਂ ਨੇ ਗੱਲ ਤਾਂ ਵੈਸੇ ਠੀਕ ਕੀਤੀ ਆ, ਫੀਮ ਵੀ ਆਉਂਦੀ ਰਹੀ ਹੈ ਅਫਗਾਨਿਸਤਾਨ 'ਚ, ਫੀਮ ਦੀ ਖੇਤੀ ਹੁੰਦੀ ਬਹੁਤ ਜ਼ਬਰਦਸਤ, ਔਰ ਹੋਰ ਨਸ਼ੇ ਵੀ ਹੈਗੇ ਆ ਜਿਹੜੇ ਉਹ ਇਹਦੇ ਵਿੱਚ ਹੀ ਲਗਾ ਕੇ ਬਾਕੀ ਸਮਾਨ ਵੀ ਆ ਜਾਂਦਾ। ਕੋਈ ਜ਼ਮਾਨ ਕਰੋਨਾ ਦੇ ਟਾਈਮ 'ਤੇ ਇਹਨਾਂ ਨੇ ਟਰੱਕ ਆਉਣੇ ਬੰਦ ਕਰ ਦਿੱਤੇ ਸੀ, ਸਾਰੇ ਜਿਹੜੇ ਟਰੱਕ ਉੱਧਰੋਂ ਆ ਰਹੇ ਸੀਗੇ। ਫਿਰ ਇਹਨਾਂ ਨੇ ਕਿਹਾ ਵੀ ਦੁਬਾਰਾ ਸ਼ੁਰੂ ਕਰ ਦਿੰਦੇ, ਉਹਦੇ ਵਿੱਚ ਇਨ ਬਿਟਵੀਨ ਸ਼ੁਰੂ ਵੀ ਹੈ। ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਦੇਸ਼ ਦੇ, ਉਦੋਂ ਬੱਸਾਂ ਵੀ ਸਰਹੱਦ ਦੇ ਨਾਂ ਦੇ ਬੱਸਾਂ ਵੀ ਚੱਲੀਆਂ, ਟ੍ਰੇਨ ਵੀ ਅਜੇ ਜਾਂਦੀ ਹੈ ਅਟਾਰੀ ਤੋਂ, ਔਰ ਇਹਨਾਂ ਨਾਲ ਮੇਲ ਜੋਲ ਤਾਂ ਅੱਛਾ ਰਿਹਾ। ਪਰ ਜਿਹੜੀ ਆ ਨਸ਼ਿਆਂ ਦੀ ਜ਼ਿਆਦਾ ਉਤਪੋਤਾ, ਨਸ਼ੇ ਆ ਰਹੇ ਆ, ਵਿਕ ਰਹੇ ਇੱਥੇ ਆ ਕੇ। ਇੱਕ ਖੰਨਾ ਜੀ ਹੋਰ ਹੈਗਾ, ਤੁਸੀਂ ਆਪਣਾ ਖੁਦ ਦੇਖ ਸਕਦੇ ਜੇ, ਉੱਥੇ ਇੱਕ ਤਾਰਾਂ ਲੱਗੀਆਂ, ਕੰਡੇਦਾਰ ਤਾਰਾਂ ਦੇ ਵਿੱਚ ਬਿਜਲੀ ਵੀ ਛੱਡੀ ਇਹਨਾਂ ਨੇ, ਅਟਾਰੀ ਬਾਰਡਰ 'ਤੇ ਇੱਧਰ ਵਾਹਗਾ ਬਾਰਡਰ 'ਤੇ। ਪਰ ਜਦੋਂ ਤੁਸੀਂ ਉੱਧਰ ਦੇਖੋਗੇ ਰਾਤ ਬਰੇਤੇ, ਉਹਦੇ ਵਿੱਚ ਪਾਈਪ ਲੱਗੇ ਪਲਾਸਟਿਕ ਦੇ, ਔਰ ਨੇੜੇ ਪਿੰਡ ਆ, ਕੱਚੇ ਆ, ਕੋਈ ਟੱਠੇ ਆ, ਕੋਈ ਪਿੰਡ ਇਹਨੇ ਡਿਵੈਲਪ ਨਹੀਂ ਗਏ। ਅਤੇ ਉਹਦੇ ਵਿੱਚ ਅਗਲੇ ਪਾਸੇ ਤੁਸੀਂ ਧਿਆਨ ਰੱਖੋਗੇ, ਤੁਸੀਂ ਕਈਆਂ ਲੈ ਕੇ, ਰੰਬੇ ਲੈ ਕੇ, ਉਹ ਕਿਸਾਨ ਤੁਰੇ ਫਿਰਦੇ ਆ, ਇੱਧਰੋਂ ਆਪਣੇ ਕਿਸਾਨ ਤੁਰੇ ਫਿਰਦੇ। ਜ਼ਮੀਨ ਤਾਂ ਇਕੱਠੀ ਸਾਂਝੀ ਹੈ, ਵਿੱਚ ਛੋਟੀ ਜਿਹੀ ਲਾਈਨ ਹੀ ਆ, ਉਹਦੇ ਵਿੱਚ ਹੋਰ ਤਾਂ ਕੁਛ ਨਹੀਂ। ਪਰ ਉਹਦੇ ਵਿੱਚੋਂ ਕਈ ਵਾਰੀ ਇੱਦਾਂ ਦੇ ਨਸ਼ੇ ਪਾਏ ਜਾਂਦੇ ਆ, ਨਸ਼ੇ ਪਾ ਕੇ ਪਾਈਪ ਰਾਹੀਂ ਇੱਧਰ ਆ ਜਾਂਦੇ ਆ, ਅਤੇ ਬੱਚੇ ਚੁੱਕ ਕੇ ਲੈ ਜਾਂਦੇ ਇੱਧਰੋਂ ਉੱਧਰੋਂ। ਉਹਨਾਂ ਦਾ ਫੋਨ ਜਾਂ ਉਹਨਾਂ ਦਾ ਲਿੰਕ ਹੁੰਦਾ ਵੀ ਸਮਾਨ ਆ ਰਿਹਾ ਜੇ, ਬੱਚਾ ਜਾਂ ਜਨਾਨੀਆਂ ਭੇਜ ਦਿਓ। ਰੋਕੂਗਾ ਕੌਣ, ਕਿਉਂਕਿ ਉਹਨਾਂ ਦੇ ਉੱਥੇ ਖੇਤ ਨੇ। ਜੇ ਰੋਕਦੇ ਤਾਂ BSF ਵਾਲੇ ਆ, BSF ਵਾਲੇ ਹੁਣ 50 ਕਿਲੋਮੀਟਰ ਅੰਦਰ ਆ ਗਿਆ। ਪਰ ਇਹ ਨਸ਼ੇ ਦੀ ਮਾਰ ਨੂੰ ਕੰਟਰੋਲ ਨਹੀਂ ਕਰ ਸਕੇ, ਉਸੇ ਤਰ੍ਹਾਂ ਦਾ ਚੱਲ ਰਿਹਾ। ਨਸ਼ਾ ਖਾ ਕੇ ਰੋਜ਼ ਤੁਸੀਂ ਦੇਖੋ ਕਿੰਨੇ ਮੁੰਡੇ ਮਰ ਰਹੇ ਆ ਓਵਰਡੋਜ਼ ਨਾਲ, ਇੰਜੈਕਸ਼ਨ ਲਾ ਰਹੇ ਆ ਦਰਵਾਜ਼ੇ ਬੰਦ ਕਰਕੇ, ਉੱਧਰੋਂ ਹੀ ਆਉਂਦਾ ਕਿਸੇ ਪਾਸੋਂ ਜਿੱਧਰ ਵੀ ਆ। ਔਰ ਕੌਣ ਪਿਸ ਰਿਹਾ ਇਸ ਪੁੱਟ ਦੇ ਵਿੱਚ? ਪੰਜਾਬ, ਕਿਉਂਕਿ ਇੱਧਰੋਂ ਦੀ ਜਵਾਨੀ ਗਰਕ ਹੋ ਰਹੀ ਹੈ। ਔਰ ਜੇ ਇੱਧਰੋਂ ਆਪਣਾ ਰਾਜਸਥਾਨ, ਇਹ ਵੀ ਬਾਰਡਰ 'ਤੇ ਹੈ, ਇੱਧਰੋਂ ਰਾਜਸਥਾਨ 'ਚੋਂ ਵੀ ਫੀਮ ਤਾਂ ਹੋਰ ਪੁੱਕੀ ਅਤੇ ਹੀਰੋਇਨ ਆਉਂਦੀ ਆ। ਇਸੇ ਤਰ੍ਹਾਂ ਹੀ ਪਾਕਿਸਤਾਨ ਤੋਂ ਇੱਧਰੋਂ ਆਉਂਦੀ ਆ। ਔਰ ਲਿਮਟਡ ਜਿਹੜੇ ਲੋਕ ਨੇ ਇੱਥੇ 3 ਕਰੋੜ ਦੇ ਕਰੀਬ ਜਿਹੜੇ ਹੈਗੇ ਨੇ, ਇਹ ਇਸ ਵੇਲੇ ਚੱਕੀ ਦੇ ਪੁੜ 'ਚ ਪੀਸ ਰਹੇ ਆ।
ਤਦੇ ਕਰਕੇ ਮਾਂ ਪਿਓ ਚਾਹੁੰਦੇ ਵੀ ਛੇਤੀ ਤੋਂ ਛੇਤੀ ਬੱਚਿਆਂ ਨੂੰ ਬਾਹਰ ਹੀ ਭੇਜ ਦਈਏ, ਪੜ੍ਹਨ ਦੇ ਬਹਾਨੇ ਭੇਜ ਦਈਏ, ਜਿੱਦਾਂ ਮਰਜ਼ੀ ਭੇਜ ਦਈਏ। ਹੁਣ ਉੱਥੇ ਕੈਨੇਡਾ 'ਚ ਵੀ ਕਿਹੜਾ ਹੈਗਾ, ਉੱਥੇ ਵੀ ਕਾਨੂੰਨ ਹੈਗਾ, ਉੱਥੇ ਵੀ ਨਸ਼ਾ ਇੱਦਾਂ ਹੀ ਵਰਤਦਾ, ਸਾਰਾ ਕੁਝ ਹੈਗਾ। ਕਿਹੜੀ ਕੰਟਰੀ ਜਿਹੜੀ ਨਸ਼ੇ ਤੋਂ ਬਚੀ ਪਈ ਹੈ ਹਰ ਥਾਂ ਦੇ ਉੱਤੇ, ਕਿਉਂਕਿ ਨਸ਼ਾ ਔਰ ਅਵੈਧ ਹਥਿਆਰ ਇਹ ਸਭ ਤੋਂ ਜ਼ਿਆਦਾ ਅੱਜ ਆਮਦਨ ਦਾ ਇੱਕ ਜ਼ਰੀਆ ਬਣੇ ਹੋਏ ਨੇ। ਔਰ ਇੱਕ ਕਈ ਵਾਰ ਵੀਡੀਓ ਵਾਇਰਲ ਹੁੰਦੀ ਹੈ ਪਾਕਿਸਤਾਨ ਵੱਲੋਂ, ਉਹ ਜਿਵੇਂ ਗੁਲੇਲ ਨਹੀਂ ਬੱਚੇ ਖੇਡਦੇ ਰਬੜ ਨਾਲ, ਪੱਥਰ ਮਾਰਦੇ ਕਾਂ ਨੂੰ ਭਜਾਉਣ ਲਈ ਗੁਲੇਲ ਹੁੰਦੀ, ਹਾਂਜੀ, ਉਹ ਵੱਡੀਆਂ ਵੱਡੀਆਂ ਗੁਲੇਲਾਂ ਬਣਾਈਆਂ ਹੋਈਆਂ ਨੇ, ਉਹ ਜ਼ਮੀਨ ਦੇ ਵਿੱਚ ਗੱਡੀਆਂ ਹੋਈਆਂ ਨੇ ਤੇ ਉਹਦੇ ਉੱਤੇ ਵੱਡੀ ਸਾਰੀ ਰਬੜ ਚੜਾਈ ਹੋਈ ਹੈ। ਉਹਦੇ ਵਿੱਚ ਨਸ਼ਾ ਲਪੇਟ ਕੇ ਨਾ ਦੋ ਬੰਦੇ ਪੂਰਾ ਜ਼ੋਰ ਲਾ ਕੇ ਉਸ ਰਬੜ ਨੂੰ ਖਿੱਚਦੇ ਨੇ, ਲੇਟ ਹੀ ਜਾਂਦੇ ਨੇ ਉਹਨੂੰ ਫੜ ਕੇ, ਫਿਰ ਛੱਡਦੇ ਨੇ ਉਹਨੂੰ। ਫੋਰਸ ਹੁੰਦੀ ਹੈ ਨਾ ਪਿੱਛੇ, ਪੂਰੀ ਫੋਰਸ ਨਾਲ ਜਾਂਦਾ ਪਿੱਛੇ ਨੂੰ ਕਰਕੇ ਛੱਡਦੇ ਤਾਂ ਫੋਰਸ ਅੱਗੇ ਨੂੰ ਜਾਂਦੀ ਹੈ ਨਾ। ਹਾਂਜੀ, ਉਹ ਨਸ਼ੇ ਦਾ ਪੈਕੇਟ ਉਹ ਪਾ ਕੇ ਨਾ ਉਹਦੇ ਵਿੱਚ ਗੁਲੇਲ ਦੇ ਰਬੜ ਦੇ ਵਿੱਚ ਐ ਲੇਟ ਕੇ ਪੂਰਾ ਪ੍ਰੈਸ਼ਰ ਨਾਲ ਖਿੱਚ ਕੇ ਛੱਡਦੇ ਨੇ, ਉਹ ਬਾਰਡਰ ਪਾਰ ਦੂਜੇ ਪਾਸੇ। ਕਈ ਕਾਢਾਂ ਕੱਢੀ ਉਹਨਾਂ ਨੇ, ਪਤਾ ਨਹੀਂ ਕੀ ਦਿਮਾਗ, ਕੀ ਇੰਟੈਲੀਜੈਂਟ ਜੁਗਾੜ ਟੈਕਨੋਲੋਜੀ ਪੂਰੀ ਚੱਲਦੀ। ਡਰੋਨ ਆ ਗਿਆ, ਡਰੋਨ ਦੇ ਰਾਹੀਂ ਆ ਰਿਹਾ, ਉੱਥੇ ਕੰਟਰੋਲ ਉੱਥੇ ਆ, ਤੇ ਡਰੋਨ ਤਾਂ ਬਹੁਤ ਉੱਚੀ ਹਾਈਟ ਤੇ ਚਲੇ ਜਾਂਦਾ, ਔਰ ਉਹ ਜਿੰਨੀ ਹਾਈਟ ਤੇ ਜਾਣਾ ਚਾਹੁੰਦਾ ਉੱਥੋਂ ਤੱਕ ਜਾਂਦੇ ਆ। ਕਿਉਂਕਿ ਪੰਛੀ ਵੱਜੇ ਨਾ ਥੋੜਾ ਬਹੁਤਾ ਹਾਈਟ ਤੇ ਨਹੀਂ ਕਰਦੇ। ਜਦੋਂ ਇੰਡੀਆ 'ਚ ਐਂਟਰੀ ਕਰ ਜਾਂਦੇ ਆ ਉਦੋਂ ਉਹਨਾਂ ਨੂੰ ਅੱਗੇ ਲਿੰਕ ਹੁੰਦੇ ਆ, ਉਹ ਲਿੰਕ ਵਾਲੇ ਕੋਈ ਸੁੱਟ ਦਿੰਦਾ ਆ, ਉੱਥੋਂ ਆ ਕੇ ਵੈਪਨ ਵੀ ਉਹਦੇ 'ਚ ਹੈਗੇ ਆ, ਨਸ਼ੇ ਵੀ ਹੈਗੇ, ਡਰੱਗਸ ਵੀ ਆ ਰਹੀਆਂ। ਔਰ ਇਹ ਜਿਹੜਾ ਪ੍ਰਚਲਨ ਜ਼ਿਆਦਾ ਹੋ ਗਿਆ ਹੁਣ ਟੈਕਨੋਲੋਜੀ ਦੀ ਮਦਦ ਲੈ ਕੇ, ਕਿਉਂਕਿ ਸਾਰੇ ਹਾਈ ਫਾਈ ਹੋ ਗਏ ਨੇ, ਬਸ ਸੁਪਰਸੋਨਿਕ ਏਜ ਹੈ। ਟੈਕਨੋਲੋਜੀ ਕਿਸੇ ਕੰਮ ਲਈ ਬਣਦੀ ਹੈ ਤੇ ਉਹਦਾ ਵਰਤੋਂ ਦੂਜੀ ਵਰਤੋਂ ਹੁੰਦੀ ਹੈ, ਦੂਜੇ ਪਾਸੇ ਆ ਜਾਂਦਾ। ਉਹੀ ਆ ਜਵਾਨੀ ਨੂੰ ਇਸ ਵੇਲੇ ਬਿਲਕੁਲ ਖਤਮ ਕਰ ਰਹੇ, ਬਿਲਕੁਲ ਖਤਮ ਕਰ ਰਹੇ ਨੇ। ਔਰ ਹਰ ਗਰੁੱਪ, ਹਰ ਉਮਰ ਦਾ ਗਰੁੱਪ ਨਸ਼ੇ ਲੈ ਰਿਹਾ। ਸਹੀ ਗੱਲ। ਔਰ ਇਹ ਗਰਕ ਹੋ ਗਿਆ ਬਿਲਕੁਲ। ਯੂਨੀਵਰਸਿਟੀਆਂ, ਕਾਲਜ ਔਰ ਜਿੰਨੇ ਵੀ ਇੰਸਟੀਟਿਊਸ਼ਨ ਨੇ ਐਜੂਕੇਸ਼ਨ ਦੀਆਂ, ਸਾਰੀ ਜਗ੍ਹਾ ਤੇ ਹੋਸਟਲ, ਉਹ 'ਚ ਕੁੜੀਆਂ ਵੀ ਆ, ਮੁੰਡੇ ਵੀ ਆ, ਜਵਾਨੀ ਆ, ਬੱਚਿਆਂ ਨੂੰ ਇੰਨਾ ਪਤਾ ਨਹੀਂ ਹੈਗਾ। ਫੜ ਯਾਰ ਲੈ ਲੈ ਉਹ ਕਰਕੇ ਉਹ ਵਿਚਾਰੇ ਖਾ ਲੈਂਦੇ ਆ। ਹੋਸਟਲ ਦੇ ਲੱਗ ਜਾਂਦਾ ਉਹਨੂੰ, ਆਂਦੇ ਫਿਰ ਮੁੱਲ ਲੈ ਕੇ ਖਾਂਦਾ ਹੈ। ਕਿਉਂਕਿ ਹੋਸਟਲ ਦੇ ਵਿੱਚ ਵੀ ਛਾਪੇ ਮਾਰੇ ਜਾਓ ਤੇ ਉੱਥੇ ਵੀ ਤੁਹਾਨੂੰ ਹਰ ਕਮਰੇ 'ਚੋਂ ਹਰ ਜਗ੍ਹਾ ਕਿਤੇ ਨਾ ਕਿਤੇ ਕੋਈ ਉਹ ਸ਼ਾਇਦ ਕਮਰਾ ਬਚੂਗਾ ਜਿੱਥੇ, ਸਹੀ ਗੱਲ, ਅਦਰਵਾਈਜ਼ ਮਿਲਦਾ, ਆਮ ਮਿਲਦਾ। ਔਰ ਇਹ ਵੈਸੇ ਬੜੇ ਦੁੱਖ ਦੀ ਗੱਲ ਹੈ। ਔਰ ਨੈਟਵਰਕ ਇਹਨਾਂ ਦਾ ਇੰਨਾ ਜ਼ਬਰਦਸਤ ਹੈ, ਮਤਲਬ ਪਤਾ ਨਹੀਂ ਲੱਗਦਾ ਉਹ ਬੰਦਾ ਗੰਨੇ ਦਾ ਰਸ ਵੇਚਦਾ ਪਿਆ, ਅੰਦਰ ਖਾਤੇ ਨਸ਼ਾ ਵੀ ਸਪਲਾਈ, ਸਾਰੇ ਫੜੇ ਵੀ ਗਏ ਕਈ, ਉੱਥੇ ਕੋਈ ਮੰਗਦਾ ਪਿਆ, ਕੋਈ ਭੀਖ ਮੰਗਦਾ ਪਿਆ, ਨਾਲ ਨਸ਼ਾ ਵੀ ਸਪਲਾਈ। ਮੈਡੀਕਲ ਵਾਲੇ ਵੀ ਆ, ਉਹਨਾਂ 'ਚ ਇੰਜੈਕਸ਼ਨ ਵਗੈਰਾ ਦਿੰਦੇ ਆ, ਜਿੰਨੇ ਵੀ ਆ ਮੈਡੀਕਲ ਦੀਆਂ ਦੁਕਾਨਾਂ ਹੈਗੀਆਂ, ਦਵਾਈਆਂ ਵੇਚਣ ਵਾਲੇ ਇਹ ਵੀ ਕੰਮ ਕਰਦੇ। ਔਰ ਕਾਲਜ ਯੂਨੀਵਰਸਿਟੀਆਂ ਦੇ ਬਾਹਰ, ਸਕੂਲਾਂ ਦੇ ਬਾਹਰ ਵੀ ਨਸ਼ਾ ਵਿਕਦਾ। ਸੋ ਇਹ ਹਾਲਾਤ ਬਣੇ ਹੋਏ ਨੇ। ਭਗਵੰਤ ਮਾਨ ਸਹੀ ਕਹਿ ਰਹੇ ਨੇ ਵੀ ਵਪਾਰ ਕੀ ਕਰੀਏ, ਪਰ ਉਹ ਤਾਂ ਠੀਕ ਹੈ, ਵਪਾਰ ਨਾ ਵੀ ਕਰੋ, ਚਲੋ ਵਪਾਰ ਜਿੱਥੇ ਕਰਨਾ ਪਏਗਾ, ਆਬਲੀਗੇਸ਼ਨ ਹੈ, ਉਹ ਤਾਂ ਹੈ ਹੀ ਹੈ। ਕਈ ਚੀਜ਼ਾਂ ਉੱਥੇ ਨੇ ਕੁਦਰਤੀ, ਕਈ ਸਾਡੇ ਕੋਲ ਨੇ। ਹੁਣ ਮੁਲਤਾਨੀ ਮਿੱਟੀ ਉੱਥੋਂ ਆਉਂਦੀ ਹੈ, ਲੂਣ ਕਿੰਨਾ ਅੱਛਾ ਉੱਥੋਂ ਦਾ, ਜਿਹੜਾ ਪੱਥਰ ਵਾਲਾ ਲੂਣ ਹੈ, ਜਿਹੜਾ ਕਾਲਾ ਲੂਣ ਤੇ ਦੂਜਾ ਲੂਣ ਜਿਹੜਾ ਪਹਾੜੀ ਲੂਣ ਆ, ਸਾਰਾ ਉਧਰ ਦਾ। ਔਰ ਉਹਦੇ ਨਾਲ ਕੋਈ ਬਿਮਾਰੀ ਨਹੀਂ ਲੱਗਦੀ, ਬਹੁਤ ਤੰਦਰੁਸਤ ਰੱਖਦਾ। ਡਰਾਈ ਫਰੂਟ ਦੀ ਗੱਲ ਤੁਸੀਂ ਪਹਿਲਾਂ ਹੀ ਕੀਤੀ ਹੈ, ਉਹ ਆਉਂਦਾ ਹੀ ਉਧਰੋਂ ਹੈ, ਸਾਰਾ ਉਧਰੋਂ ਆਉਂਦਾ। ਆਪਣੇ ਮੁਲਤਾਨੀ ਮਿੱਟੀ ਅਸੀਂ ਚਿਹਰੇ ਦੀ ਖੂਬਸੂਰਤੀ ਵਾਸਤੇ ਇਸਤੇਮਾਲ ਕਰਦੇ, ਕਈ ਪ੍ਰੋਡਕਟਸ ਨੇ, ਛੋਟੀਆਂ ਲਾਚੀਆਂ, ਮੋਟੀਆਂ ਲਾਚੀਆਂ, ਛੁਹਾਰੇ, ਬਿਲਕੁਲ। ਔਰ ਪਾਕਿਸਤਾਨ ਦੇ ਕਲੀਨ ਹੈਂਡੀਕ੍ਰਾਫਟ ਉੱਥੋਂ ਦਾ, ਖਜੂਰਾਂ ਕਿੰਨੀਆਂ ਹੁੰਦੀਆਂ ਉੱਥੇ, ਬੜਾ ਕੁਝ ਮਾਲ ਉਧਰੋਂ। ਸੋ ਇਹ ਸੰਬੰਧ, ਲੋਕ ਜਿਹੜੇ ਨੇ ਉਹ ਤਾਂ ਬਿਲਕੁਲ ਸਾਫ਼ ਸੁਥਰੇ ਨੇ। ਆ ਕੁਝ ਇੱਕ ਮੁੱਠੀ ਪਰ ਲੋਕ ਹੁੰਦੇ ਨੇ ਜਿਨ੍ਹਾਂ ਨੇ ਸਾਰਾ ਮਾਹੌਲ ਵਿਗਾੜਿਆ ਹੁੰਦਾ ਹੈ, ਚਾਹੇ ਉਹ ਪਬਲਿਕ ਦੇ ਵਿੱਚ ਹੋਣ, ਚਾਹੇ ਉਹ ਸਿਆਸਤ ਦੇ ਵਿੱਚ ਹੋਣ, ਚਾਹੇ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਣ। ਹਮੇਸ਼ਾ ਮੁੱਠੀ ਪਰ ਲੋਕ, ਜਿਵੇਂ ਉਹ ਕਹਿੰਦੇ ਨੇ ਨਾ, ਇੱਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰਦੀ ਹੈ, ਉਹ ਹਿਸਾਬ ਹੈ। ਵੈਸੇ ਹੁਣੇ ਭਗਵੰਤ ਮਾਨ ਜੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਇੱਕ ਸੈਮੀਨਾਰ ਅਟੈਂਡ ਕੀਤਾ, ਉਹਦੇ 'ਚ ਇਹਨਾਂ ਨੇ ਬੋਲਿਆ ਵੀ ਆ, ਔਰ ਜਿਹੜੇ ਸਾਇੰਟਿਸਟ ਨੇ ਉਹਨਾਂ ਨਾਲ ਇਹਨਾਂ ਨਾਲ ਵਾਰਤਾ ਵੀ ਕੀਤੀ ਆ। ਉਦੋਂ ਇਹਨਾਂ ਨੂੰ ਵੈਸੇ ਪੁੱਛਣਾ ਚਾਹੀਦਾ ਉਹਨਾਂ ਨੂੰ ਕਿ ਇਹਦਾ ਬਦਲ ਕੀ ਹੈ। ਜਿਵੇਂ ਡਰਾਈ ਫਰੂਟ ਸਾਨੂੰ ਉੱਧਰੋਂ ਨਹੀਂ ਆਉਂਦਾ, ਮੰਨ ਲਓ ਜੇ ਅਸੀਂ ਟੋਟਲੀ ਬੰਦ ਕਰ ਦਿੰਦੇ ਹਾਂ, ਤਾਂ ਕੋਈ ਇੱਦਾਂ ਦਾ ਜ਼ਰੀਆ ਹੈਗਾ, ਕੋਈ ਧਰਤੀ ਸਾਡੀ ਹੈਗੀ ਹੈ ਜਿੱਥੇ ਸੇਬ ਉਗਾਇਆ ਜਾਵੇ, ਜਿੱਥੇ ਕੇਲੇ ਤਾਂ ਸਾਡੇ ਕੋਲ ਪਹਿਲਾਂ ਬਹੁਤ ਹੈਗੇ ਆ, ਸੇਬ ਉਗਾਇਆ ਜਾ ਸਕਦਾ, ਜਿੱਥੇ ਖਜੂਰਾਂ ਉਗਾਈਆਂ ਜਾ ਸਕਦੀਆਂ, ਅਖਰੋਟ, ਬਦਾਮ, ਚਿਲਗੋਜ਼ਾ, ਇਹ ਸਾਰਾ ਤਾਂ ਮਾੜੀ ਨਹੀਂ ਹੋ ਸਕਦਾ ਹੈ, ਹੋ ਜਾਵੇ। ਪਰ ਜੋ ਕੁਦਰਤੀ ਚੀਜ਼ਾਂ ਜਿੱਥੇ ਹੁੰਦੀਆਂ ਨੇ ਉਹ ਉੱਥੇ ਹੀ ਹੁੰਦੀਆਂ ਨੇ। ਜੇ ਸਾਇੰਟਿਸਟਾਂ ਨਾਲ ਸਲਾਹ ਕਰਨ ਤਾਂ ਬੜਾ ਕੁਝ ਹੋ ਸਕਦਾ। ਮਾਰਕੀਟ ਤੇ ਉਹਦੀ ਬਹੁਤ ਜ਼ਿਆਦਾ ਜਿੰਨੀ ਕੰਜ਼ੰਪਸ਼ਨ ਇੱਥੇ ਹੈ ਕਿ ਜੇ ਆਪ ਅਸੀਂ ਪੈਦਾ ਕਰੀਏ ਤਾਂ ਉਹਨੇ ਦਾ ਉਹਨਾਂ ਅਸੀਂ ਖਾ ਸਕਦੇ ਹੋ ਸਕਦਾ, ਬਿਲਕੁਲ ਹੋ ਸਕਦਾ, ਕਿਉਂਕਿ ਐਗਰੀਕਲਚਰ ਦੇ ਸਾਇੰਟਿਸਟ ਬੈਠੇ ਨੇ। ਹੁਣ ਧਾਲੀਵਾਲ ਜੀ ਨੇ ਵੀ ਕਿਹਾ ਸੀ ਇੱਕ ਵਾਰੀ ਕਿ ਜਦੋਂ ਅੰਦਰ ਜੀ ਕਿਤੇ ਜ਼ਰੂਰਤ ਪਈ ਤਾਂ ਅਸੀਂ ਅਫੀਮ ਦੀ ਖੇਤੀ ਕਰਨ ਲਈ ਕਰਾਂਗੇ, ਪਰ ਅਜੇ ਕੋਈ ਫਾਈਨਲਾਈਜ਼ ਮੈਡੀਸਨ ਦੇ ਵਿੱਚ ਯੂਜ਼ ਹੁੰਦੀ ਹੈ। ਹਰ ਮੈਡੀਕਲ 'ਚ ਉਹਨਾਂ 'ਚ ਓਪੀਅਮ ਵਰਤੀ ਜਾਂਦੀ ਹੈ, ਜਿਹਦੇ 'ਚ ਵੀ ਓਪੀਅਮ, ਲੀਕਰ, ਇਹ ਸਾਰਾ ਕੁਝ ਇਹਨਾਂ 'ਚ ਵਰਤਿਆ ਜਾਂਦਾ। ਤੇ ਇਹਨਾਂ ਨੇ ਕਿਹਾ ਵਾ ਕਿ ਜੇ ਅਸੀਂ ਨਹੀਂ ਕੋਈ ਫਾਈਨਲ ਕੀਤਾ, ਪਰ ਹੋ ਸਕਦਾ ਕੋਈ ਇੱਦਾਂ ਦਾ ਪ੍ਰਪੋਜ਼ਲ ਆ ਗਿਆ ਤੇ ਕਿਸਾਨਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਜਾਊਗੀ, ਕਿਉਂਕਿ ਰਾਜਸਥਾਨ 'ਚ ਤਾਂ ਉਗਦੀ ਹੈ, ਅਫੀਮ ਉਗਦੀ ਉਹਦੇ 'ਚ। ਯੂਪੀ ਬਿਹਾਰ 'ਚ ਵੀ ਹੈ ਬਹੁਤ।
ਬਿਲਕੁਲ ਠੀਕ ਹੈ, ਜੇ ਸਹੀ ਵਰਤੋਂ ਕਰੋ ਤਾਂ ਸਭ ਕੁਝ ਸਹੀ ਸਹੀ। ਗੱਲ ਆ, ਹਾਂ। ਟੈਕਨੋਲੋਜੀ ਦੀ, ਚੀਜ਼ਾਂ ਦੀ ਸਹੀ ਵਰਤੋਂ ਹੋਣੀ ਚਾਹੀਦੀ ਹੈ। ਜਿਹੜੇ ਰਸਾਇਣਕ ਨਸ਼ੇ ਆ, ਜਿਹੜੇ ਖਾ ਖਾ ਮੁੰਡੇ ਮਰ ਰਹੇ, ਉਹਨਾਂ ਤੋਂ ਮਾੜੀ ਤਾਂ ਹੈ ਨਹੀਂ ਫੀਮ। ਉਹਨਾਂ ਨੂੰ ਤਾਂ ਫਿਰ ਵੀ ਖੂਨ ਨੂੰ ਪਤਲਾ ਰੱਖਦੀ ਆ, ਦਵਾਈਆਂ 'ਚ ਪਾਈ ਜਾਂਦੀ ਆ। ਜੇ ਇਹਨੂੰ ਕਿਸੇ ਤਰੀਕੇ ਨਾਲ ਵਰਤਿਆ ਜਾਵੇ ਤਾਂ ਕੋਈ ਏਡੀ ਮਾੜੀ ਵੀ ਨਹੀਂ ਗੀ। ਜਿੱਦਾਂ ਉਹ ਰਸਾਇਣਕ ਵਾਲੇ ਆ, ਹੀਰੋਇਨ ਖਾ ਰਹੇ ਆ, ਹੈ ਨਾ, ਦੂਸਰੇ ਜਿਹੜੇ ਨਸ਼ੇ ਆ ਰਹੇ ਆ, ਉਹ ਤਾਂ ਨਿਰੀ ਮੌਤ ਹੈਗੀ ਆ। ਪੂਰੀ ਦੁਨੀਆ ਦੇ ਵਿੱਚ ਇਹ ਮੌਤ ਦਾ ਵਪਾਰ ਚੱਲਦਾ ਹੈ, ਮੌਤ ਦੇ ਸੁਦਾਗਰ ਘੁੰਮਦੇ ਪਏ ਨੇ, ਖੁੱਲੇ ਘੁੰਮਦੇ ਪਏ ਨੇ। ਬਿਲਕੁਲ ਬਿਲਕੁਲ। ਸੋ ਅੱਗੇ ਵਧਦੇ ਹਾਂ ਜੀ। ਰਾਜਪਾਲ ਤੇ ਮੁੱਖ ਮੰਤਰੀ ਪੰਜਾਬ ਦੋਵਾਂ ਵਿਚਾਲੇ ਠੰਡੀ ਜੰਗ ਫਿਰ ਤੇਜ਼ ਹੋ ਗਈ। ਇਹ ਮਸਲਾ ਬੜਾ ਪੇਚੀਦਾ, ਅੱਜ ਦਾ ਨਹੀਂ ਗਾ, ਇਹ ਪਹਿਲੋਂ ਹੀ ਜਦੋਂ ਦਾ ਚੱਲਿਆ, ਜਦੋਂ ਦਾ ਇਹਨਾਂ ਨੇ ਆਉਤਿਕਿੰਗ ਕੀਤੀ ਆ, ਸਹੁੰ ਸਮਾਗਮ ਉਹਨਾਂ ਨੇ ਚੁਕਾਇਆ ਸੀਗਾ, ਔਰ ਉਦੋਂ ਬਾਅਦ ਇਹਨਾਂ ਦੀ ਆਪਸੀ ਨਹੀਂ ਬਣੀ। ਜਦੋਂ ਰਾਸ਼ਟਰਪਤੀ ਆਉਂਦਾ, ਇੱਕ ਦਾ ਮੂੰਹ ਉੱਤਰ ਨੂੰ ਹੁੰਦਾ, ਦੂਜਾ ਇਹਦਾ ਪੱਛਮ ਨੂੰ ਹੁੰਦਾ, ਆਪਸੀ ਨਹੀਂ ਇਹਨਾਂ ਦੀ ਮਿਲੀ। ਹੋਰ ਉਹਨਾਂ ਨੇ ਕਹਿਤਾ, ਗਵਰਨਰ ਨੇ, ਪ੍ਰੋ ਸਾਹਿਬ ਨੇ ਕਹਿਤਾ ਕਿ ਜੇ ਨਹੀਂ ਮੇਰੀ ਗੱਲ ਦਾ ਜਵਾਬ ਦੇਣਗੇ, ਚਿੱਠੀਆਂ ਦਾ ਜਵਾਬ ਨਹੀਂ ਦੇਣਗੇ, ਤਾਂ ਮੈਂ ਸੰਵਿਧਾਨ ਦੇ ਅਕੋਰਡਿੰਗ ਇਹਨਾਂ ਦਾ ਕਲਾਸ ਲਊਂਗਾ, ਮੈਂ ਇਹ ਕਰੂੰਗਾ। ਅੱਗੇ ਉਹਨਾਂ ਨੇ ਸਿੱਧਾ ਜਵਾਬ ਦੇ ਦਿੱਤਾ ਭਗਵੰਤ ਮਾਨ ਨੇ ਕਿ ਜੇ ਤੁਸੀਂ ਇਸ ਜ਼ਰੀਏ ਚੱਲੋਗੇ ਤਾਂ ਮੈਂ ਤੁਹਾਨੂੰ, ਆਮ ਨਾਟ ਆਨਸੇਬਲ ਟੂ ਯੂ, ਓਨਲੀ ਆਨਸੇਬਲ ਟੂ ਦ ਪਬਲਿਕ, ਜਿਨ੍ਹਾਂ ਨੇ ਮੈਨੂੰ ਬੁਲਾਇਆ, ਜਿਨ੍ਹਾਂ ਨੇ ਮੈਨੂੰ ਬਣਾਇਆ, ਇਸ ਤੱਕ 'ਤੇ ਬਿਠਾਇਆ। ਤੁਸੀਂ ਜੇ ਕੇਂਦਰ ਦੇ ਆਖੇ ਲੱਗ ਕੇ ਮੈਨੂੰ ਤੁਸੀਂ ਥੋੜ੍ਹਾ ਪਚੀਦਾ ਮਾਮਲੇ 'ਚ ਪਾਉਣਾ ਚਾਹੋਗੇ ਤਾਂ ਮੈਂ ਤੁਹਾਡੀ ਪਰਵਾਹ ਨਹੀਂ ਕਰਦਾ। ਨਾ ਸਿੱਧਾ ਕਹਿ ਦਿੱਤਾ, ਕਿਉਂਕਿ ਇਕੁਅਲ ਹੈਗੀ ਆ, ਇਹ ਇੰਪਲੀਮੈਂਟ ਇਹ ਕਰ ਰਹੇ ਆ, ਉਹ ਗਵਰਨਰ ਨੇ। ਗਵਰਨਰ ਆ, ਜੇ ਆਪਸੀ ਇਹਨਾਂ ਦੀ ਨਹੀਂ ਬਣੂਗੀ ਤੇ ਪਬਲਿਕ ਨੂੰ ਵੀ ਥੋੜ੍ਹਾ ਜਿਹਾ ਇਹਦਾ ਜਾਂ ਨੁਕਸਾਨ ਹੋਊਗਾ, ਤਾਂ ਆਪਸੀ ਇਹਨਾਂ ਦੋਵਾਂ ਪੋਸਟਾਂ ਨੂੰ ਜ਼ਿਆਦਾ ਨੁਕਸਾਨ ਹੋਊਗਾ। ਇਹਨਾਂ ਨੇ ਇੱਕ ਹੋਰ ਗੱਲ ਕਹਿਤੀ, ਕਹਿੰਦੇ ਕਿ ਜਿਹੜੇ ਸਿੰਗਾਪੁਰ ਭੇਜੇ ਪ੍ਰਿੰਸੀਪਲ ਉਹ ਟ੍ਰੇਨਿੰਗ ਲਈ, ਉਹ ਕਹਿੰਦੇ ਕਿ ਇਹਨੂੰ ਪੁੱਛ ਕੇ ਭੇਜੇ, ਆਂਦਾ ਉਹਦੇ ਵਿੱਚ ਵੀ ਤੁਹਾਡੀ ਦਖਲਅੰਦਾਜ਼ੀ ਆ, ਤੁਸੀਂ ਉਹਨਾਂ ਨੂੰ ਭੇਜਿਆ ਜਿਹੜੇ ਐਲੀਜੀਬਲ ਨਹੀਂ ਹੈਗੇ। ਹੁਣ ਉਹਦੇ ਵਿੱਚ ਇਹ ਹੁਣ ਇਹ ਜਾਣਨ ਕਿ ਉਹਨਾਂ ਨੇ ਕਿਹਾ 167 ਧਾਰਾ ਹੈਗੀ ਆ, ਉਹਦੇ ਅਕੋਰਡਿੰਗ ਮੈਂ ਜਿਹੜਾ ਮੁੱਖ ਮੰਤਰੀ ਉਹਦੇ ਕੋਲ ਸਵਾਲ ਪੁੱਛ ਸਕਦਾ, ਉਹਨਾਂ ਨੂੰ ਜਵਾਬ ਦੇਣਾ ਪਊਗਾ। ਜੇ ਜਵਾਬ ਨਹੀਂ ਦੇਣਗੇ ਤਾਂ ਫਿਰ ਕਹਿੰਦੇ ਮੈਂ ਕਾਨੂੰਨ ਦੀ ਸਹਾਇਤਾ ਨਾਲ, ਕਾਨੂੰਨ ਦੀ ਜਿਹੜੀ ਧਾਰਾ ਉਹਦੇ ਨਾਲ ਇਹਨਾਂ ਕੋਲ ਸਵਾਲ ਪੁੱਛੂੰਗਾ, ਫਿਰ ਇਹਨਾਂ ਨੂੰ ਜਵਾਬ ਦੇਣਾ ਪਊਗਾ। ਪਰ ਉਧਰ ਭਗਵੰਤ ਮਾਨ ਵੀ ਅੜ ਗਏ ਪੂਰੇ, ਉਹ ਕਹਿੰਦਾ ਮੈਨੂੰ ਕੋਈ ਤੁਹਾਡੀ ਪਰਵਾਹ ਨਹੀਂ ਹੈਗੀ, ਮੈਂ ਐਲੀਜੀਬਲ ਹਾਂ, ਮੈਂ ਆਪਣੇ ਕੰਮ 'ਚ ਸਮਰੱਥ ਹਾਂ, ਮੈਨੂੰ ਕੋਈ ਦਾ ਕੋਈ ਮਤਲਬ ਨਹੀਂ ਕਿ ਮੈਂ ਤੁਹਾਨੂੰ ਜਵਾਬ ਦੇਵਾਂ। ਜਵਾਬ ਮੈਂ ਲੋਕਾਂ ਨੂੰ ਦਊਂਗਾ, ਜੇ ਉਹਨਾਂ ਦੇ ਕੰਮ ਨਹੀਂ ਪੂਰੇ ਹੁੰਦੇ ਤਾਂ ਮੈਂ ਉਹਨਾਂ ਨੂੰ ਜਵਾਬ ਦੇਵਾਂਗਾ, ਉਹਨਾਂ ਦੇ ਕਚਹਿਰੀ 'ਚ ਖੜਾਂਗਾ, ਤੁਹਾਡੇ ਮੈਂ ਜਵਾਬ ਦਊਂਗਾ ਰਿਟਨ ਜੇ ਹੋਇਆ। ਤੇ ਹੁਣ ਮੈਨੂੰ ਲੱਗਦਾ ਕੁਛ ਇਹਨਾਂ ਨੇ ਕਿਹਾ ਕਿ ਇਹਦੇ ਜਵਾਬ ਚਿੱਠੀ ਗਈ ਆ, ਪਰ ਜੇ ਅੜਿਕਾ ਇਹ ਰਿਹਾ ਖੰਨਾ ਜੀ, ਤੇ ਇਹਦੇ ਨਾਲ ਨੁਕਸਾਨ ਕੇਵਲ ਕੇਂਦਰ ਨੂੰ ਨਹੀਂ ਹੋਣਾ, ਪੰਜਾਬ ਇਕੱਲੇ ਨੂੰ ਹੋ ਜਾਣਾ। ਔਰ ਇੱਕ ਗੱਲ ਹੋਰ ਵੀ ਹੈਗੀ, ਉਹ ਡਬਲ ਇੰਜਨ ਵਾਲੀ ਵੀ ਗੱਲ ਵੀ ਹੈਗੀ ਆ, ਜਿਹਦੇ 'ਚ ਲੋਕ ਸਿਆਣੇ ਲੋਕ ਬੋਲ ਰਹੇ ਆ। ਹੋਰ ਕਿਤੇ ਤੇ ਗਵਰਨਰ ਮੁੱਖ ਮੰਤਰੀ ਦੀ ਕੋਈ ਲੜਾਈ ਨਹੀਂ, ਹੈ ਨਾ। ਜਿੱਥੇ ਸਰਕਾਰ ਆਪੋਜੀਸ਼ਨ ਦੂਜੀ ਆ, ਅਤੇ ਇੱਕ ਸਟੇਟ ਦੀ ਹੋਰ ਆ, ਅਤੇ ਦੂਜੀ ਜਿਹੜਾ ਗਵਰਨਰ ਆ, ਗਵਰਨਰ ਤਾਂ ਸੰਵਿਧਾਨ ਦੇ ਅਕੋਰਡਿੰਗ ਦਿੱਲੀ ਸਰਕਾਰ ਦਾ ਹੁੰਦਾ। ਉੱਥੇ ਰੌਲਾ ਹੈਗਾ ਜਿੱਥੇ ਦੋ ਸਰਕਾਰਾਂ ਵੱਖਰੀਆਂ ਵੱਖਰੀਆਂ, ਜਿੱਥੇ ਇਕੁਅਲ ਸਰਕਾਰਾਂ ਉੱਥੇ ਕੋਈ ਰੌਲਾ ਨਹੀਂ ਗਾ। ਇਹ ਵੀ ਉਦੋਂ ਦੇਖ ਲਓ ਵੀ ਉਦੋਂ ਨਾਗਰਿਕਤਾ ਖੁੱਸ ਗਈ ਆ, ਜਾਂ ਗਵਰਨਰ ਕੋਈ ਨਵਾਂ ਆ ਗਿਆ ਹੈਗਾ, ਉਹੀ ਧਾਰਾ ਉੱਥੇ ਵੀ ਆ, 167 ਉੱਥੇ ਵੀ, ਇੱਥੇ ਵੀ ਆ। ਉੱਥੇ ਕੋਈ ਲੜਾਈ ਨਹੀਂ ਹੈਗੀ, ਇੱਥੇ ਕੋਈ ਡਾਂਗ ਛੋਟਾ ਹੁੰਦਾ। ਇਹ ਲੋਕਾਂ ਲਈ ਕੁਰਸੀਆਂ ਦਾ ਆਪਸੀ ਝਗੜਾ ਹੋ ਕੇ ਕਾਮਨ ਮੈਨ ਨੂੰ, ਇਹ ਵਿਚਾਰੇ ਨੂੰ ਟੋਏ ਸੁੱਟ ਰਹੇ। ਮਤਲਬ ਐਡੇ ਵੱਡੇ ਅਹੁਦਿਆਂ ਤੇ ਆ ਕੇ ਆਹੀ ਕੰਮ ਕਰਨੇ ਨੇ। ਹਾਂ, ਗਲਤ ਗੱਲ, ਸਹੀ ਗੱਲ। ਫਿਰ ਇਹਨਾਂ ਨੂੰ ਇਦਾਂ ਦੀ ਲੜਾਈ ਜਿਹੜੀ ਨਹੀਂ ਕਰਨੀ ਚਾਹੀਦੀ। ਜਿਹੜੀਆਂ ਫਾਈਲਾਂ ਆਉਂਦੀਆਂ ਉਹਨਾਂ ਨੂੰ ਪੂਰਾ ਕਰਨਾ, ਕਿ ਜਿਹੜਾ ਇਹਦੇ 'ਚ ਕੋਈ ਮੈਚਿਓਰਿਟੀ ਦਿਖਦੀ ਪਈ ਕੀ ਹੈ? ਆ ਜਾਂ ਤਾਂ ਗਵਰਨਰ ਬਦਲ ਜਾਣ, ਜਾਂ ਮੁੱਖ ਮੰਤਰੀ ਬਦਲ ਜਾਣ, ਤੇ ਦੋਵਾਂ ਨੂੰ ਮੁੱਖ ਮੰਤਰੀ ਤਾਂ ਬਦਲ ਨਹੀਂ ਸਕਦੇ, ਉਹ ਤਾਂ ਬਦਲ ਨਹੀਂ ਸਕਦੇ, ਉਹ ਤਾਂ ਚੁਣਿਆ ਹੋਇਆ ਬੰਦਾ। ਗਵਰਨਰ ਹੁਣ ਬਹੁਤ ਬਦਲੇ, ਤੁਸੀਂ ਪੜ੍ਹਿਆ ਹੋਣਾ ਨਿਊਜ਼ ਦੇ ਵਿੱਚ, ਬਹੁਤ ਸੂਬਿਆਂ ਦੇ ਗਵਰਨਰ ਬਦਲ ਦਿੱਤੇ ਆ, ਨਵੇਂ ਅਪੁਆਇੰਟਮੈਂਟ ਆ ਗਈ ਉਹਨਾਂ ਦੀ ਰਾਸ਼ਟਰਪਤੀ ਵੱਲੋਂ। ਮਤਲਬ ਐਡੇ ਵੱਡੇ ਅਹੁਦਿਆਂ ਤੇ ਬੈਠੇ ਲੋਕਾਂ ਤੋਂ ਸਮਾਜ ਨੂੰ, ਸਾਨੂੰ ਸਾਰਿਆਂ ਨੂੰ ਸੇਧ ਮਿਲਣੀ ਚਾਹੀਦੀ ਹੈ ਕਿ ਐਦਾਂ ਜਿਉਣਾ ਚਾਹੀਦਾ, ਐਦਾਂ ਆਪਣੇ ਅਹੁਦਿਆਂ ਦੇ ਪ੍ਰਤੀ ਕੰਮ ਕਰਦੇ ਹੋਏ ਲੋਕਾਂ ਨੂੰ ਫਾਇਦਾ ਦੇਣਾ ਚਾਹੀਦਾ। ਸਾਨੂੰ ਇਹ ਸੇਧ ਮਿਲਣੀ ਚਾਹੀਦੀ ਹੈ। ਇਹ ਅਸੀਂ ਕੀ ਦੇਖਦੇ ਪਏ ਹਾਂ ਕਿ ਆਪਸ ਦੇ ਝਗੜਾ ਕਰਨਾ ਚਾਹੀਦਾ। ਪਹਿਲਾਂ ਵਾਈਸ ਚਾਂਸਲਰ ਤੋਂ ਰੌਲਾ ਹੈ, ਕਹਿੰਦੇ ਉਹ ਹਰ ਗੱਲ ਤੋਂ ਰੌਲਾ ਹੈ, ਹਰ ਗੱਲ ਤੋਂ ਕੋਈ ਗੱਲ ਹੋਈ, ਇਹਨਾਂ ਕੋਲ ਫਾਈਲ ਚਲੀ ਗਈ। ਉਹ 1 ਮੈਨ 1 ਪੈਨਸ਼ਨ ਦਾ ਸੀਗਾ, ਜਿਹਦੇ 'ਚ ਇਹਨਾਂ ਨੇ ਕਹਿੰਦੇ ਪੈਨਸ਼ਨ ਇੱਕ ਦਿਓ, ਤਾਂ ਬਾਕੀ ਨਾ ਪੈਨਸ਼ਨਾਂ ਦਿਓ। ਉਹ 'ਚ ਵੀ ਗਵਰਨਰ ਸਾਹਿਬ ਨੇ ਹਿੜਕਾ ਪਾ ਲਿਆ ਸੀ। ਹੋਰ ਉਦੋਂ ਤੋਂ ਪਹਿਲਾਂ ਕੋਈ ਬਿੱਲ ਸੀ ਜਿਹੜੇ ਇਹਨਾਂ ਦੇ, ਜਿਹੜੇ ਰੈਸਟੋਰੈਂਟ 'ਚ ਨਹੀਂ ਰਹਿਣਗੇ, ਬਾਹਰ ਨਹੀਂ ਜਾਣਗੇ, ਉਹ ਇੱਕ ਬਿੱਲ ਸੀ ਇਹਨਾਂ ਕੋਲ ਫਾਈਨਲ ਅਪਰੂਵਲ ਲਈ ਜਾਂਦਾ। ਜਦੋਂ ਸਬਮਿਟ ਹੋਇਆ ਉੱਤੇ ਵੀ ਕਾਂਟਾ, ਔਰ ਇਸੇ ਤਰ੍ਹਾਂ ਦੇ ਕਾਂਟੇ ਲੱਗ ਕੇ ਕਈ ਇਹਨਾਂ ਨੇ ਆਰਬਿਟਰੀ ਆਪ ਹੀ ਲੈ ਲਏ ਡਿਸੀਜਨ। ਭਗਵੰਤ ਮਾਨ ਨੇ ਲੈ ਸਕਦਾ, ਕਰ ਸਕਦਾ, ਐਮਰਜੈਂਸੀ ਦੇ ਵਿੱਚ ਜਿਹੜੇ ਉਹਨਾਂ ਨੂੰ ਚਾਹੀਦੇ ਆ। ਔਰ ਐਜੂਕੇਸ਼ਨ ਨਾਲ ਵੀ ਉਹਨਾਂ ਨੇ ਰੌਲਾ ਪਾ ਦਿੱਤਾ। ਐਜੂਕੇਸ਼ਨ ਦੇ ਜਿਹੜੇ ਬੰਦੇ ਗਏ ਆ, ਉਹ ਹੁਣ ਇਹ ਇਹਨਾਂ ਨੇ ਸੋਚਣਾ ਵੀ ਮੈਨੂੰ ਨਹੀਂ ਪੁੱਛਿਆ, ਕਿ ਇਹਨੂੰ ਭੇਜੀਏ ਪ੍ਰਿੰਸੀਪਲ ਨੂੰ, ਇਹਨੂੰ ਨਾ ਭੇਜੀਏ। ਉਹਦਾ ਵੀ ਇਹਨਾਂ ਕਹਿਤਾ ਵੀ ਉਹੀ ਤੁਸੀਂ ਗਲਤ ਕਰ ਰਹੇ ਜੀ। ਫਿਰ ਠੀਕ ਕੀ ਹੋ ਰਿਹਾ? ਜੋ ਠੀਕ ਗਵਰਨਰ ਸਾਹਿਬ ਕਹਿਣਗੇ ਉਹੀ ਠੀਕ ਹੋਗਾ, ਬਾਕੀ ਗਲਤ। ਫਿਰ ਸਟੇਟ ਕੌਣ ਚਲਾਉਣਗੇ? ਗਵਰਨਰ ਸਾਹਿਬ ਚਲਾਉਣਗੇ ਕਿ ਸੀਐਮ ਚਲਾਉਣਗੇ? ਨਹੀਂ, ਸਟੇਟ ਫਿਰ ਜੇ ਉਹੀ ਗੱਲ ਆ, ਸਟੇਟ ਤਾਂ ਫਿਰ ਜੇ ਨਹੀਂ ਚਲਾਉਣਗੇ ਤੇ ਫਿਰ ਤਾਂ ਸੈਂਟਰ ਨੇ ਚਲਾਉਣਾ, ਰਾਸ਼ਟਰਪਤੀ ਰਾਜ ਲਾਗੂ ਕਰ ਦੇਣਗੇ।
ਗੱਲ ਉੱਥੇ ਪ੍ਰੈਜ਼ੀਡੈਂਟ ਰੂਲ ਆਏਗਾ। ਹਾਂ ਉਹੀ ਹੁਣ ਜੇ ਆਪਸੀ ਨਾ ਬਣੀ ਰੌਲਾ ਨਾ ਪਿਆ ਤੇ ਸੈਂਟਰ ਖੁਦ ਇਹ ਚਾਹੁੰਦੀ ਹੈ, ਗਵਰਨਰ ਸਾਹਿਬ ਵੀ ਇਹ ਚਾਹ ਰਹੇ ਆ ਫਿਰ ਇਹਦੇ ਵਿੱਚ ਇੱਦਾਂ ਦੀ ਹਫੜਾ ਦਫੜੀ ਰੌਲਾ ਪਾ ਕੇ ਡਿਕਲੇਅਰ ਕਰ ਦਿਓ ਐਮਰਜੈਂਸੀ, ਦੈਨ ਟੇਕ ਓਵਰ ਪ੍ਰੈਜ਼ੀਡੈਂਟ ਆਫ ਇੰਡੀਆ। ਤੇ ਫਿਰ ਸੰਵਿਧਾਨ ਦੇ ਮੁਤਾਬਿਕ ਹੋਈਆਂ ਚੋਣਾਂ ਦੇ ਵਿੱਚ ਲੋਕਾਂ ਦੀ ਮੈਂਡੇਟ ਔਰ ਉਸ ਤੋਂ ਬਾਅਦ ਚੁਣੀ ਗਈ ਸਰਕਾਰ, ਚੁਣੀ ਗਈ ਪਾਰਟੀ ਔਰ ਚੁਣੇ ਗਏ ਸੀਐਮ ਮਾਨ, ਉਹਨਾਂ ਦਾ ਕੋਈ ਮਤਲਬ ਨਹੀਂ। ਫਿਰ ਪੈਸਾ ਬਰਬਾਦ, ਫਿਰ ਲੋਕ ਬਰਬਾਦ। ਡੈਮੋਕ੍ਰੇਸੀ ਦਾ ਔਰ ਇਲੈਕਸ਼ਨਸ ਦਾ ਕੀ ਮਤਲਬ ਹੈ? ਹਾਂ ਇਹ ਆਪਸੀ ਵੇਖੋ ਇੰਡੀਵਿਜੂਅਲ ਵਿਅਕਤੀਗਤ ਤੌਰ ਤੇ ਜਿਹੜੇ ਇਹਨਾਂ ਦੇ ਡਿਸੀਜਨ ਜਿਹੜੇ ਲੈਂਦੇ ਨੇ ਇਹ ਪਬਲਿਕ ਨੂੰ ਤਾਂ ਸਾਈਡ ਤੇ ਲਾਉਂਦੇ ਆ। ਹੁਣ ਇਹ ਗਵਰਨਰ ਸਾਹਿਬ ਜਿਹੜੀ ਗੱਲ ਲੈ ਰਹੇ ਆ ਉਹਨਾਂ ਨੂੰ ਇਹ ਵੀ ਚਾਹਣਾ ਚਾਹੀਦਾ ਕਿ ਮੈਂ ਅਨਸਰੇਬਲ ਲੋਕਾਂ ਲਈ ਵੀ ਹੈਗਾ, ਇਕੱਲਾ ਸੰਵਿਧਾਨ ਲਈ ਨਹੀਂ ਹੈਗਾ। ਸੰਵਿਧਾਨ ਲੋਕਾਂ ਦਾ ਹੈਗਾ, ਪ੍ਰੈਂਬਲ ਜਿਹੜੀ ਕਨਸਟੀਟਿਊਸ਼ਨ ਦੀ ਹੈ ਲੋਕਾਂ ਲਈ ਬਣਾਈ ਗਈ ਆ, ਪ੍ਰਸਤਾਵਨਾ ਉਹਨਾਂ ਲਈ ਹੈਗੀ ਆ, ਨਾ ਕਿ ਗਵਰਨਰ ਦੀ ਹੈਗੀ। ਦੇਖੋ ਜਿੰਨਾ ਲੋਕਾਂ ਦੀ ਬਦੌਲਤ ਤੁਸੀਂ ਅਹੁਦਿਆਂ ਤੇ ਪਹੁੰਚਦੇ ਹੋ ਜੀ, ਉਹਨਾਂ ਲੋਕਾਂ ਨੂੰ ਤੁਸੀਂ ਸਾਈਡ ਕਰ ਦਿੰਦੇ ਹੋ, ਆਹ ਫਿਰ ਸਾਡੀ ਚੱਲੂਗੀ। ਹਾਂ ਤੇ ਲੋਕੀ ਕਿੱਥੇ ਜਾਣ ਜਿਹੜੇ ਤੁਹਾਨੂੰ ਕਿਸੇ ਉਮੀਦ ਦੇ ਨਾਲ ਚੁਣ ਕੇ ਇੱਥੇ ਬਿਠਾਉਂਦੇ ਨੇ ਕਿ ਤੁਸੀਂ ਉਹਨਾਂ ਵਾਸਤੇ ਕੰਮ ਕਰੋਗੇ, ਉਹਨਾਂ ਨੂੰ ਤੁਸੀਂ ਸਾਈਡ ਕਰ ਦਿੰਦੇ ਹੋ, ਫਿਰ ਤੁਸੀਂ ਆਪਣੀ ਮਰਜ਼ੀ ਚਲਾਉਂਦੇ ਹੋ। ਹਾਂ ਸੰਵਿਧਾਨ ਕਿੱਥੇ ਹੈ? ਆਹ ਲੋਕਾਂ ਦੀ ਮਰਜ਼ੀ ਕਿੱਥੇ ਹੈ? ਲੋਕਤੰਤਰ ਕਿੱਥੇ ਹੈ? ਮਤਲਬ ਇਹ ਕੀ ਚੱਲਦਾ ਪਿਆ? ਸਹੀ ਗੱਲ। ਮਤਲਬ ਇੱਕ ਤਰ੍ਹਾਂ ਨਾਲ ਇਹ ਜਿੱਦਾਂ ਗਾਲਿਬ ਸਾਹਿਬ ਕਹਿੰਦੇ ਨੇ ਕਿ ਮੇਰੇ ਸਾਹਮਣੇ ਦਿਨ ਰਾਤ ਹਰ ਵੇਲੇ ਤਮਾਸ਼ਾ ਹੁੰਦਾ, ਇਹ ਤਮਾਸ਼ਾ ਨਹੀਂ ਚੱਲਦਾ, ਤਮਾਸ਼ਾ ਹੀ ਹੈ, ਇਹਦਾ ਕੋਈ ਅਰਥ ਨਹੀਂ ਹੈ। ਹਾਂ ਸੋ ਇਹਨਾਂ ਨੂੰ ਚਾਹੀਦਾ ਨਾ ਜਿਹੜਾ ਮੁੱਖ ਮੰਤਰੀ ਹੈ ਨਾ ਉਹ ਲੋਕਾਂ ਦੀ ਰਾਏ ਨਾਲ ਜੋ ਚਾਹੁੰਦਾ ਜੋ ਵਿਧਾਨ ਸਭਾ 'ਚ ਡਿਸਕਸ ਹੁੰਦਾ ਉਹਦੇ ਅਕੋਰਡਿੰਗ ਉਹ ਕੋਈ ਕਾਨੂੰਨ ਬਣਾਉਂਦੇ ਆ ਜਾਂ ਉਹਦੇ ਉੱਤੇ ਕੋਈ ਸਹੂਲਤ ਦਿੰਦੇ ਆ, ਫਿਰ ਉਹ ਗਵਰਨਰ ਕੋਲ ਜਾਂਦੀ ਹੈ ਉਹ ਫਾਈਨਲ ਅਪਰੂਵਲ ਲਈ। ਇਸੇ ਤਰ੍ਹਾਂ ਜਿਹੜਾ ਪ੍ਰਧਾਨ ਮੰਤਰੀ ਆ ਜੋ ਮੰਤਰੀ ਮੰਡਲ ਬਣਾਉਂਦਾ, ਲੋਕ ਸਭਾ 'ਚ ਜੋ ਗੱਲ ਹੁੰਦੀ ਆ ਰਾਜ ਸਭਾ ਦੋਵਾਂ 'ਚ ਬਣ ਕੇ ਫਿਰ ਰਾਸ਼ਟਰਪਤੀ ਕੋਲ ਜਾਂਦੀ ਆ ਫਾਈਨਲ ਅਪਰੂਵਲ ਲਈ। ਅਤੇ ਇਹ ਫਾਈਨਲ ਅਪਰੂਵਲ 'ਤੇ ਜਾ ਕੇ ਕਾਂਟਾ ਮਾਰ ਦਿੰਦੇ ਅਤੇ ਫਿਰ ਕੀ ਰਹਿ ਗਿਆ? ਜਿਹੜੀਆਂ ਮੰਤਰੀ ਮੰਡਲ ਦੀਆਂ ਬੈਠਕਾਂ ਆਈਆਂ ਜਿਸ 'ਚ ਪੋਰਟਫੋਲੀਓ ਦੇ ਇੰਚਾਰਜ ਜਿਹੜੇ ਮੰਤਰੀ ਆ ਪ੍ਰਪੋਜ਼ਲ ਰੱਖਦੇ ਆ ਵੀ ਆਹ ਲੋਕਾਂ ਨੂੰ ਚਾਹੀਦਾ ਗਾ, ਕਿਉਂਕਿ ਉਹਨਾਂ ਨੂੰ ਪਤਾ ਉਹ ਪਿੰਡ 'ਚ ਬੈਠੇ ਆ, ਪਿੰਡ 'ਚ ਆਉਂਦਾ ਜਿਹੜਾ ਵੀ ਆਇਆ ਬੰਦਾ ਮੰਤਰੀ ਆਇਆ ਉਹਨੂੰ ਸਰਪੰਚ ਨੇ ਲੋਕਾਂ ਨੇ ਕਹਿਣਾ ਕਿ ਵੇਖੋ ਜੀ ਸਾਡੇ ਪਾਸੇ ਆ ਜੋ ਆਹ ਗੱਲ ਨਹੀਂ ਹੈਗੀ, ਐਜੂਕੇਸ਼ਨ ਦੀ ਗੱਲ ਕਰਨੀ ਉਹਨਾਂ ਨੇ, ਸੜਕਾਂ ਦੀ ਗੱਲ ਕਰਨੀ ਉਹਨਾਂ ਨੇ, ਨਾਲੀਆਂ ਦੀ ਗੱਲ ਕਰਨੀ ਆ, ਮੰਤਰੀ ਨੇ ਗੱਲ ਕਰਨਗੇ, ਗਵਰਨਰ ਸਾਹਿਬ ਨਾਲ ਤਾਂ ਨਹੀਂ ਕਰਨਗੇ ਜਾ ਕੇ। ਹੁਣ ਫੇਸ ਟੂ ਫੇਸ ਕੌਣ ਵੇਖ ਰਿਹਾ? ਮੰਤਰੀ। ਅਤੇ ਮੰਤਰੀ ਤੋਂ ਬਾਅਦ ਕੌਣ ਵੇਖ ਰਿਹਾ? ਮੁੱਖ ਮੰਤਰੀ। ਅਤੇ ਉਦੋਂ ਬਾਅਦ ਜਿਹੜੀ ਫਾਈਨਲ ਗੱਲ ਦਿੱਲੀ ਚੰਡੀਗੜ੍ਹ ਜਾ ਕੇ ਹੋਣੀ ਆ ਉਹ ਗਵਰਨਰ ਸਾਹਿਬ ਆ। ਇਹ ਤਿੰਨਾਂ ਦੇ ਵਿੱਚ ਹੀ ਆ ਕੇ ਉਹ ਜਿਹੜਾ ਰੇੜਕਾ ਪੈ ਜਾਂਦਾ, ਉਹ ਰੇੜਕਾ ਉੱਥੇ ਦਾ ਉੱਥੇ ਪੈਂਦਾ ਅਤੇ ਲੋਕ ਵਿਚਾਰੇ ਡੀਕਦੇ ਨੇ ਤੇ ਮੂੰਹ ਚੁੱਕ ਕੇ ਵੀ ਇਹ ਕਦੋਂ ਕਾਨੂੰਨ ਬਣਨਾ, ਇੰਪਲੀਮੈਂਟ ਹੋਇਆ ਨਹੀਂ ਅਜੇ ਤੱਕ। ਉਹ ਫਿਰ ਉੱਥੇ ਹੀ ਜਿਹੜਾ ਆਸਾਂ 'ਤੇ ਬੂਰ ਨਹੀਂ ਪੈਂਦਾ ਅਤੇ ਸਾਰਾ ਪਾਣੀ ਹੋ ਜਾਂਦਾ। ਵਿਚਾਰ ਵਟਾਂਦਰਾ ਕਰੋ, ਆਹ ਡਾਇਲੋਗ ਰਚੋ, ਸੰਵਾਦ ਰਚੋ, ਜਿਵੇਂ ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ, ਤਾਂ ਉਹ ਡਾਇਲੋਗ ਦੇ ਵਿੱਚੋਂ ਹੀ ਹਰ ਸੰਕਟ ਦਾ ਹੱਲ ਸੋਲਿਊਸ਼ਨ ਨਿਕਲਦਾ ਹੁੰਦਾ ਹੈ। ਇਦਾਂ ਸੋਲਿਊਸ਼ਨ ਨਹੀਂ ਨਿਕਲਨੇ, ਇਦਾਂ ਦੇ ਹੋਰ ਮਾਮਲੇ ਉਲਝਣ ਦੇ। ਇਹ ਤਾਂ ਕਸਮ ਕੱਸਾ ਰੌਲਾ ਹੀ ਆ, ਇਹਦੇ ਵਿੱਚ ਰੌਲੇ ਚੋਂ ਨਹੀਂ ਕੁਝ ਨਿਕਲਿਆ। ਇਹ ਉਲਝਣ ਲੱਗੇ ਮਾਮਲੇ ਤੇ ਫਿਰ ਸਟੇਟ ਦੇ ਲੋਕਾਂ ਨੂੰ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਔਰ ਕੰਮ ਸਲੋ ਹੋ ਸਕਦੇ ਨੇ। ਹਾਂ ਸਲੋ ਹੀ ਅੱਗੇ ਜੀ। ਆਪਾਂ ਅੱਗੇ ਤੁਰੀਏ ਹੁਣ। ਅੱਗੇ ਇਹ ਹੈ ਜੀ ਕਿ ਮੋਹਾਲੀ ਚੰਡੀਗੜ੍ਹ ਦੀ ਸਾਂਝੀ ਹੋਂਦ ਤੇ ਕਿਸਾਨ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਜਾਰੀ, ਸੁਰੱਖਿਆ ਹੋਰ ਵਧਾਈ ਗਈ ਹੈ। ਇਹ ਅੱਜ 9-10 ਦਿਨ ਹੋ ਗਏ ਚੱਲਦੇ ਨੂੰ ਮੋਰਚੇ ਨੂੰ, ਜਿਸ 'ਚ ਜਗਤਾਰ ਸਿੰਘ ਹਾਵਰਾ ਔਰ ਉਹਦੇ ਵਿੱਚ ਕਿਸਾਨ ਜਥੇਬੰਦੀਆਂ, ਸੰਘਰਸ਼ ਕਮੇਟੀ ਔਰ ਇਹ ਕੰਬਾਈਨਡ ਹੋ ਕੇ ਇਕੱਠੇ ਆਏ ਆ। ਟਕੈਤ ਸਾਹਿਬ ਤੋਂ ਵੀ ਇੱਥੋਂ ਹੁਕਮ ਆ ਗਿਆ, ਰਕੇਸ਼ ਟਕੈਤ ਜੀ ਉਹ ਵੀ ਇਕੱਠੇ ਆਏ। ਐਤਕੀ ਇਹ ਜਿਹੜਾ ਲੜ ਰਿਹਾ ਹੈ ਬਿਲਕੁਲ ਏਕਤਾ ਨਾਲ ਹੈਗਾ ਔਰ ਉਹਦੇ ਵਿੱਚ ਨਾ ਤਾਂ ਪੰਜਾਬ ਗੌਰਮੈਂਟ ਨੇ ਅਜੇ ਤੱਕ ਕੋਈ ਕੀਤਾ, ਨਾ ਇਹਨਾਂ ਨੂੰ ਬੁਲਾਇਆ ਔਰ ਕੌਣ ਪਿਸ ਰਿਹਾ ਇਹਦੇ ਵਿੱਚ ਆਵਾਜਾਈ 'ਚ ਜਿਹੜੇ ਲੋਕ ਆ ਜਾ ਰਹੇ ਆ। ਇਹ ਮੋਹਾਲੀ ਔਰ ਚੰਡੀਗੜ੍ਹ ਦੀ ਸਰਹੱਦ ਦੋਵਾਂ ਦੀ ਜਿਹੜੀ ਐਂਟਰੀ ਆ ਉਹਦੇ ਉੱਤੇ ਇਹਨਾਂ ਨੇ ਮੋਰਚਾ ਲਾਇਆ ਔਰ ਇਹ ਵੱਧਦੇ ਜਾ ਰਹੇ ਉੱਧਰ ਨੂੰ ਜਿੱਧਰ ਸੈਕਟਰੀਏਟ ਆ ਵਿਧਾਨ ਸਭਾ ਵਾਲੇ ਪਾਸੇ ਨੂੰ। ਔਰ ਜੇ ਇੱਕ ਦਿਨ ਉੱਤੇ ਪਹੁੰਚ ਗਏ ਉਹ ਆਂਦੇ ਅਸੀਂ ਤਾਂ ਉਹ ਬਣਤਰ ਬਣਾਉਣੀ ਆ ਇਸ ਅੰਦੋਲਨ ਦੀ ਜੋ ਦਿੱਲੀ ਵਿੱਚ ਸੀਗਾ, ਜੋ ਸਿੰਘੂ ਬਾਰਡਰ ਤੇ ਆਲੇ ਦੁਆਲੇ 'ਚ ਹੁੰਦਾ ਸੀ ਉੱਥੇ, ਉਸੇ ਤਰ੍ਹਾਂ ਦਾ ਅਸੀਂ ਇਹਨੂੰ ਫਿਰ ਸ਼ਕਲ ਦੇਵਾਂਗੇ ਤਾਂ ਕਿ ਸਰਕਾਰ ਨੂੰ ਪਤਾ ਲੱਗ ਜੇ ਕਿ ਹੁਣ ਇਹ ਮੰਗਦੇ ਕੀ ਹੈਗੇ। ਕਿਉਂਕਿ ਜਿਹੜੀ ਲੋਕਲ ਜਾਂ ਜਿਹੜੀ ਆਪਣੀ ਸੂਬਾ ਸਰਕਾਰ ਹੁੰਦੀ ਆ ਇਹਨਾਂ ਨੂੰ ਜ਼ਿਆਦਾ ਪਤਾ ਹੈਗਾ, ਇਹ ਦਖਲਅੰਦਾਜ਼ੀ ਕਰਨਗੇ ਅਤੇ ਕੇਂਦਰ ਨਾਲ ਗੱਲਬਾਤ ਵੀ ਹੋ ਸਕਦੀ ਹੈ। ਜਿਹੜੀਆਂ ਇਹਨਾਂ ਦੀਆਂ ਛੋਟੀਆਂ ਮੋਟੀਆਂ ਮੰਗਾਂ ਉਹਨਾਂ ਨੂੰ ਜੇ ਇੱਕ ਤਰੀਕੇ ਨਾਲ ਨਿਪਟਾਇਆ ਜਾਵੇ ਤਾਂ ਨਿਪਟਾਈਆਂ ਜਾ ਸਕਦੀਆਂ, ਜਾਂ ਇਹ ਮੁੱਖ ਮੰਤਰੀ ਸਾਹਿਬ ਕਹਿ ਦੇਣ ਕਿ ਬਾਕੀ ਇਹ ਬਰਖਾਸਤ ਕਰ ਦਿਓ ਸਾਰੇ, ਜਿਹੜੇ 10 ਬੰਦੇ ਤੁਸੀਂ ਆ ਜਾਓ ਮੇਰੇ ਕੋਲ ਕਿਸੇ ਦਿਨ, ਮੈਂ ਉਹਨਾਂ ਨਾਲ ਬਹਿ ਕੇ ਗੱਲ ਕਰ ਲੂੰ। ਹੁਣ 3000 ਬੰਦੇ ਨੇ ਜਾਂ 20000 ਬੰਦੇ ਨੇ ਤਾਂ ਇਕੱਠੀ ਆਵਾਜ਼ ਗੱਲ ਨਹੀਂ ਕਰਨੀ, ਉਹ ਸਗੋਂ ਜ਼ਿਆਦਾ ਰੌਲਾ ਪਊਗਾ, ਉਸ 'ਚ ਕੋਈ ਗੱਲਬਾਤ ਦਾ ਨਹੀਂ ਹੈਗਾ। ਅੱਗੇ ਵੀ ਜਦੋਂ ਮਨਮਰਤਨ ਰੱਖਿਆ ਸੀਗਾ ਅਤੇ ਜਿਹੜੇ ਇੱਥੋਂ ਦੇ ਪੰਚਾਇਤ ਮੰਤਰੀ ਸੀ ਉਹ ਆਪ ਖੁਦ ਆਏ ਤਾਂ ਉਹਨਾਂ ਨੂੰ ਉਗਰਾਹ ਸਾਹਿਬ ਨੂੰ ਉਠਾ ਕੇ ਉਹਨਾਂ ਨੇ ਰਾਤੋਂ ਰਾਤ ਹੀ ਸਾਰਾ ਮਸਲਾ ਖਤਮ ਕਰ ਦਿੱਤਾ। ਹੁਣ ਇੱਕ ਪਾਸੇ ਲੋਕਾਂ ਦੇ ਜਿਹੜੇ ਕੰਮ ਆ
ਖੇਤੀਬਾੜੀ ਦੇ ਕੰਮ ਆ ਉਹ ਵੀ 'ਚ ਵਿਘਨ ਪੈ ਰਿਹਾ, ਉਹ ਵੀ ਨਹੀਂ ਉਹਨਾਂ ਦੇ ਹੋ ਰਹੇ। ਦੂਜੇ ਪਾਸੇ ਆਵਾਜਾਈ ਨੂੰ, ਲੋਕਾਂ ਨੂੰ ਆਵਾਜਾਈ ਉਹ ਖਤਮ ਆ। ਤੀਜੇ ਪਾਸੇ ਰੇਲ ਗੱਡੀਆਂ ਵੀ ਰੋਕੀਆਂ ਨੇ ਕਈ ਵਾਰੀ, ਉਹ ਵੀ ਹੈ। ਔਰ ਪੰਜਾਬ ਵਿਚਾਰਾ ਉਸੇ ਤਰ੍ਹਾਂ ਫਿਰ ਤੜਫਦਾ ਰਹਿ ਜਾਂਦਾ ਲੋਕ ਵੀ ਅਸੀਂ ਕੀ ਕਰੀਏ। ਕਿਸਾਨਾਂ ਦੀ ਸਹੂਲਤਾਂ ਜਿਹੜੀਆਂ ਬਿਲਕੁਲ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ, ਉਹਨਾਂ ਦਾ ਬੇਸਿਕ ਰਾਈਟ ਆ, ਜੋ ਕੁਝ ਪੈਂਡਿੰਗ ਸੀ ਉਹੀ ਮੰਗ ਰਹੇ ਵਿਚਾਰੇ, ਜੋ ਹੋਰ ਕੋਈ ਨਵੀਂ ਤਾਂ ਉਹਨਾਂ ਨੇ ਡਿਮਾਂਡ ਕੀਤੀ ਨਹੀਂ। ਹੁਣ ਜੇ ਉਹਨਾਂ ਨੇ MSP ਦੀ ਗੱਲ ਕੀਤੀ ਹੈ ਤਾਂ ਕਿਉਂ ਨਹੀਂ ਦਖਲਅੰਦਾਜ਼ੀ ਕਰ ਰਹੇ? ਪਹਿਲਾਂ ਤਾਂ ਭਗਵੰਤ ਮਾਨ ਜੀ ਨੇ ਕਹਿਤਾ ਹੈ ਕਿ ਜਿੰਨੀ ਅਸੀਂ ਮੂੰਗੀ ਆ, ਜਿੰਨੀਆਂ ਦਾਲਾਂ ਵਾ, ਇਹਨਾਂ ਦੀ MSP ਅਸੀਂ ਦੇ ਦਿੰਦੇ ਹਾਂ, ਕੋਈ ਅਸੀਂ ਕੋਲੋਂ ਦੇ ਦਾਂਗੇ, ਕੋਈ ਸੈਂਟਰ ਦੇ ਦੂਗਾ। ਉਹ ਫਿਰ ਉੱਥੇ ਦਾ ਉੱਥੇ ਮਾਮਲਾ ਹੋ ਗਿਆ। ਜੋ ਮੰਡੀਕਰਨ ਆ, ਜੋ ਮਾਰਕੀਟਿੰਗ ਆ, ਜੋ ਫਸਲਾਂ ਦੀ, ਉਹਨੂੰ ਤਾਂ ਸੰਭਾਲੇ, ਉਹਨਾਂ ਦਾ ਕੰਮ ਕਰੇ, ਆਪ ਦਖਲਅੰਦਾਜ਼ੀ ਕਰੇ। ਹੁਣ ਇਹਨਾਂ ਨੇ PAU ਜਿਹੜੇ ਸਾਇੰਟਿਸਟ ਆ ਜਾਂ ਵਾਈਸ ਚਾਂਸਲਰ, ਉਹਨਾਂ ਨਾਲ ਗੱਲਬਾਤ ਕੀਤੀ ਆ। PAU ਤਾਂ ਲੋਕਾਂ ਨੂੰ ਦੱਸ ਚੁੱਕੀ ਵੀ ਆਹ ਫਸਲਾਂ ਬੀਜੋ, ਆਹ ਫਸਲੀ ਚੱਕਰ ਬਣਾਓ, ਆਹ ਕਰੋ। ਅਤੇ ਵੇਚਣਾ ਤਾਂ ਫਿਰ ਵੀ ਸਰਕਾਰ ਦੇ ਕੋਲ ਹੀ ਆ ਨਾ, ਉਹ ਤਾਂ PAU ਨੇ ਨਹੀਂ ਨਾ ਵੇਚਣਾ। ਇਹ ਸਾਰਾ ਕੁਝ ਪਾ ਲਾ ਕੇ ਇੱਕ 9 ਦਿਨ ਤੱਕ ਅੱਗੇ ਹੋ ਗਿਆ, ਅਤੇ ਉਦੋਂ ਬਾਅਦ ਹੋਰ 10ਵੇਂ 12ਵੇਂ ਦਿਨ ਤੱਕ ਚਲੇ ਗਿਆ। ਅੱਗੇ ਸਰਦੀ ਅੰਤਾਂ ਦੀ ਰਹੀ ਆ, ਉਹਦੇ 'ਚ ਵੀ ਵਿਚਾਰੇ ਕਈ ਵਿਚਾਰੇ ਬਿਮਾਰ ਹੋ ਗਏ ਆ, ਜਿੰਨੇ ਕਿਸਾਨ ਸੀਗੇ। ਹੁਣ ਇਹ ਜਦੋਂ ਤਾਂ ਇਹਨਾਂ ਦਾ ਅੰਦੋਲਨ ਚੱਲ ਰਿਹਾ, ਇਹਨੂੰ ਲਮਕਾਈ ਜਾਂਦੇ ਆ। ਉਹਨੂੰ ਆਪਾਂ ਗਵਰਨਰ ਸਾਹਿਬ ਦੀ ਗੱਲ ਕਰਦੇ ਜਾਂ ਮੁੱਖ ਮੰਤਰੀ ਦੀ ਗੱਲ ਕਰਦੇ, ਉਹਨਾਂ ਦੋਵੇਂ ਵਿੱਚ ਨਹੀਂ ਆਉਂਦੇ, ਦੋਵੇਂ ਇਹ ਵੇਲੇ ਪਾਸੇ ਹਟ ਜਾਂਦੇ। ਇੱਦਾਂ ਲਮਕਾ ਦਿਓ, ਮਾਮਲਾ ਲਮਕਾ ਦਿਓ, 6 ਮਹੀਨੇ ਵਾਸਤੇ, 3 ਮਹੀਨੇ ਵਾਸਤੇ ਇਹਦਾ ਸਮਾਂ ਹੋਰ ਬੀਤ ਜਾਏਗਾ, ਉਹ ਮਾਮਲਾ ਹੋਰ ਪੇਚੀਦਾ ਹੋ ਜਾਏਗਾ। ਪੇਚੀਦਾ, ਕਿਉਂਕਿ ਕਿੰਨੀਆਂ ਪੰਜਾਬ ਦੀਆਂ ਸਮੱਸਿਆਵਾਂ, ਮਾਮਲੇ ਲਮਕਦੇ ਗਏ, ਇੱਥੇ ਤੱਕ ਆ ਗਏ ਨੇ। ਔਰ ਹੁਣ ਇਹ ਵੀ ਆਵਾਜ਼ ਉੱਠਦੀ ਪਈ ਹੈ ਕਿ ਪੰਜਾਬ ਤੇ ਹਰਿਆਣਾ ਦੀ ਤਾਂ ਆਪਸ ਦੇ ਵਿੱਚ ਗੱਲਬਾਤ ਚੱਲਦੀ ਹੈ ਚੰਡੀਗੜ੍ਹ ਨੂੰ ਲੈ ਕੇ। ਉਧਰੋਂ ਹਿਮਾਚਲ ਵੱਲੋਂ ਵੀ ਆਵਾਜ਼ ਆਣੀ ਸ਼ੁਰੂ ਹੋ ਗਈ ਹੈ ਚੰਡੀਗੜ੍ਹ ਨੂੰ ਲੈ ਕੇ। ਇੱਕ ਹੋਰ ਮੰਗ ਆਣੀ ਸ਼ੁਰੂ ਹੋ ਗਈ ਤਾਂ ਕਿ ਵਿਚਾਰਾ ਚੰਡੀਗੜ੍ਹ ਕਿੱਡਾ ਕੁ ਹੈਗਾ। ਚੰਡੀਗੜ੍ਹ ਇੱਦਾਂ ਤਾਂ ਨਹੀਂ ਹੈਗਾ ਵੀ ਕੈਲੀਫੋਰਨੀਆ ਬਹੁਤ ਵੱਡਾ ਵਾ, ਉਹਨੂੰ ਉੱਥੇ ਬਣਾਉਣ 'ਚ ਤਾਂ ਵੰਡਣ 'ਚ 3 ਆ ਗਏ। ਪਹਿਲਾਂ ਵਿਧਾਨ ਸਭਾ ਹਰਿਆਣਾ ਦਾ ਮੈਂ ਬਣਾਉਣੀ ਹੈ, ਪੰਜਾਬ ਨੇ ਕਿਹਾ ਮੈਂ ਵੱਖਰੀ ਬਣਾਉਣੀ ਆ। ਹਾਈ ਕੋਰਟ ਅੱਗੇ ਦੋਨਾਂ ਨੇ ਵੰਡੀ ਆ, ਹਾਈ ਕੋਰਟ ਹਰਿਆਣਾ ਤੇ ਪੰਜਾਬ ਦੀ ਆ। ਫਿਰ ਹਿਮਾਚਲ ਆ ਗਿਆ, ਉੱਥੇ ਕੀ ਹੋਊਗਾ? ਇੱਥੋਂ ਤੱਕ ਕਿ ਇੱਕ ਹੋਰ ਗੱਲ ਹੈਗੀ, ਚੰਡੀਗੜ੍ਹ ਤੋਂ, ਜਲੰਧਰ ਤੋਂ ਅਤੇ ਇੱਧਰ ਨੂੰ ਕੋਈ ਅਜੇ ਤੱਕ ਨਾ ਟਰੈਕ ਨਹੀਂ ਬਣਾ ਸਕੇ। ਚੰਡੀਗੜ੍ਹ ਨੂੰ ਲੋਕ ਜਾਂਦੇ ਆ, ਕੈਪੀਟਲ ਹੈਗੀ ਆ, ਉਹ ਰੇਲਵੇ ਟਰੈਕ ਹੀ ਹੈ ਨਹੀਂ, ਵਾਇਆ ਲੁਧਿਆਣਾ ਹੀ ਆ। ਜਦੋਂ ਕਿ ਲੋਕ ਵਿਚਾਰੇ ਇੰਨਾ ਜਾਂਦੇ ਉੱਥੇ, ਕਿੰਨੇ ਕੇਸ ਹੈਗਾ ਹਾਈ ਕੋਰਟ 'ਚ, ਕਿੰਨੇ ਮਾਮਲੇ ਲਟਕ ਰਹੇ ਆ, ਉਹ ਪੂਰੇ ਨਹੀਂ ਕਰਦੇ ਅਤੇ ਉਹਦੀ ਵੰਡ ਵੰਡਾਈ ਵਾਲੇ ਪਾਸੇ ਬੈਠੇ ਰਹਿੰਦੇ ਆ, ਹੈ ਨਾ। ਉੱਥੇ ਜਿਹੜੇ ਲੋਕ ਤਾਂ ਬੈਠੇ ਆ, ਬਿਲਕੁਲ ਉਹਦੇ ਵਿੱਚ ਜਿਹੜਾ ਡਿਸੀਜਨ ਲੈਣਾ ਸੀ ਖੰਨਾ ਜੀ, ਉਹ ਤਾਂ ਲੈ ਲਿਆ ਇਹਨਾਂ ਨੇ, ਸੈਂਟਰ ਨੇ। ਇੱਕ ਤਾਂ ਪੰਜਾਬ ਯੂਨੀਵਰਸਿਟੀ ਦਾ ਰੌਲਾ ਸੀ, ਉਸ ਕੇਂਦਰ ਵਾਲੇ ਪਾਸੇ ਝੁਕਾਅ ਹੋ ਗਿਆ। ਨੰਬਰ 2, ਜਿੰਨੇ EMPLOYEE ਸੀ ਉਹਨਾਂ ਨੂੰ DA ਉੱਧਰ ਦਾ, ਸੈਲਰੀ ਉੱਧਰ ਦੀ, ਅਤੇ ਸੈਂਟਰ ਦੀ, ਅਤੇ ਜਿਹੜੀ ਉਹਨਾਂ ਦੀ ਰਿਟਾਇਰਮੈਂਟ ਏਜ ਆ ਉਹ ਉਹਨਾਂ ਨੇ ਕਰਤੀ 60 ਸਾਲ। ਉਹੀ ਉਹ ਤਾਂ ਬੈਨੀਫਿਟ ਚਲੇ ਗਏ ਲੋਕ, ਉਹ ਇੱਕ ਵਾਰੀ ਡਿਕਲੇਅਰ ਹੋ ਗਿਆ ਸਾਰਾ। ਅਮਿਤ ਸ਼ਾਹ ਜੀ ਇੱਥੇ ਆਏ ਸੀ, ਉਦੋਂ ਕਰਕੇ ਗਏ। ਅਤੇ ਹੁਣ ਆਹ ਮਾਮਲਾ ਜਿਹੜਾ ਹਿਮਾਚਲ ਦਾ ਨਵਾਂ ਸੁਣ ਲਿਆ, ਨਵੀਂ ਗੱਲ ਹੋ ਰਹੀ ਆ। ਔਰ ਤੁਸੀਂ ਦੇਖੋ, ਕੋਈ ਵੀ ਮਸਲਾ ਇੱਕ ਬਿਮਾਰੀ ਵਾਕਣ ਹੈ। ਜੇ ਬਿਮਾਰੀ ਦਾ ਸਮੇਂ 'ਤੇ ਇਲਾਜ ਨਹੀਂ ਹੋਏਗਾ, ਬਿਮਾਰੀ ਵਧੇਗੀ ਔਰ ਉਹ ਪੂਰੇ ਸਰੀਰ ਦੇ ਵਾਸਤੇ ਘਾਤਕ ਸਿੱਧ ਹੋ ਸਕਦੀ ਹੈ। ਸੋ ਇਹ ਜਿਹੜੇ ਮਾਮਲੇ ਨੇ ਸ਼ੁਰੂ ਤੋਂ ਲਟਕਾਏ ਹੋਏ ਨੇ, ਆਪਣੀ ਸਿਆਸਤ ਨੂੰ ਚਮਕਾਉਣ ਵਾਸਤੇ, ਆਪਣੀ ਸਿਆਸਤ ਨੂੰ ਕਾਇਮ ਰੱਖਣ ਵਾਸਤੇ। ਔਰ ਇਹ ਮਸਲੇ ਅੱਜ ਇੰਨਾ ਭਿਆਨਕ ਰੂਪ ਧਾਰਨ ਕਰ ਚੁੱਕੇ ਨੇ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਸਿਆਸਤ ਦੇ ਵਿੱਚ ਆਉਣੀ ਹੈ, ਉਹਨਾਂ ਵਾਸਤੇ ਇਹ ਬੜੇ ਪੇਚੀਦਾ ਮਾਮਲੇ ਹੋ ਸਕਦੇ ਨੇ। ਇਸ ਕਰਕੇ ਹੁਣ ਵੀ ਸਮੇਂ ਰਹਿੰਦੇ ਇਹ ਮਾਮਲੇ ਨਿਪਟਾ ਲਈਏ, ਆਪਸ ਦੀ ਰਾਜਨੀਤੀ ਨੂੰ ਛੱਡ ਕੇ ਲੋਕਾਂ ਦੇ ਸੂਬੇ ਦੇ ਭਲੇ ਲਈ ਇਹ ਮਾਮਲੇ ਨਿਪਟਾ ਲਈਏ। ਇਹ ਰਾਜਨੀਤੀ ਖੇਡਦੇ ਰਵਾਂਗੇ ਨਾ, ਤਾਂ ਇੱਕ ਦਿਨ ਇਹ ਸਾਰੀਆਂ ਸਮੱਸਿਆਵਾਂ ਸਾਡੇ ਉੱਤੇ ਇੰਨੀਆਂ ਭਾਰੀ ਹੋ ਜਾਣਗੀਆਂ ਕਿ ਅਸੀਂ ਕੋਈ ਹੋਰ ਗੱਲ ਸੋਚਣ ਦੇ ਕਾਬਿਲ ਨਹੀਂ ਰਹਿ ਜਾਵਾਂਗੇ, ਅਸੀਂ ਵਿਕਾਸ ਬਾਰੇ ਸੋਚਣ ਦੇ ਕਾਬਿਲ ਨਹੀਂ ਰਹਿ ਜਾਵਾਂਗੇ, ਅਸੀਂ ਇਹ ਮਾਮਲਿਆਂ ਦੇ ਵਿੱਚ ਹੀ ਉਲਝੇ ਰਵਾਂਗੇ। ਇਹ ਸਿਆਸਤ ਤੋਂ ਬਾਹਰ ਨਿਕਲ ਕੇ, ਇਹ ਸੌੜੀ ਸੋਚ ਤੋਂ ਬਾਹਰ ਨਿਕਲ ਕੇ, ਤੁਹਾਡਾ ਵੱਡਾ ਦਿਲ, ਵੱਡਾ ਜਿਗਰਾ, ਵੱਡੀ ਸੋਚ, ਵੱਡਾ ਦਿਮਾਗ, ਵੱਡੀ ਸਮਝ ਕਰਕੇ ਅਸੀਂ ਇਹਨਾਂ ਮਸਲਿਆਂ ਨੂੰ ਨਜਿੱਠੀਏ ਤੇ ਦੇਸ਼ ਨੂੰ ਤੇ ਸੂਬੇ ਨੂੰ ਅੱਗੇ ਵਧਾਈਏ। ਇੱਕ ਮਾਮਲੇ ਵਾਲੇ ਪਾਸੇ ਨਹੀਂ ਜਾਂਦੇ ਕਿ ਜਿਹਦੇ ਵਿੱਚ ਜਾਂਦੇ ਵੀ ਅਸੀਂ ਕੋਈ ਤਰੱਕੀ ਕਰੀਏ, ਕੋਈ ਵਿਕਾਸ ਕਰੀਏ। ਕਦੋਂ 1947 ਤੋਂ ਲੈ ਕੇ, ਹੈ ਨਾ, ਇੰਡੀਆ ਬਣਿਆ, ਪਾਕਿਸਤਾਨ ਬਣਿਆ, ਵੰਡ ਵੰਡਾਈ ਹੋ ਗਈ, ਜ਼ਮੀਨਾਂ ਵੰਡੀਆਂ ਗਈਆਂ, ਸਾਰੇ ਖਿੱਤੇ ਵੰਡੇ ਗਏ। ਅਜੇ ਤੱਕ ਇਹਨਾਂ ਕੋਈ ਚੰਡੀਗੜ੍ਹ ਵਾਲਾ ਮਾਮਲਾ ਅਜੇ ਤੱਕ ਨਹੀਂ ਵੰਡਿਆ ਗਿਆ। ਇੱਥੇ ਅੰਗਰੇਜ਼ ਤਾਂ ਨਹੀਂ ਬੈਠੇ ਕਿ ਅੰਗਰੇਜ਼ਾਂ ਨੇ ਕਹਿਤਾ ਕਿ ਬ੍ਰਿਟਿਸ਼ ਜਿਹੜੀ ਰੂਲਿੰਗ ਪਾਰਟੀ ਆ ਉਹ ਨਹੀਂ ਸਾਡਾ ਕਿਸੇ ਪਾਸੇ ਲੱਗਣ ਦਿੰਦੀ। ਕੇਂਦਰ ਨੇ ਜਾਂ ਡਿਸਾਈਡ ਕਰਨਾ, ਜਾਂ ਸੈਂਟਰ ਜਿਹੜੀਆਂ ਸਾਡੀਆਂ ਸੂਬਾ ਸਰਕਾਰਾਂ ਨੇ ਤਿੰਨੇ, ਜਿਹਦੇ ਵਿੱਚ ਹੁਣ ਹਿਮਾਚਲ ਵੀ ਆ ਗਿਆ, ਹਰਿਆਣਾ ਅਤੇ ਪੰਜਾਬ, ਕਿਉਂ ਨਹੀਂ ਆਪੋ 'ਚ ਡਿਸਾਈਡ ਕਰਦੇ ਮਿਲ ਕੇ? ਜਦੋਂ ਪਾਣੀ ਦਾ ਮਸਲਾ ਜੇ ਜਿਉਂਦਾ ਤਿਉਂ ਹੀ ਆ। ਇਹ ਦੇਸ਼ ਕਾਹਦਾ ਆਜ਼ਾਦ ਹੋਇਆ ਜਦੋਂ ਵੰਡ ਵੰਡਾਈ ਖਤਮ ਨਹੀਂ ਹੋਈ? 2 ਭਰਾ ਜਦੋਂ ਵੱਡੇ ਹੁੰਦੇ ਵਿਆਹੇ ਜਾਂਦੇ ਆ, ਕਾਮਨ ਜਿਹੜਾ ਘਰ ਹੁੰਦਾ ਉਹਨੂੰ ਵੰਡਣਾ ਹੁੰਦਾ, ਉਹਦੇ ਵਿਚਾਲੇ ਮਾਂ ਪਿਓ ਜੀਂਦਾ ਹੁੰਦਾ ਵਾ, ਤਾਂ ਵਿਚਾਲੇ ਕੰਧ ਕੱਢ ਲਓ, ਅੱਧਾ ਥਾਂ ਵੰਡ ਲਓ, ਛੱਤਾਂ ਵੰਡ ਲਓ, ਸਾਰਾ ਕੁਝ ਵੰਡ ਕੇ ਜ਼ਮੀਨ ਵੰਡ ਲਓ, ਹੈ ਨਾ। ਬੱਚੇ ਤਾਂ ਆਪਣੇ ਵੰਡੇ ਆ, ਉਹਨਾਂ ਦੇ ਜਿਹੜੇ ਬੱਚੇ ਆ, 2 ਭਰਾਵਾਂ ਦੇ, 3 ਭਰਾਵਾਂ ਦੇ, 5 ਦੇ ਆਪਣੇ ਵੰਡੇ ਗਏ। ਇਹਨਾਂ ਦਾ ਹੁਣ ਆਪਸੀ ਦੋਵਾਂ ਦਾ, ਪਾਕਿਸਤਾਨ ਦਾ ਅਤੇ ਇਹਦਾ ਵੀ ਰੌਲਾ ਰਿਹਾ। ਔਰ ਉਦੋਂ ਬਾਅਦ ਰਿਹਾ ਹਰਿਆਣੇ ਨਾਲ ਆਪਣਾ ਅਨਡਿਵਾਈਡਡ ਪੰਜਾਬ, ਅਤੇ ਹਰਿਆਣਾ ਪੰਜਾਬ ਹੀ ਸੀਗਾ। ਹੁਣ ਅਜੇ ਤੱਕ ਉਹਨਾਂ ਨੂੰ ਨਾ ਤਾਂ ਵਿਧਾਨ ਸਭਾ ਦਾ ਪਤਾ ਕਿੱਥੇ ਬਣਾਉਣੀ ਆ,
ਨਾ ਪਤਾ ਵੀ ਹਾਈ ਕੋਰਟ ਕਿਹਦੀ ਹੈ ਤੇ ਕਿਹਦੀ ਨਹੀਂ ਹੈਗੀ, ਹੈਗੇ ਨਹੀਂ। ਤੇ ਚੰਡੀਗੜ੍ਹ ਦੇ ਸੈਕਟਰ ਜਿਹੜੇ ਆ 17 ਸੈਕਟਰ ਮਾਰਕੀਟ ਆ ਉਹ ਕਿਹਦਾ ਹੈਗਾ, ਹੈ ਨਾ, ਰੋਜ਼ ਗਾਰਡਨ ਕਿਹਦਾ ਹੈਗਾ, ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ। ਤੇ ਸਾਡੇ ਕੋਲ ਕਿੰਨੇ 72 75 ਸਾਲ ਹੋ ਗਏ, ਅਜੇ ਤੱਕ ਇਹਨਾਂ ਨੂੰ ਉਹੀ ਨੀਂਦ ਨਹੀਂ ਇਹਨਾਂ ਦੀ ਸਾਰੀ ਜਾਗੀ। ਅਜੇ ਤੱਕ ਇਹ ਆਧਾ ਨੀਂਦ ਹੀ ਗੱਲਾਂ ਕਰੀ ਜਾਂਦੇ। ਕਿੰਨੀਆਂ ਸਰਕਾਰਾਂ ਆਈਆਂ, ਜਵਾਹਰ ਲਾਲ ਨਹਿਰੂ ਤੋਂ ਲੈ ਕੇ ਹੁਣ ਤੱਕ ਕਿੰਨੇ ਪ੍ਰਧਾਨ ਮੰਤਰੀ ਆ ਗਏ, ਕਿੰਨੇ ਮੁੱਖ ਮੰਤਰੀ ਆ ਗਏ, ਮਾਮਲਾ ਉੱਥੇ ਦਾ ਉੱਥੇ ਲਟਕ ਰਿਹਾ। ਗਰੀਬੀ ਦੂਰ ਕਰਦੇ ਪਏ ਉਦੋਂ ਦੀ, ਹਜੇ ਤੱਕ ਤਾਂ ਕਿਤੇ ਗਰੀਬੀ ਦੂਰ ਹੁੰਦੀ ਨਹੀਂ ਪਈ। ਰੋਜ਼ਗਾਰ ਸਭ ਨੂੰ ਮਿਲੇਗਾ, ਹਜੇ ਤੱਕ ਰੋਜ਼ਗਾਰ ਨਹੀਂ ਮਿਲਦਾ ਪਿਆ। ਸਿੱਖਿਆ ਸਭ ਨੂੰ ਮਿਲੇਗੀ, ਹਜੇ ਤੱਕ ਸਿੱਖਿਆ ਦਾ ਕੁਝ ਪਤਾ ਨਹੀਂ। ਸਿਹਤ ਸੁਵਿਧਾਵਾਂ ਦਾ ਕੁਝ ਪਤਾ ਨਹੀਂ। ਰੋਟੀ ਕੱਪੜਾ ਮਕਾਨ ਦਾ ਮਸਲਾ ਉੱਥੇ ਹੀ ਖੜਾ ਹੈ। ਹੋਰ ਕਈ ਮਸਲੇ, ਠੀਕ ਹੈ ਤਰੱਕੀ ਜ਼ਰੂਰ ਹੋਈ ਹੈ, ਪਰ ਉਹ ਤਰੱਕੀ ਕੁਝ ਇੱਕ ਮੁੱਠੀ ਪਰ ਲੋਕਾਂ ਦੇ ਹਿੱਸੇ ਆਈ ਹੈ, ਸਭ ਦੇ ਹਿੱਸੇ ਤਰੱਕੀ ਨਹੀਂ ਆਈ। ਔਰ ਭੁੱਖਮਰੀ ਦਾ ਇੰਡੈਕਸ ਬਹੁਤ ਵੱਧਦਾ ਪਿਆ, ਲੋਕ ਸੜਕਾਂ ਤੇ ਸੌਂਦੇ ਪਏ ਨੇ, ਇਹ ਹਾਲਤ ਹੋ ਚੁੱਕੀ ਹੈ। ਔਰ ਹਜੇ ਵੀ ਨਾ ਸਮਝੀਏ ਤੇ ਫਿਰ ਸਮਝਣਾ ਕਦੋਂ? ਸਮਝਣਾ ਇਹਨੇ ਪਰਸੋਂ ਮੁੜ ਕੇ। ਚਲੋ ਆਪਾਂ ਅੱਗੇ ਵਧੀਏ। ਅਗਲਾ ਮਸਲਾ ਇਹ ਹੈ ਬਲਕਾਰ ਜੀ ਕਿ ਬੁਲਡੋਜ਼ਰ ਹੇਠ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਜੇ ਦਬਾ ਦਿੱਤਾ ਜਾਵੇ, ਰਗੜ ਦਿੱਤਾ ਜਾਵੇ, ਮਸਲ ਦਿੱਤਾ ਜਾਵੇ, ਉਹਨਾਂ ਨਾਲੋਂ ਚੰਗਾ ਹੈ ਕਿ ਲੋਕਾਂ ਦੀ ਆਵਾਜ਼ ਸੁਣੀ ਜਾਵੇ। ਇਹ ਪ੍ਰਿਯੰਕਾ ਗਾਂਧੀ ਕਹਿ ਰਹੇ ਨੇ, ਇਹ ਕਾਂਗਰਸ ਆਈ ਵੱਲੋਂ ਗੱਲ ਆਈ ਹੈ ਜੀ। ਅਸਲ 'ਚ ਇੱਕ ਗੱਲ ਕਿੱਥੇ ਹੋਈ ਹੈ, ਜਿੱਥੇ JNK 'ਚ ਰੌਲਾ ਪੈ ਗਿਆ ਉੱਥੇ ਬੁਲਡੋਜ਼ਰ ਚੱਲਿਆ ਵੀ ਹੈ। ਔਰ ਉਹਦੇ ਵਿੱਚ ਜਿਹੜੀ ਜ਼ਮੀਨ ਲੋਕਾਂ ਨੇ ਕਬਜ਼ਾ ਮਾਰਿਆ ਸੀਗਾ, ਉਹ ਪਤਾ ਨਹੀਂ 3 ਲੱਖ ਏਕੜ ਤੋਂ ਵੀ ਉੱਪਰ ਆ, ਉਹ ਜ਼ਮੀਨ 'ਤੇ ਕਬਜ਼ਾ ਕਰਨ ਲਈ ਸਰਕਾਰ ਨੇ ਆਪਣੇ ਬੁਲਡੋਜ਼ਰ ਚਲਾਏ ਆ। ਔਰ ਇਹ ਆਪੋਜੀਸ਼ਨ ਹੈ, ਆਪੋਜੀਸ਼ਨ ਤਾਂ ਲੋਕਾਂ ਦੀ ਗੱਲ ਨੂੰ ਬੁਲੰਦ ਕਰੇਗੀ ਜਿਹੜੇ ਲੋਕਾਂ ਦੇ ਨਾਲ ਗਲਤ ਕੰਮ ਹੋ ਰਿਹਾ। ਇਹਨਾਂ ਨੇ ਕਹਿਤਾ ਕਿ ਇਹ ਮਸਲ ਨਾਲੋਂ, ਬੁਲਡੋਜ਼ਰ ਚਲਾਉਣ ਨਾਲੋਂ, ਸਾਰੀ ਤਬਾਹੀ ਕਰਨ ਨਾਲੋਂ ਉਹਨਾਂ ਨੂੰ ਬਿਠਾ ਕੇ ਕਿਉਂ ਨਹੀਂ ਗੱਲ ਕਰ ਲੈਂਦੇ? ਕੋਰਟ ਕਚਹਿਰੀ 'ਚ ਬੁਲਾ ਲਓ, ਉੱਥੇ ਆ ਕੇ ਉਹਨਾਂ ਨਾਲ ਗੱਲ ਕਰ ਲਓ ਵੀ ਤੁਸੀਂ ਆਹ ਕਬਜ਼ਾ ਕੀਤਾ ਹੈਗਾ, ਆਹ ਧਾਰਾ ਵਾ, ਅਸੀਂ ਤੁਹਾਡੇ ਨਾਲ ਇਹ ਕਰਨਾ ਚਾਹੁੰਦੇ ਹਾਂ। ਜੋ ਬਣਿਆ ਬਣਾਇਆ ਉਹਨੂੰ ਤੋੜਨਾ ਤਾਂ ਬੜੀ ਜ਼ਿਆਦਾ ਗੁਸਤਾਖੀ ਆ ਉਸ ਗੌਰਮੈਂਟ ਦੀ। ਔਰ ਵਿੱਚ ਬੱਚੇ ਬਹਿੰਦੇ ਆ, ਉਹਦੇ 'ਚ ਕੱਪੜੇ ਆ, ਉਹਨਾਂ ਦਾ ਖਾਣ ਪੀਣਾ, ਉਹਦੀਆਂ ਰਸੋਈਆਂ ਵਾ, ਬਰਤਨ ਟੁੱਟ ਜਾਂਦੇ, ਸਾਰਾ ਕੁਝ। ਕਿੱਥੋਂ ਰੋਟੀ ਖਾਣਗੇ, ਕਿੱਥੇ ਰਾਤ ਨੂੰ ਸੌਣਗੇ? ਜਿੱਦਾਂ ਲਤੀਫਪੁਰਾ ਜਲੰਧਰ 'ਚ ਵੀ ਹੋਇਆ, ਅਸੀਂ ਬਾਹਰ ਦੀ ਗੱਲ ਕੀ ਕਰਨੀ, ਪੰਜਾਬ 'ਚ ਵੀ ਹੋਇਆ। ਔਰ ਉਹ ਲੋਕ ਵਿਚਾਰੇ ਅਜੇ ਵੀ ਸੜਕਾਂ 'ਤੇ ਤੁਰੇ ਫਿਰਦੇ ਆ। ਫਿਰ ਇਹ ਕਹਿੰਦੇ ਐਜੀਟੇਸ਼ਨ ਕਰਦੇ, ਐਜੀਟੇਸ਼ਨ ਨਹੀਂ ਕਰਨਗੇ ਤਾਂ ਕੀ ਕਰਨਗੇ? 370 ਧਾਰਾ ਜਦੋਂ ਉਹਨਾਂ ਨੇ ਹਟਾਈ ਸੀ, ਉਹਦੇ ਵਿੱਚ ਇਹਨਾਂ ਨੇ ਕਹਿਤਾ ਸੀਗਾ ਕਿ ਉਹਦੇ 'ਚ JNK ਦੇ 2 ਜਿਹੜੇ ਆ UT ਬਣਾ ਦਿੱਤੇ ਜਾਣਗੇ, ਯੂਨੀਅਨ ਟੈਰੀਟਰੀ 'ਚ ਵੰਡਿਆ ਗਿਆ। ਔਰ ਉਹਦੇ ਵਿੱਚ ਇਹਨਾਂ ਨੇ ਵੰਡ ਕੇ ਇਹਨਾਂ ਨੇ ਕਹਿਤਾ ਹੈਗਾ ਕਿ ਇਹਦੇ ਵਿੱਚ ਹੁਣ ਜਿੰਨੇ ਵੀ ਲੋਕ ਬਾਹਰੋਂ ਆ ਕੇ ਇੱਥੇ ਆਪਣਾ ਪ੍ਰਾਪਰਟੀ ਬਣਾ ਸਕਦੇ ਆ, ਖਰੀਦ ਸਕਦੇ ਆ, ਵੇਚ ਸਕਦੇ ਆ, ਸਾਰਾ ਕੁਝ ਹੋਊਗਾ। ਔਰ ਉਹ ਤੋਂ ਬਾਅਦ ਜਿਹੜੇ ਲੋਕਾਂ ਨੇ ਵਿਚਾਰਿਆਂ ਨੇ ਘਰ ਬਣਾਏ ਆ, ਇੱਕ ਵਾਰੀ 1990 ਦੇ ਵਿੱਚ ਤੋੜ ਦਿੱਤੇ ਗਏ ਸੀਗੇ। ਇੱਕ ਮੁਸਲਿਮ ਕਮਿਊਨਿਟੀ ਨਾਲ ਇਹਨਾਂ ਦਾ, 2 ਕਮਿਊਨਿਟੀਆਂ ਦਾ ਆਪਸੀ ਇਖਤਲਾਫ ਹੋ ਗਿਆ ਸੀ, ਉਹਦੇ 'ਚ ਵੀ ਰੌਲਾ ਪਿਆ। ਉਹ ਵਿਚਾਰੇ ਉੱਥੋਂ ਸ਼ਿਫਟ ਕਰਕੇ ਆ ਗਏ। ਤੀਜਾ ਹੁਣ ਫਿਰ ਉਹੀ ਰੌਲਾ ਪੈ ਗਿਆ। ਇਹ 370 ਹਟਾਇਆ ਕਿ ਦੁਬਾਰਾ ਲਾਗੂ ਕਰ ਦਿੱਤਾ, ਉਸੇ ਤਰ੍ਹਾਂ ਦਾ ਮਸਲਾ ਹੋ ਗਿਆ। ਔਰ ਉਹਦੇ ਵਿੱਚ ਇਹ ਨਹੀਂ ਕਿ ਇਹਦੇ ਵਿੱਚ ਹੁਣ ਨਾਂ ਤਾਂ ਨਹੀਂ ਲਾ ਸਕਦੇ ਵੀ ਪਾਕਿਸਤਾਨ ਆ ਗਿਆ। ਲੜਾਈ ਤਾਂ ਇਹਨਾਂ ਦੀ ਫਿਰ ਆਪੋ ਵਿੱਚ ਹੀ ਹੈ। ਜਿਹੜੀ ਗੱਲ ਇਹਨਾਂ ਦੇ ਹੱਥੋਂ ਨਿਕਲ ਜਾਂਦਾ ਤੀਰ, ਉਹਨੂੰ ਕਹਿਣਗੇ ਪਾਕਿਸਤਾਨ ਆ ਗਿਆ। ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਰੋਕ ਲਿਆ, ਹੁਣ ਅਸੀਂ ਜਨਮਤ ਗ੍ਰਹਿ ਕਰਾਵਾਂਗੇ, ਅਸੀਂ ਕਹਾਂਗੇ ਪਾਕਿਸਤਾਨ ਨਾਲ ਰਲਣਾ ਜਾਂ ਸਾਡੇ ਨਾਲ ਰਲਣਾ। ਇਹ ਮਸਲਾ, ਤੁਹਾਡੀ ਗੱਲ ਸਹੀ ਆ ਕਿ ਚਾਹੁੰਦੇ ਨਹੀਂ ਕਿ ਮਸਲਾ ਹੱਲ ਹੋ ਜੇ ਜਾਂ ਸੋਲਵ ਹੋ ਜੇ ਅਤੇ ਲੋਕ ਇਹ 'ਚ ਸੁਖੀ ਰਹਿਣ। ਹੁਣ ਪ੍ਰਿਯੰਕਾ ਗਾਂਧੀ ਨੇ ਠੀਕ ਕਿਹਾ, ਉਹਨਾਂ ਕਿਹਾ ਕਿ ਇਹਦੇ ਨਾਲ ਜੋ ਸਾਰਿਆਂ ਨੂੰ ਬੁਲਡੋਜ਼ਰ ਨਾਲ ਤੈਸ਼ ਨੈਸ਼ ਕਰ ਰਹੇ ਆ, ਉਹਨਾਂ ਦੇ ਘਰ ਤਬਾਹ ਕਰ ਰਹੇ ਆ, ਜਿੱਥੇ ਜ਼ਮੀਨ ਪਈ ਸੀਗੀ, ਉਹਦਾ ਕੀ ਬਣੂਗਾ? ਔਰ ਉਹਦੇ ਵਿੱਚੋਂ ਇਲੈਕਸ਼ਨ ਵੀ ਆ ਰਹੀ ਆ, JNK ਦੀ ਇਲੈਕਸ਼ਨ ਵੀ ਆਉਣੀ ਆ। ਪਹਿਲਾਂ ਤਾਂ ਇਹਨਾਂ ਨੂੰ ਰੋਕ ਲਾਤੀ ਸੀ ਉਹਦੇ ਵਿੱਚ, ਉਹ ਰੋਕ ਲੱਗਣ ਤੋਂ ਬਾਅਦ ਫਿਰ ਉਹਨਾਂ ਨੇ ਹੁਣ ਸੁਪਰੀਮ ਕੋਰਟ ਨੇ ਦੇ ਦਿੱਤੇ ਹੱਕ ਕਿ ਇਲੈਕਸ਼ਨ ਵਿਲ ਬੀ ਡਿਕਲੇਅਰਡ, ਉਹ ਥੋੜ੍ਹੇ ਦਿਨਾਂ ਤੱਕ ਹੋ ਜਾਣੀ ਆ। ਹੁਣ ਇਸੇ ਕਰਕੇ ਆ ਕਿ ਜਿਹੜੇ ਲੋਕਾਂ ਦੇ ਘਰ ਤੋੜ ਦਿੱਤੇ ਆ, ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਮਾਰ ਲਿਆ, ਹੁਣ ਉਹ ਕਿਹਨੂੰ ਵੋਟ ਪਾਉਣਗੇ? ਉਹਨੂੰ ਤਾਂ ਨਹੀਂ ਪਾਉਣਗੇ ਜਿਨ੍ਹਾਂ ਨੇ ਉਹਨਾਂ ਦੇ ਘਰ ਤਬਾਹ ਕਰਤੇ ਆ, ਜਿਨ੍ਹਾਂ ਦੇ ਕਬਜ਼ੇ ਲੈ ਲਈਆਂ, ਜਿਸ 'ਚ ਜ਼ਮੀਨਾਂ 'ਚ ਫਸਲਾਂ ਉਗਦੀਆਂ ਸੀਗੀਆਂ, ਉਹਨਾਂ 'ਚ ਬੁਲਡੋਜ਼ਰ ਚਲਾਤੇ ਆ। ਇਹ ਬੁਲਡੋਜ਼ਰ ਦੀ ਪ੍ਰਥਾ ਨਾ ਕੇਵਲ JNK ਚੱਲੀ ਹੈ, ਪਹਿਲਾਂ ਕਰਨਾਟਕ, ਮਦਰਾਸ ਔਰ ਦਿੱਲੀ ਦੇ ਅਰਾਊਂਡ ਬੜੀ ਜਗ੍ਹਾ ਚੱਲਦੀ ਰਹੀ ਹੈ। ਔਰ ਇਹ ਤੁਹਾਡੀ ਗੱਲ ਸਹੀ ਆ, ਇਹ ਆਪਣੇ ਦੇਸ਼ ਨੂੰ ਸ਼ਾਇਦ ਆਪਣਾ ਦੇਸ਼ ਨਹੀਂ ਸਮਝਦੇ, ਆਪਣੇ ਲੋਕਾਂ ਨੂੰ ਆਪਣੇ ਲੋਕ ਨਹੀਂ ਸਮਝਦੇ। ਇਹ ਜਨਤਾ ਕਿਹਦੀ ਹੈਗੀ ਹੈ, ਇਹ ਪਬਲਿਕ ਕਿਹਦੀ ਹੈਗੀ ਹੈ? ਇਹਦੇ ਨਾਲ ਹੀ ਹਿੰਦੁਸਤਾਨ ਬਣਿਆ, ਇੰਡੀਆ ਇਹਦੇ ਨਾਲ ਹੀ ਬਣਿਆ ਹੈਗਾ ਕਿ ਅੰਗਰੇਜ਼ ਤਾਂ ਨਹੀਂ ਇੱਥੇ ਛੱਡ ਕੇ ਲੋਕਾਂ ਨੂੰ, ਇਹ ਉੱਥੋਂ ਦੇ ਵਸਨੀਕ ਆ। ਕੁਝ ਨਾ ਬਲਕਾਰ ਜੀ, ਮਾਹਿਰ ਲੋਕ ਇਹ ਵੀ ਮੰਨਦੇ ਨੇ ਕਿ ਜੋ ਅੱਗੇ ਆਉਂਦੇ ਨੇ, ਜਿੱਦਾਂ ਇਹ ਜਨਤਾ ਦੇ ਨੁਮਾਇੰਦੇ ਬਣ ਕੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸਾਡੇ ਲੀਡਰਸ ਜਾਂ ਵਿਧਾਇਕ ਕਹਿੰਦੇ ਹਾਂ, ਜੋ ਅੱਗੇ ਆਉਂਦੇ ਨੇ ਰਾਜਨੀਤੀ ਦੇ ਵਿੱਚ, ਮਾਹਿਰ ਕਈ ਇਹ ਮੰਨਦੇ ਨੇ ਕਿ ਇਹਨਾਂ ਦੀ ਬੈਕਗਰਾਊਂਡ ਦੇਖਣੀ ਚਾਹੀਦੀ ਹੈ। ਮਤਲਬ ਤਕਰੀਬਨ 35 ਤੋਂ 40% ਲੋਕ ਉਹ ਨੇ ਜਿਨ੍ਹਾਂ ਦੀ ਜਿਹੜੀ ਬੈਕਗਰਾਊਂਡ ਹੈ ਕ੍ਰਿਮੀਨਲ ਬੈਕਗਰਾਊਂਡ। ਸਹੀ ਗੱਲ, ਬਿਲਕੁਲ। ਉਹਨਾਂ ਦੇ ਉੱਤੇ ਕਈ ਕ੍ਰਿਮੀਨਲ ਚਾਰਜਿਸ ਨੇ, ਉਹਨਾਂ ਦੇ ਅਗੇਂਸਟ ਕੇਸ ਚੱਲਦੇ ਪਏ। ਹੁਣ ਜੋ ਬੰਦਾ ਇਸ ਤਰ੍ਹਾਂ ਦੀ ਬੈਕਗਰਾਊਂਡ ਤੋਂ ਆਏਗਾ, ਉਹਦਾ ਮਾਈਂਡ ਸੈਟ ਕੀ ਹੋਏਗਾ, ਉਹਦੀ ਸੋਚ ਕੀ ਹੋਏਗੀ, ਉਹਦਾ ਵਿਜ਼ਨ ਕੀ ਹੋਏਗਾ, ਉਹ ਕੀ ਕਰੇਗਾ? ਭਲਾ ਮਾਨਸ ਤੇ ਸ਼ਰੀਫ ਬੰਦਾ ਤੇ ਵਿਚਾਰਾ ਇਹ ਪਾਸੇ ਆਉਂਦਾ ਹੀ ਨਹੀਂਗਾ। ਇਹ ਜਿਹੜੇ ਅਪਰਾਧ ਨਾਲ ਜਾਂ ਜਿਨ੍ਹਾਂ ਕੋਲ ਕ੍ਰਿਮੀਨਲ ਕੇਸ ਨੇ, ਜਿਨ੍ਹਾਂ ਦੇ ਇਹ 'ਚ ਕੁਆਲੀਫਿਕੇਸ਼ਨ ਇਹੀ ਆ,
ਇਹ 'ਚ ਕੁਆਲੀਫਿਕੇਸ਼ਨ ਉਹ ਨਹੀਂ ਗਿਣੀ ਜਾਂਦੀ ਵੀ ਕਿੰਨਾ ਕੁ ਕੁਆਲੀਫਾਈਡ ਹੈ, ਕਿੰਨਾ ਕੁ ਐਜੂਕੇਟਡ ਆ, ਉਹ ਨਹੀਂ ਵੇਖਿਆ ਜਾਂਦਾ। ਨਾ ਕੋਈ ਏਜ ਬਾਰ ਆ ਸਾਡੇ ਸੰਵਿਧਾਨ 'ਚ। ਕਈ ਵਾਰੀ ਤਾਂ ਆਪਾਂ ਨੇ ਸੰਵਿਧਾਨ ਨੇ ਬੜਾ ਕੁਝ ਵਧੀਆ ਕੀਤਾ, ਕਈ ਚੀਜ਼ਾਂ ਇਹਦੇ 'ਚ ਵੀ ਹੈਗੀਆਂ ਵੀ ਦੇਸ਼ ਦਾ ਵਸਨੀਕ ਹੋਵੇ, ਉਹ ਦਿਵਾਲੀਆ ਨਾ ਹੋਵੇ, ਹੈ ਨਾ, ਉਹਦੀ ਉਮਰ ਜਿੰਨੀ ਹੈਗੀ ਆ ਹੋਵੇ, ਜਿੰਨਾ ਉਮਰ ਦੇ ਨਾਲ ਹੀ ਉਹ। ਕਈ ਵਾਰੀ ਤਾਂ 60 ਸਾਲ ਤੋਂ ਬਾਅਦ ਜਦੋਂ ਬੰਦਾ ਕੀ ਸੋਚੂਗਾ, ਕੀ ਲੋਕਾਂ ਦੇ ਵਿਕਾਸ ਨੂੰ, ਕੀ ਐਨਰਜੀ ਹੋਊਗੀ ਉਹਦੇ 'ਚ, ਕਿੱਥੇ ਭੱਜ ਨੱਠ ਕਰ ਲੂਗਾ। ਜਿੱਥੇ ਜਵਾਨ ਮੁੰਡੇ ਆ, ਜਿੱਥੇ ਯੂਥ ਆ, ਜਿੱਥੇ ਉਹ ਦੇਸ਼ ਦੀ ਵਾਗਡੋਰ ਫੜਨਗੇ ਤੇ ਦੇਸ਼ ਖੁਸ਼ਹਾਲੀ ਵੱਲ ਵਧੂਗਾ। ਬਰਾਕ ਓਬਾਮਾ ਨੂੰ ਦੁਬਾਰਾ ਲਿਆਉਣ ਲਈ ਉੱਥੋਂ ਦੇ ਯੂਥ ਇਕੱਠੇ ਹੋ ਗਏ ਜਦੋਂ ਸੈਕੰਡ ਟਰਮ ਉਹਨਾਂ ਨੇ ਲਈ ਆ, ਔਰ ਉਹਨਾਂ ਨੂੰ ਪਤਾ ਵੀ ਸੂਝਵਾਨ ਲੋਕ ਹੈਗੇ ਆ, ਇਹਨਾਂ ਨੂੰ ਵਧੀਆ ਇਹਨਾਂ ਦੀ ਸੋਚ ਆ। ਉਹ 'ਚ ਏਸ਼ੀਅਨ ਕੰਟਰੀ ਤੇ ਯੂਥ ਜਿੰਨੇ ਰਲ ਕੇ ਉਹਨਾਂ ਨੇ ਕਹਿਤਾ ਕਿ ਐਤਕੀ ਜਿਹੜੇ ਆ ਜਿੱਤ ਪ੍ਰਾਪਤ ਕਰਨਗੇ ਹੀ, ਔਰ ਉਸੇ ਤਰ੍ਹਾਂ ਹੀ ਹੋਇਆ। ਜਦੋਂ ਯੂਥ ਅੱਗੇ ਲੱਗਦਾ, ਜਦੋਂ ਯੂਥ ਦੇਸ਼ ਦੀ ਵਾਗਡੋਰ ਸੰਭਾਲਦਾ, ਰਾਜਨੀਤੀ ਨੂੰ ਸੰਭਾਲਦਾ, ਤੇ ਦੇਸ਼ ਦੇ ਵਿੱਚ ਖੁਸ਼ਹਾਲੀ ਆਪ ਆਉਂਦੀ ਹੈ ਤੇ ਕੰਗਾਲੀ ਉੱਡ ਜਾਂਦੀ ਉੱਥੋਂ। ਸਿਆਸਤ ਦਾ ਅਪਰਾਧੀਕਰਨ ਜੋ ਹੈ ਹਾਂ, ਉਹ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ। ਉਸ ਤੋਂ ਛੁਟਕਾਰਾ ਮਿਲੇ ਦੇਸ਼ ਨੂੰ। ਅਪਰਾਧੀ ਜਿਹੜੇ ਬੈਠੇ ਨੇ ਵੱਡੇ ਵੱਡੇ ਅਹੁਦਿਆਂ ਤੇ, ਉਹਨਾਂ ਤੋਂ ਛੁਟਕਾਰਾ ਮਿਲੇ ਦੇਸ਼ ਨੂੰ, ਤਾਂ ਜਾ ਕੇ ਅਸੀਂ ਕੁਝ ਸੋਚ ਸਕਦੇ ਹਾਂ। ਅਪਰਾਧੀਕਰਨ ਨਹੀਂ ਹੋਣਾ ਚਾਹੀਦਾ, ਇੱਕ ਅਪਰਾਧੀਕਰਨ ਨਹੀਂ ਹੁੰਦਾ। ਇੱਕ ਸਿਆਸਤ ਦੇ ਵਿੱਚ ਧਰਮ ਦਾ ਜਿਹੜਾ ਮੇਲ ਜੋੜ ਉਹ ਨਹੀਂ ਹੋਣਾ ਚਾਹੀਦਾ ਜੀ। ਧਰਮ ਇਸ਼ਟ ਵੱਖਰੀ ਗੱਲ ਆ, ਉਹਨਾਂ ਨੂੰ ਉਹਨਾਂ ਦਾ ਜਿਹੜੀ ਪੂਜਾ ਕਰਨੀ ਹੈ ਨਾ, ਇਸ਼ਟ ਦੇ ਜਿਹੜੀ ਅਰਦਾਸ ਕਰਨੀ ਉਹ ਵੱਖਰੀ ਆ। ਸਿਆਸਤ ਨਾਲ ਉਹਦਾ ਕੋਈ ਮੇਲ ਨਹੀਂ ਗਾ। ਸਿਆਸਤ ਵੱਖਰੀ ਚੀਜ਼ ਆ। ਸਿਆਸਤ ਹੈਗੀ ਆ, ਰਾਜਨੀਤੀ ਹੈਗੀ ਆ ਲੋਕਾਂ ਦੇ ਵਿਕਾਸ ਲਈ, ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ ਲਈ, ਲੋਕਾਂ ਨਾਲ ਮੇਲ ਜੋੜ ਲਈ, ਸਾਰਾ ਕੁਝ ਹੈਗਾ। ਜਿਹੜੀ ਹੈ ਮਾਨਸਿਕ ਸ਼ਾਂਤੀ ਲਈ ਧਰਮ ਹੈਗਾ। ਧਰਮ ਦੇ ਵਿੱਚ ਜੋ ਤੁਸੀਂ ਸਮਝੋਗੇ, ਜੋ ਲੋਕਾਂ ਦੇ ਸਰਬੱਤ ਦੇ ਭਲੇ ਦੀ ਗੱਲ ਕਰੋਗੇ, ਉਹ ਧਰਮਾਂ ਵਿੱਚ ਸਿਆਸਤ ਦਾ ਕੋਈ ਮੇਲ ਜੋਲ ਹੈ ਹੀ ਨਹੀਂ। ਔਰ ਅਸੀਂ ਇਸ ਤੋਂ ਜੁੜਦੀ ਹੋਈ ਅਗਲੀ ਖਬਰ ਲਵਾਂਗੇ ਜੀ ਕਿ ਜਿਹੜੇ ਗੈਂਗਸਟਰ ਫੜੇ ਜਾਂਦੇ ਨੇ ਇਸ ਵਕਤ ਪੁਲਿਸ ਦੇ ਕਬਜ਼ੇ 'ਚ ਨੇ, ਕਈ ਵਾਰ ਉਹਨਾਂ ਵੱਲੋਂ ਸਟੇਟਮੈਂਟ ਆਉਂਦੀ ਹੈ, ਸਾਨੂੰ ਗੈਂਗਸਟਰ ਬਣਾਇਆ ਕਿਹਨੇ? ਇਹ ਬਹੁਤ ਵੱਡਾ ਸਵਾਲ ਹੈ, ਕਿਉਂਕਿ ਅਸੀਂ ਦੇਖਦੇ ਹਾਂ ਉਹਨਾਂ ਦੀ ਐਜੂਕੇਸ਼ਨਲ ਬੈਕਗ੍ਰਾਉਂਡ, ਅਸੀਂ ਦੇਖਦੇ ਹਾਂ ਉਹਨਾਂ ਦੇ ਅੰਦਰ ਜਿਹੜੀ ਚਿਣਗ ਰਹੀ ਹੈ ਜਦੋਂ ਕਾਲਜ 'ਚ ਪੜ੍ਹਦੇ ਰਹੇ ਨੇ ਉਹ ਨੌਜਵਾਨ, ਔਰ ਉਹਨਾਂ ਨੂੰ ਗੈਂਗਸਟਰ ਬਣਾਇਆ ਕਿਹਨੇ, ਇਸ ਰਾਹ 'ਤੇ ਲੈ ਕੇ ਕੌਣ ਆਇਆ, ਇਹ ਉਹ ਸਵਾਲ ਪੁੱਛਦੇ ਨੇ। ਔਰ ਉਹਦਾ ਜਵਾਬ ਜੇ ਅਸੀਂ ਮੂੰਹੋਂ ਨਹੀਂ ਬੋਲਣਾ ਚਾਹੁੰਦੇ ਤਾਂ ਵੀ ਸਭ ਨੂੰ ਕਲੀਅਰ ਹੈ ਉਹਦਾ ਜਵਾਬ ਕੀ ਹੈ। ਸੋ ਇਹ ਕਦੋਂ ਤੱਕ ਚੱਲਣਾ ਹੈ। ਔਰ ਇਹਦੇ ਨਾਲ ਜੁੜੀ ਹੋਈ ਅਗਲੀ ਗੱਲ, ਦੇਸ਼ ਵਿੱਚ ਅਵੈਧ ਹਥਿਆਰ ਰੱਖਣ ਦਾ ਰੁਝਾਨ ਬਹੁਤ ਵੱਡਾ ਖਤਰਾ ਹੈ ਦੇਸ਼ ਵਾਸੀਆਂ ਲਈ। ਹੁਣ ਅਵੈਧ ਹਥਿਆਰ ਕਿਹਨਾਂ ਕੋਲ ਹੋਣਗੇ? ਜਿਹੜੇ ਗੈਰ ਕਾਨੂੰਨੀ ਕੰਮ ਕਰਨਗੇ, ਬਾਕੀ ਤਾਂ ਸਭ ਲਾਇਸੈਂਸ ਲੈ ਲੈਂਦੇ ਨੇ। ਸੋ ਇਹ ਗੈਂਗਸਟਰ ਨਾਲ ਜੁੜਿਆ ਹੋਇਆ ਮਾਮਲਾ, ਇਹ ਅਵੈਧ ਹਥਿਆਰ ਇਹ ਕਿੰਨਾ ਵਾਸਤੇ ਰੱਖਦੇ ਨੇ, ਇਹ ਕਿੰਨਾ ਵਾਸਤੇ ਕੰਮ ਕਰਦੇ ਨੇ, ਇਹ ਸੋਚਣ ਵਾਲੀ ਗੱਲ ਹੈ, ਇਹੀ ਵਿਚਾਰ ਕਰਨ ਵਾਲੀ ਗੱਲ ਹੈ। ਵੈਸੇ ਕਤਲੋਗਾਰਤ ਤੇ ਪੰਜਾਬ 'ਚ ਸਦੀਆਂ ਪੁਰਾਣੀ ਗੱਲ ਹੈਗੀ ਆ, ਹਮਲਾਵਰ ਵੀ ਆਉਂਦੇ ਰਹੇ, ਸਾਰਾ ਕੁਛ ਹੈ। ਉਦੋਂ ਵੈਪਨ ਤਾਂ ਇਹ ਨਹੀਂ ਸੀਗੇ, ਆਟੋਮੈਟਿਕ ਗੰਨਾਂ ਤੇ ਇਹ ਨਹੀਂ ਸੀਗੀਆਂ, ਗੋਲੀ ਬਰੂਦ ਵਾਲਾ ਗੱਲ ਨਹੀਂ ਸੀ। ਉਦੋਂ ਤਲਵਾਰਾਂ ਹੁੰਦੀਆਂ ਸੀਗੀਆਂ, ਹੈ ਨਾ, ਬਰਛੇ ਹੁੰਦੇ ਸੀਗੇ, ਟਕੂਏ ਹੁੰਦੇ ਸੀਗੇ ਲੜਨ ਲਈ। ਉਹ ਹੁੰਦਾ ਸੀ, ਉਹ ਇੰਨੇ ਮਾਰੂ ਨਹੀਂ ਸੀ ਹੁੰਦੇ, ਉਹ ਫੇਸ ਟੂ ਫੇਸ ਲੜਨ ਲਈ ਜਾਂ ਆਪਣੇ ਘਰੋਂ ਜਾਂ ਆਪਣੇ ਏਰੀਏ 'ਚੋਂ ਭਜਾਉਣ ਲਈ ਉਹਨਾਂ ਨੂੰ ਹੁੰਦਾ ਸੀਗਾ। ਬਾਬਰ ਦੇ ਟਾਈਮ 'ਤੇ ਆ ਕੇ ਤੋਪਾਂ ਚੱਲੀਆਂ, ਪਹਿਲਾਂ ਤਾਂ ਕੋਈ ਤੋਪ ਨਹੀਂ, ਕੋਈ ਬੰਦੂਕ ਨਹੀਂ, ਕੁਛ ਨਹੀਂ ਸੀਗਾ। ਫਿਰ ਜਿਉਂ ਜਿਉਂ ਟੈਕਨੋਲੋਜੀ ਨੇ ਐਡਵਾਂਸਮੈਂਟ ਲਈ, ਜੋ ਸਾਰੇ ਪਾਸਿਓਂ ਔਰ ਗਲੋਬਲਾਈਜੇਸ਼ਨ ਹੋਇਆ, ਬਾਹਰਲੀਆਂ ਕੰਟਰੀਆਂ ਦੀਆਂ ਸਾਡੇ ਕੋਲ ਰਾਈਫਲਾਂ ਇੱਥੇ ਸਾਰੀਆਂ AK-47 ਕਿੱਧਰੋਂ ਆਈ, ਬਾਹਰੋਂ ਅਮਰੀਕਾ ਦੀ ਹੈ। ਔਰ ਇਸੇ ਤਰ੍ਹਾਂ ਹੀ ਹੋਰ ਵੀ ਜਿਹੜੇ ਰਸ਼ੀਆ ਤੋਂ ਵੈਪਨ ਬਹੁਤ ਆਏ, ਔਰ ਇੰਨੇ ਮਾਰੂ ਹਥਿਆਰ ਹੈਗੇ ਆ, ਇੱਕ ਬੰਦਾ ਹੀ ਕਹਿੰਦਾ ਪੂਰੇ ਦਾ ਪੂਰਾ ਪਿੰਡ ਤਬਾਹ ਕਰ ਦਿੰਦਾ। ਔਰ ਇਹ ਹਥਿਆਰ ਜਦੋਂ ਆਉਂਦੇ ਆ, ਵੈਪਨ ਲਾਇਸੈਂਸ ਹੋਲਡਰ ਲੈਂਦੇ ਆ, ਔਰ ਇਹਦੇ ਵਿੱਚ ਬਹੁਤ ਏਰੀਆ ਜਿੱਥੇ ਬੜਾ ਕਤਲੋਗਾਰਤ ਹੋਈ ਆ, ਬਲੱਡ ਸ਼ੈਡ ਹੋਇਆ। ਔਰ ਇਸ ਪੰਜਾਬ ਸੈਂਟਰ ਨੇ ਐਤਕੀ ਹੁਣ UP ਨੂੰ ਪੁੱਛ ਲਿਆ ਉਹਨਾਂ ਨੇ ਕਿ ਜਿੰਨੇ ਕਿ ਤੁਹਾਡੇ ਕੋਲ ਅਪਰਾਧ ਹੋ ਗਏ ਆ, ਇਹਦੀ ਇੱਕ ਲਿਸਟ ਦਿਓ, ਕਿੰਨਿਆਂ ਨੂੰ ਤੁਸੀਂ ਦੇਖਿਆ, ਕਿੰਨਿਆਂ ਨੇ ਵੈਪਨ ਲਏ ਆ, ਕਿੰਨੇ ਨੇ ਅਵੈਧ ਹਥਿਆਰ ਰੱਖੇ ਆ, ਉਹ ਲਿਸਟ ਦਿਓ ਪੂਰਾ। ਬਿਹਾਰ ਵਾਲਿਆਂ ਨੂੰ ਵੀ ਪੁੱਛਿਆ, ਔਰ ਪੰਜਾਬ 'ਚ ਇੰਨੇ ਨਹੀਂ ਹੈਗੇ, ਹਾਲਾਂਕਿ ਬਾਰਡਰ ਏਰੀਆ ਇੱਥੇ ਲੋਕਾਂ ਨੂੰ ਉਹਨਾਂ ਨੂੰ ਵੈਪਨ ਮਿਲ ਵੀ ਜਾਂਦੇ ਆ, ਹੋ ਵੀ ਜਾਂਦੇ ਆ। ਗੁਰੂ ਕੀ ਲਾਡਲੀ ਫੌਜ ਜਿਹੜੀ ਨਿਹੰਗ ਨੇ ਜਥੇਦਾਰ, ਉਹਨਾਂ ਕੋਲ ਵੀ ਹੈਗੇ ਆ। ਉਹ ਜਥੇਦਾਰ ਜਿਹੜੇ ਜ਼ਿਲ੍ਹੇ ਦੇ ਹੈਗੇ ਉਹ ਉਹਨਾਂ ਨੂੰ ਸਾਈਨ ਕਰਕੇ ਦਿੰਦੇ ਆ। ਦੂਜੀ ਗੱਲ ਇਹ ਹੈਗੀ ਆ ਕਿ ਜਿਹੜੇ ਵੀ ਵੈਪਨ ਆ ਕੇ ਵਰਤੇ ਜਾਂਦੇ ਆ, ਉਹ ਕਿ ਚੰਗੇ ਕੰਮ ਲਈ ਤਾਂ ਵਰਤੇ ਨਹੀਂ ਗਏ, ਮਾਰ ਧਾੜ ਲਈ ਵਰਤੇ ਜਾਂਦੇ, ਸਾਰੇ ਉਸੇ ਪਾਸੇ ਮਰਦੇ ਲੋਕ। ਦੂਜੀ ਇੱਕ ਗੱਲ ਹੋਰ ਹੈਗੀ ਆ, ਸਾਡੇ ਸੰਵਿਧਾਨ 'ਚ ਨਹੀਂ ਹੈਗਾ ਮੈਂਸ਼ਨ, ਸਾਨੂੰ ਇਹ ਨਹੀਂ ਗਾ ਵੀ ਸਾਡੇ ਕੋਲ ਬੇਸਿਕ ਰਾਈਟ ਆ, ਸਾਡੀ ਫੰਡਾਮੈਂਟਲ ਰਾਈਟਸ ਆ ਕਿ ਅਸੀਂ ਹਥਿਆਰ ਲੈ ਲਈਏ, ਖਰੀਦ ਲਈਏ। ਨੋ, ਜਿਹੜਾ ਅਮਰੀਕਾ ਵਾ ਉਹਨਾਂ ਦੇ ਸੰਵਿਧਾਨ 'ਚ ਲਿਖਿਆ ਕਿ ਤੁਸੀਂ ਆਪਣੇ ਕੋਲ ਵੈਪਨ ਰੱਖ ਸਕਦੇ ਜੀ। ਹਰ ਸਟੇਟ ਦੇ ਵਿੱਚ ਉਹਨਾਂ ਨੂੰ ਅਧਿਕਾਰ ਹੈ, ਰਾਈਟਸ ਹੈਗਾ। ਇੰਡੀਆ 'ਚ ਹੈ ਨਹੀਂ ਗਾ, ਤਾਂ ਅਸੀਂ ਫਿਰ ਵੀ ਹੁਕਮਦੂਲੀ ਕਰਦੇ ਹਾਂ। ਔਰ ਇੱਥੇ ਬਲਕਾਰ ਜੀ ਦੇਸੀ ਕੱਟੇ ਬਣਦੇ ਨੇ, ਕੱਟੇ ਬਣਦੇ ਲੋਕਾਂ ਨੇ ਫੈਕਟਰੀਆਂ ਲਾਈਆਂ ਹੋਈਆਂ ਘਰਾਂ ਦੇ ਵਿੱਚ। ਬਿਹਾਰ 'ਚੋਂ ਆਉਂਦੇ ਆ, ਬਿਹਾਰ ਦਾ ਕੁਝ ਏਰੀਆ ਹੈਗਾ, ਜਮੂਈ ਏਰੀਆ, ਉਸ ਏਰੀਏ 'ਚ ਹੈਗੇ ਆ। ਔਰ ਦੁਪਹਿਰੇ ਉੱਥੇ ਲੋਕ ਵੇਚਦੇ ਆ, ਉੱਧਰੋਂ ਹੀ ਆਉਂਦੇ ਆ ਕੱਟੇ ਜਿਹੜੇ ਆਉਂਦੇ ਆ ਨਾ ਇੱਧਰ। ਉਹ ਮੁੰਡੇ ਜਿਹੜੇ ਲੇਬਰ ਇੱਧਰ ਦੇ ਕਰਦੇ ਆ, ਉਹ ਉਦੋਂ ਲੈ ਕੇ ਉਹ ਵਿਕਦੇ ਬੜੇ ਆ, ਉਹ ਵਿਕਦੇ ਵੀ 500-700 1000 2000 'ਚ ਲੈ ਲੈਂਦੇ ਆ।
ਉਦੋਂ ਬਾਅਦ ਫਿਰ ਕੀ ਆਉਂਦੇ ਆ, ਘਰਾਂ 'ਚ ਬੰਦਾ ਮਾਰ ਦਿੰਦੇ ਆ। ਘਰਾਂ 'ਚ ਨੌਕ ਕਰਦੇ ਆ। ਬੂਹਾ ਖੋਲਿਆ, ਮਾਤਾ ਨੇ ਉਹਨੂੰ ਕੱਟਾ ਦਿਖਾਇਆ, ਰਿਵਾਲਵਰ ਦਿਖਾਇਆ, ਲਿਆ ਮਾਤਾ ਜੋ ਕੁਛ ਹੈਗਾ, ਵਾਲੀਆਂ ਵੀ ਖਿੱਚ ਲੀਆਂ, ਕੜੇ ਵੀ ਲਾ ਲਏ, ਘਰੋਂ ਵੀ ਚੇਨ ਵੀ ਖਾ ਲਈ, ਸਾਰਾ ਕੁਝ ਲੈ ਕੇ ਤੇ ਭੱਜ ਜਾਂਦੇ ਬਸ ਇਹ ਕੁਝ ਚੱਲਦਾ ਪਿਆ ਜੀ ਜੀ। ਇਹ ਬਹੁਤ ਹੀ ਹੁਣ ਸਖਤਾਈ ਨਾਲ ਐਡਮਿਨਿਸਟ੍ਰੇਸ਼ਨ ਨੂੰ ਕੰਮ ਕਰਨਾ ਪੈਣਾ ਤਾਂ ਜਾ ਕੇ ਇਹ ਕਿਤੇ ਠੱਲ ਪੈ ਸਕਦੀ ਹੈ। ਔਰ ਜਿਹੜਾ ਅਸੀਂ ਪਹਿਲਾਂ ਵੀ ਕਿਹਾ ਕਿ ਸਿਆਸਤ ਦਾ ਜਿਹੜਾ ਅਪਰਾਧੀਕਰਨ ਹੈ ਉਹ ਵੀ ਕਿਤੇ ਨਾ ਕਿਤੇ ਇਸ ਦੇ ਵਾਸਤੇ ਜ਼ਿੰਮੇਵਾਰ ਹੈ, ਕਿਉਂਕਿ ਜਿਹੜੇ ਅਪਰਾਧੀ ਕਿਸਮ ਦੇ ਲੋਕ ਸਿਆਸਤ ਵਿੱਚ ਆ ਕੇ ਵੱਡੇ ਵੱਡੇ ਅਹੁਦਿਆਂ ਤੇ ਬਹਿੰਦੇ ਨੇ, ਉਹ ਫਿਰ ਇਹਨਾਂ ਲੋਕਾਂ ਨੂੰ, ਗਰੁੱਪਾਂ ਨੂੰ ਇਸਤੇਮਾਲ ਕਰਦੇ ਨੇ ਆਪਣੀ ਸਿਆਸਤ ਦੇ ਵਾਸਤੇ। ਉਹ ਆਪਣਾ ਚੌਂਕੜਾ ਬਣਾਉਂਦੇ ਨਾ, ਉਹ ਆਪਣਾ ਇੱਕ ਗਰੁੱਪ ਬਣਾਉਂਦੇ ਆ, ਆਪਣੀ ਲੌਬੀ ਬਣਾਉਂਦੇ ਇਹਨਾਂ ਨੂੰ ਨਾਲ ਜੋੜ ਕੇ। ਬਿਲਕੁਲ, ਜਿੱਥੇ ਕੋਈ ਨਹੀਂ ਮੰਨਦਾ ਜਾਂ ਜਿੱਥੇ ਨੇ ਫਿਰ ਇਹਨਾਂ ਨੂੰ ਭੇਜਦੇ, ਕਦੀ MLA, ਕਦੀ ਮੰਤਰੀ, ਕਦੀ ਕੋਈ ਵੱਡਾ ਉੱਚ ਅਧਿਕਾਰੀ। ਆਪ ਅੱਗੇ ਵੇਖਿਆ ਤੁਸੀਂ, ਮਾਰਨ ਵਾਲੇ, ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੂਜੇ ਲੋਕ ਹੀ ਆ, ਮੁੰਡੇ ਉਹਨਾਂ ਰੱਖੇ, ਉਹਨਾਂ ਨੂੰ ਪੈਸਾ ਵੀ ਦਿੰਦੇ, ਬੜਾ ਕੁਝ ਦਿੰਦੇ ਆ। ਔਰ ਇਹ ਪ੍ਰਚਲਨ, ਇਹ ਜਿਹੜੀ ਇਸ ਵੇਲੇ ਚੱਲ ਰਹੀ ਹੈ ਗੱਲ, ਇਹ ਦੇਸ਼ ਲਈ ਨਹੀਂ, ਜਿਵੇਂ ਸਾਰੇ ਲੋਕਾਂ ਲਈ ਜਿਹੜੀ ਹੈ ਬੜੀ ਨੁਕਸਾਨ ਵਾਲੀ ਹੈ। ਜਿਵੇਂ ਉਹ ਪੁਰਾਣੇ ਸ਼ਾਹੂਕਾਰਾਂ ਨੇ ਲਠੈਤ ਰੱਖੇ ਹੁੰਦੇ ਸੀ ਨਾ, ਜਿਨ੍ਹਾਂ ਨੂੰ ਕਰਜ਼ਾ ਦਿੱਤਾ, ਜਾ ਵਸੂਲ ਕਰਕੇ ਲੈ ਕੇ ਆਓ, ਕੁੱਟ-ਕੁੱਟ ਕੇ ਘੜੀਸ ਕੇ ਲੈ ਕੇ ਆਓ ਮੇਰੀ ਹਵੇਲੀ ਤੱਕ। ਇਦਾਂ ਹੀ ਬੰਦੇ ਅੱਗੇ ਰੱਖੇ ਹੋਏ ਨੇ ਜਿਹੜੇ ਇਹ ਅਪਰਾਧੀ ਕਿਸਮ ਦੇ ਸਿਆਸਤਦਾਨ ਨੇ, ਇਹਨਾਂ ਨੇ ਅੱਗੇ ਇਦਾਂ ਦੇ ਬੰਦੇ ਰੱਖੇ ਹੋਏ ਨੇ ਆਪਣੇ ਕੰਮ ਕਰਵਾਉਣ ਵਾਸਤੇ, ਲੋਕਾਂ ਨੂੰ ਡਰਾਉਣ ਧਮਕਾਉਣ ਵਾਸਤੇ। ਸੋ ਆਪਾਂ ਅੱਗੇ ਵਧਦੇ ਹਾਂ ਜੀ। ਕੇਂਦਰ ਰੈਗੂਲੇਟਰੀ ਢਾਂਚੇ ਲਈ ਮਾਹਿਰਾਂ ਦੀ ਕਮੇਟੀ ਬਣਾਉਣ ਲਈ ਰਾਜ਼ੀ। ਜਿਹੜੀ ਹਿੰਡਨਬਰਗ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਇਹ, ਕਿਉਂਕਿ ਦੇਸ਼ ਦੇ ਅੰਦਰ ਬਹੁਤ ਪ੍ਰੈਸ਼ਰ ਬਣਿਆ ਹੋਇਆ, ਔਰ ਇਹਦੀ ਟਾਈਮਿੰਗ ਕੀ ਰਹੀ ਹੈ ਕਿ ਜਦੋਂ FPO ਆਉਣ ਵਾਲਾ ਅਡਾਨੀ ਗਰੁੱਪ ਦਾ, ਔਰ ਦੇਸ਼ ਦਾ ਸਭ ਤੋਂ ਵੱਡਾ FPO ਜਿਹੜਾ ਹੁਣ ਤੱਕ ਦੀ ਹਿਸਟਰੀ ਹੈ ਕਾਰਪੋਰੇਟ ਦੀ, ਉਸ ਤੋਂ 48 ਘੰਟੇ ਪਹਿਲਾਂ ਇਹ ਰਿਪੋਰਟ ਆ ਜਾਂਦੀ ਹੈ ਹਿੰਡਨਬਰਗ ਦੀ, ਔਰ ਉਹਨਾਂ ਨੂੰ FPO ਵਾਪਸ ਲੈਣਾ ਪੈਂਦਾ ਹੈ। ਔਰ ਅਡਾਨੀ ਕੰਪਨੀ ਦੇ ਜਿਹੜੇ ਸ਼ੇਅਰਸ ਨੇ ਆਲ ਟਾਈਮ ਡਾਊਨ ਹੁੰਦੇ ਨੇ। ਔਰ ਉਧਰ ਉਹਨਾਂ ਤੇ ਇਲਜ਼ਾਮ ਲਗਾਉਂਦੇ ਪਏ ਨੇ ਹਿੰਡਨਬਰਗ ਦੇ ਉੱਤੇ, ਕਿਉਂਕਿ ਉਹ ਕੰਪਨੀ ਕਿੱਦਾਂ ਕੰਮ ਕਰਦੀ ਹੈ, ਸ਼ਾਰਟ ਸੈਲਰ ਹੈ। ਉਹ ਦੂਸਰਿਆਂ ਦੇ ਜਦੋਂ ਸ਼ੇਅਰ ਡਾਊਨ ਹੁੰਦੇ ਨੇ, ਉੱਥੋਂ ਉਹਨਾਂ ਨੂੰ ਪ੍ਰੋਫਿਟ ਹੁੰਦਾ ਹੈ, ਉੱਥੋਂ ਉਹਨਾਂ ਦੇ ਇਨਵੈਸਟਰਸ ਨੂੰ ਮੋਟਾ ਪ੍ਰੋਫਿਟ ਹੁੰਦਾ ਹੈ। ਸੋ ਇਹ ਸਭ ਚੀਜ਼ਾਂ ਨਾਲ ਚੱਲਦੀਆਂ ਪਈਆਂ। ਪਰ ਭਾਰਤ ਦੇ ਵਿੱਚ ਹੁਣ ਇਲੈਕਸ਼ਨਸ ਹੋਣ ਵਾਲੀਆਂ ਨੇ, ਔਰ ਇਹਦੀ ਟਾਈਮਿੰਗ ਦੇਖੋ, ਨਾਲ G20 ਸੰਮੇਲਨ ਹੋਣ ਵਾਲਾ ਹੈ। ਉਧਰ BBC ਦੀ ਡਾਕੂਮੈਂਟਰੀ ਦੀ ਟਾਈਮਿੰਗ ਦੇਖੋ। ਇਹ ਵੀ ਕਿਹਾ ਜਾਂਦਾ ਕਿ ਮਾਹਿਰ ਮੰਨਦੇ ਨੇ ਕਿ ਕਿਤੇ ਨਾ ਕਿਤੇ ਇੰਡੀਆ ਦੀ ਜਿਹੜੀ ਸਾਖ ਹੈ ਉਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਖਰਾਬ ਕਰਨ ਵਾਸਤੇ ਵੀ ਇਹ ਚੀਜ਼ਾਂ ਹੋ ਰਹੀਆਂ ਨੇ। ਔਰ ਹੁਣ ਇੱਕ ਰਿਪੋਰਟ ਜਿਹੜੀ ਹਿੰਡਨਬਰਗ ਦੀ, ਇਹਦੇ ਉੱਤੇ ਕਮੇਟੀ ਬਣਨ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਦੱਸਿਆ ਜਾਏ ਕਿ ਇਸ ਰਿਪੋਰਟ ਦੇ ਵਿੱਚ ਅਸਲੀਅਤ ਹੈ ਜਾਂ ਝੂਠੀ ਰਿਪੋਰਟ ਹੈ। ਔਰ ਅਡਾਨੀ ਗਰੁੱਪ ਦੇ ਜਿਹੜੇ ਸਾਰੇ ਅਕਾਊਂਟਸ ਵਗੈਰਾ ਨੇ ਉਹਨਾਂ ਨੂੰ ਦੇਖਣ ਵਾਸਤੇ ਇਹ ਇੱਕ ਕਮੇਟੀ ਬਣ ਰਹੀ ਹੈ। ਔਰ ਮਾਹਿਰ ਕਈ ਇਹ ਵੀ ਕਹਿੰਦੇ ਇਹ ਤਾਂ ਬਸ ਆਈ ਵਾਸ਼ ਹੈ ਜੀ। ਅਸਲੀ ਗੱਲ ਹੈ ਕਿ ਕੋਈ ਨਾ ਕੋਈ ਗੜਬੜ ਜ਼ਰੂਰ ਹੈ। ਉਹਨੂੰ ਪਰਦਾ ਪਾਉਣ ਵਾਸਤੇ, ਉਹਨੂੰ ਕਵਰ ਅਪ ਕਰਨ ਵਾਸਤੇ ਇਹ ਇੱਕ ਕਮੇਟੀ ਬਣਾ ਕੇ ਇੱਕ ਗੇਮ ਖੇਡਣ ਵਾਲੀ ਤਿਆਰੀ ਚੱਲਦੀ ਪਈ ਹੈ। ਕਈ ਮਾਹਿਰ ਇਹ ਵੀ ਮੰਨਦੇ ਨੇ। ਅਸਲ ਗੱਲ ਤਾਂ ਵੈਸੇ ਇਹੀ ਹੈ, ਕੋਈ ਰੈਗੂਲੇਟਰੀ ਜਿਹੜੀ ਇਹਨਾਂ ਨੇ ਕਮੇਟੀ ਬਣਾਉਣ ਦਾ ਇਸ ਵੇਲੇ ਕੇਂਦਰ ਨੇ ਐਲਾਨ ਕਰ ਦਿੱਤਾ। ਉਹਦੇ ਪਿੱਛੇ ਸੁਪਰੀਮ ਕੋਰਟ ਵੀ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਪੁੱਛਿਆ, ਕੇਂਦਰ ਨੇ ਹੁਣ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਸ਼ੰਕੇ ਤੋਂ ਬਾਹਰ ਆ ਜਾਓ, ਅਸੀਂ ਕਮੇਟੀ ਬਣਾ ਰਹੇ ਹਾਂ। ਔਰ ਉਹਦੀ ਨੋਮੀਨੇਸ਼ਨ ਵੀ ਹੋ ਰਹੀ ਆ ਕਿ ਕਿਹੜੇ ਬੰਦੇ ਜਿਹੜੇ ਉਹਦੇ ਵਿੱਚ ਆ ਰਹੇ ਆ। ਔਰ ਉਹਦੇ ਵਿੱਚ ਬੇਸਿਕ ਗੱਲ ਇਹੀ ਆ, ਅਡਾਨੀ ਸਾਹਿਬ ਦਾ ਜਿਹੜੇ ਇਹਨਾਂ ਦੀ ਕੰਪਨੀ ਆ, ਇਹਨਾਂ ਦੇ ਜਿਹੜੇ ਸ਼ੇਅਰ ਸੀਗਾ, ਸ਼ੇਅਰ ਬਾਜ਼ਾਰ ਡਾਊਨ ਚਲੇ ਗਿਆ, 7% ਤੋਂ ਥੱਲੇ ਚਲੇ ਗਿਆ ਇਹਨਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ। ਔਰ ਉਹਨਾਂ ਨੇ ਕਹਿਤਾ 4 ਕੰਪਨੀਆਂ ਹੋਰ ਵੀ ਇਹਦੇ ਨਾਲ ਜੁੜੀਆਂ ਪਈਆਂ। ਅਸਲ 'ਚ ਹੈ ਤਾਂ ਵਪਾਰ ਹੈ, ਵਪਾਰ ਦਾ ਕੰਮ ਹੀ ਹੈਗਾ, ਜਿਹੜੀ ਸੈਂਟਰ ਆਪ ਨਾਲ ਕਰਵਾ ਰਹੀ ਹੈ। ਇਹਦੇ ਵਿੱਚ ਕੋਈ ਦੂਸਰਾ ਕੋਈ ਇਹ ਨਹੀਂ ਕੰਮ ਹੈਗਾ ਕਿ ਲੋਕਾਂ ਦੇ ਲਈ, ਜਨਤਾ ਦੇ ਵਿਕਾਸ ਦੀ ਗੱਲ ਹੈਗੀ। ਇਹ ਕੰਪਨੀਆਂ ਦੀ ਆਪਸੀ ਖੇਡ ਆ ਪੈਸੇ ਕਮਾਉਣ ਦੀ। ਔਰ ਉਹਦੇ ਵਿੱਚ ਸੈਂਟਰ ਜਿਹੜਾ ਉਹ ਆਪ ਇਹਦੇ ਨਾਲ ਹੈਗਾ। ਇਹਦੇ ਵਿੱਚ ਇਹ ਨਹੀਂ ਕਿ ਸ਼ੇਅਰ ਖਰੀਦ ਕੇ ਤੇ ਲੋਕਾਂ ਨੂੰ ਕੀ ਫਾਇਦਾ ਹੋਣਾ ਕੀ ਨਹੀਂ ਹੈਗਾ। ਫਾਇਦੇਮੰਦ ਫਿਰ ਕੰਪਨੀਆਂ ਰਹਿੰਦੀਆਂ, ਕੰਪਨੀਆਂ ਵਾਲੇ ਪਾਸੇ ਜਾਂਦਾ। ਜਿਸ 'ਚ LIC ਦਾ ਰੌਲਾ ਪਿਆ ਸੀਗਾ, LIC, ਔਰ ਉਹਦੇ 'ਚ ਸਟੇਟ ਬੈਂਕ ਇੰਡੀਆ, ਰਿਜ਼ਰਵ ਬੈਂਕ ਇੰਡੀਆ ਵਾਲੇ ਪਾਸੇ ਵੀ ਗਿਆ ਸੀ ਕਿ ਇਹਨਾਂ ਦਾ ਕਿੰਨਾ ਪੈਸਾ ਇਹਨਾਂ ਕੋਲੋਂ ਲਿਆ ਗਿਆ। ਔਰ ਇਹਨਾਂ ਅਡਾਨੀ ਦੇ ਜਿਹੜੀ ਕੰਪਨੀਆਂ ਜਾਂ ਇਹਨਾਂ ਦੀ ਹੈਗੀਆਂ, ਇਹਨਾਂ ਨੇ ਕਈ ਤਰ੍ਹਾਂ ਦੇ ਕਰਜ਼ੇ ਲਏ ਆ। ਉਹ ਕਰਜ਼ੇ ਉਦੋਂ ਬਾਅਦ ਸਾਫ ਚਿੱਟੇ ਮਾਫ ਹੋ ਗਏ। ਔਰ ਇਸੇ ਤਰ੍ਹਾਂ ਦੀਆਂ ਹੁਣ ਕਮੇਟੀ ਜਿਹੜੀ ਬਣੀ ਆ, ਕਮੇਟੀ ਦੇਖੋ ਕਿਸ ਤਰ੍ਹਾਂ ਦੀ ਜਿਹੜੀ ਹੈ ਪਲਾਨਿੰਗ ਨਾਲ ਅੱਗੇ ਚੱਲਦੀ ਆ ਔਰ ਲੋਕਾਂ ਤੱਕ ਕੀ ਪਹੁੰਚਾਊਗੀ ਗੱਲ। ਅਸਲ 'ਚ ਇਹ ਚਰਚਾ ਜੇ ਕਿਤੇ ਪਾਰਲੀਮੈਂਟ ਦੇ ਵਿੱਚ ਹੋ ਜਾਂਦੀ ਜ਼ਿਆਦਾ ਬੈਟਰ ਸੀਗੀ। ਜਿਹੜੀ ਕਮੇਟੀ ਹੈ ਉਹਨੇ ਕਈ ਮਹੀਨੇ ਤਾਂ ਲਾ ਦੇਣੇ ਉਹਨੂੰ, ਤੱਥ ਲੱਭਣ ਲੱਗੇ, ਫੈਕਟ ਲੱਭਦੇ ਆ। ਫੈਕਟ ਲੱਭਣ ਤੋਂ ਬਾਅਦ ਕਨਕਲੂਜਨ ਹੋਣਾ, ਉਹਦੇ ਵਿੱਚ ਜੋ ਡਿਕਲੇਅਰ ਹੋਣਾ, ਕੋਰਟ 'ਚ ਜਾਂਦਾ। ਕੋਰਟ ਵਾਲੇ ਫਿਰ ਦੇਖੋ ਕੀ ਕਰਦੇ ਆ, ਕਈ ਵਾਰੀ ਛਮਾਈਆਂ ਲੱਗ ਜਾਣੀਆਂ। ਉਦੋਂ ਤੱਕ ਮਾਮਲਾ ਠੰਡਾ ਹੋ ਕੇ ਇਲੈਕਸ਼ਨ ਆ ਜਾਣੀ ਆ। ਇਲੈਕਸ਼ਨ ਜਿਹੜੀ ਉਹ ਆ ਗਈ, ਫਿਰ ਕਿਹੜੇ ਪ੍ਰਧਾਨ ਮੰਤਰੀ ਬਣਦੇ ਆ, ਫਿਰ ਫੱਟੀ ਸਾਫ, ਫਿਰ ਪੋਚੀ ਹੋਣੀ ਫੱਟੀ, ਫਿਰ ਨਵੇਂ ਤਰੀਕੇ ਨਾਲ ਆ ਜਾਣੇ ਆ। ਫਿਰ ਅਡਾਨੀ ਅੰਬਾਨੀ ਫਿਰ ਆਉਣਗੇ। ਪਰ ਪਾਵਰ ਕਿਹਦੇ ਹੱਥ 'ਚ ਹੈਗੀ ਆ, ਉਹ ਦਿੱਲੀ ਦੇ ਤਖਤ ਤੋਂ ਪਤਾ ਲੱਗੂਗਾ ਕਿ ਹੁਣ ਵੈਸੇ ਕੀ ਕਰਨਾ ਗਾ।
ਇਹ ਵੀ ਇੱਕ ਠੰਡੇ ਬਸਤੇ 'ਚ ਪਾਉਣ ਵਾਲੀ ਗੱਲ ਹੈਗੀ, ਹੋਰ ਕੋਈ ਖਾਸ ਗੱਲ ਨਹੀਂ, ਵੀ ਕੁਇਕਲੀ ਗੱਲ ਨਹੀਂ ਹੋਣੀ। ਕੁਇਕਲੀ ਫੌਰੀ ਤੌਰ ਤੇ ਪਾਰਲੀਮੈਂਟ 'ਚ ਜਿਹੜਾ ਡਿਸਕਸ ਹੋਣਾ ਹੈ, ਪਾਰਲੀਮੈਂਟ ਦੇ ਨਾਲ ਜਿਹੜਾ ਇਹ ਆਪੋਜੀਸ਼ਨ ਸੀ, ਆਪੋਜੀਸ਼ਨ ਨੇ ਮਸਲਾ ਚਾਹੁੰਦੀ ਸੀ ਵੀ ਇਹ ਲੋਕਾਂ ਤੱਕ ਪਹੁੰਚਾਈਏ, ਉਹ ਮਸਲਾ ਬੰਦ ਕਰਤਾ, ਉੱਥੇ ਨਹੀਂ ਚਰਚਾ ਹੋਈ। ਤੇ ਹੁਣ ਜਿਹੜੀ ਹੈ ਚਰਚਾ ਦਾ ਬਦਲ ਕੇ ਤੇ ਹੁਣ ਬਣਾਤੀ ਹੈ ਕਮੇਟੀ। ਕਮੇਟੀ ਦੀ ਨੋਮੀਨੇਸ਼ਨ ਲੱਗਿਆ ਖੰਨਾ ਜੀ ਬੜਾ ਟਾਈਮ ਲੱਗ ਜਾਂਦਾ, ਕਿਹੜੇ ਬੰਦੇ ਲੈਣੇ, ਉੱਥੇ ਫਿਰ ਰੌਲਾ ਪਊਗਾ, ਕਈਆਂ ਨੇ ਉੱਤੇ ਇਤਰਾਜ਼ ਕਰਨੇ ਆ, ਹੈ ਨਾ। ਉੱਤੇ ਇਹ ਤਾਂ ਨਹੀਂ ਕਿ ਰਾਸ਼ਟਰਪਤੀ ਸਾਹਿਬ ਕਰ ਦੇਣਗੇ ਇਤਰਾਜ਼। ਹੁਣ ਪੰਜਾਬ 'ਚ ਤਾਂ ਕੋਈ ਕਮੇਟੀ ਬਣਦੀ ਹੈ ਤਾਂ ਗਵਰਨਰ ਸਾਹਿਬ ਆ ਕੇ ਵਿੱਚ ਆ ਜਾਂਦੇ ਕਿ ਨਹੀਂ, ਇਹਦੇ 'ਤੇ ਆਹ ਨਹੀਂ ਗੱਲ ਹੈਗੀ, ਤੁਸੀਂ ਸਕੂਲ ਦੇ ਪ੍ਰਿੰਸੀਪਲ ਕਿੱਦਾਂ ਭੇਜਦੇ ਸਿੰਗਾਪੁਰ ਪੜ੍ਹਨ ਲਈ, ਮੈਨੂੰ ਤਾਂ ਪਤਾ ਨਹੀਂ ਲੱਗਿਆ। ਇਹ ਮਾਮਲੇ ਹੈਗੇ ਆ, ਹਰ ਗੱਲ ਨੂੰ ਜਿਹੜਾ ਅੜਿੱਕਾ ਪੈ ਗਿਆ, ਡਿਸੀਜਨ ਕੋਈ ਹੁੰਦਾ ਨਹੀਂਗਾ। ਅਸਲ 'ਚ ਜਿੱਥੇ ਡੈਮੋਕ੍ਰੇਸੀ ਹੁੰਦੀ ਹੈ ਉੱਥੇ ਠੰਡਾ ਕੰਮ ਚੱਲਦਾ, ਜਿੱਥੇ ਡੈਮੋਕ੍ਰੇਸੀ ਤੋਂ ਇਲਾਵਾ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਹੈਗੀ ਆ। ਦੇਖੋ ਬਰਾਕ ਓਬਾਮਾ ਜੀ ਕਿੰਨੇ ਡਿਸੀਜਨ ਜਲਦੀ ਲੈਂਦੇ ਸੀ, ਉਸ ਤੋਂ ਬਾਅਦ ਹੁਣ ਬਾਈਡਨ ਸਾਹਿਬ ਇੱਕਦਮ ਹੀ ਹੁੰਦਾ, ਜੋ ਕੁਝ ਹੁੰਦਾ, ਜੋ ਡਿਸੀਜਨ ਹੁੰਦਾ ਵਾਈਟ ਹਾਊਸ ਤੋਂ ਡਿਕਲੇਅਰ ਹੋ ਕੇ ਓਕੇ ਫਾਈਨਲ ਹੋ ਜਾਂਦਾ। 6.5 ਮਹੀਨੇ ਤੇ ਕਾਨੂੰਨ ਬਣਨੇ ਲੱਗ ਜਾਂਦੇ ਆ, ਉਦੋਂ ਤੱਕ ਲੋਕ ਵਿਚਾਰੇ ਮਰ ਮੁਰ ਜਾਂਦੇ, ਕੋਈ ਲੱਭਦੇ ਨਹੀਂ ਹੈਗੇ। ਇਹ ਕੇਸ ਹੁੰਦੇ ਆ ਸਾਡੇ ਦੇਸ਼ ਦੇ, ਸਾਡੇ ਕੋਈ ਫੈਸਲੇ ਨਹੀਂ ਹੁੰਦੇ, ਭਾਸ਼ਣ ਜ਼ਿਆਦਾ ਹੁੰਦੇ ਬਸ। ਦੇਖੋ ਬਲਕਾਰ ਜੀ, ਲੋਕ ਬੜੇ ਸਿਆਣੇ ਨੇ, ਲੋਕ ਬੜੇ ਜਾਗਰੂਕ ਨੇ। ਅੱਜ ਦੀ ਦੁਨੀਆ ਦੇ ਵਿੱਚ ਜੋ ਅੱਜ ਭਾਰਤ ਦੇ ਨਾਗਰਿਕ ਨੇ ਉਹ ਬਹੁਤ ਤੇਜ਼ ਨੇ, ਸਿਆਣੇ ਲੋਕ, ਪੜ੍ਹ ਲਿਖੇ ਆ, ਬਹੁਤ ਜ਼ਿਆਦਾ, ਜਿਹਨੂੰ ਕਹਿੰਦੇ ਜਾਗੇ ਹੋਏ ਲੋਕ। ਹੁਣ ਉਹ ਸਭ ਕੁਝ ਸਮਝਦੇ ਨੇ, ਸਭ ਜਾਣਦੇ ਨੇ। ਹੁਣ ਦੇਖੋ ਇਹਦਾ ਅਸਰ ਕੀ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ, ਸਿਆਸਤ ਦੇ ਉੱਤੇ, ਇਕਨੋਮੀ ਦੇ ਉੱਤੇ, ਸਾਡੀ ਸੋਸ਼ਲ ਲਾਈਫ ਦੇ ਉੱਤੇ। ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਹੋਣਗੀਆਂ। ਸਮਾਂ ਹੋ ਗਿਆ ਹੁਣ ਜੀ, ਹੈ ਨਾ, ਸਮਾਂ ਹੋ ਗਿਆ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ, ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ, ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ।